ਵਾਹਿਗੁਰੂ जी का खालसा वाहिगुरू जी की फतेह। उम्मीद है मेरी आवाज़ सारे नूं आउंदी होवेगी। एक बारी जी तुसीं दस दिओ ते मैनूं भी पता लग जाएगा जी। हाँ जी सर, आपकी आवाज आ रही है। आ रही वीडियो बहुत ही बिल्कुल आ रही जी, बहुत अच्छा। जपजी साहब दी बाणी बारे असीं विचार करन लगे हां। पहलां असीं ਇਹ जान लईए भी जपजी साहब दी की थां है। सोच के वेखो भी गुरु ग्रंथ साहब दी संपादना होण लगी है। सब तो पहला जिस बाणी नूं लिखण दे लई मेरे मालिक ने कहा ਉਹਦੇ 'ਚ ਕੋਈ ਖਾਸ ਗੱਲ ਹੋਏਗੀ ਤਾਂ ਹੀ ਹੈ ਨਾ। ਨਿਤ ਨੇ ਬਾਣੀਆਂ ਵਿੱਚ ਸਭ ਤੋਂ ਪਹਿਲੀ ਪੜਨ ਵਾਲੀ ਬਾਣੀ ਜਪ ਬਾਣੀ ਹੈ। ਅੰਮ੍ਰਿਤ ਸੰਚਾਰ ਵੇਲੇ ਸਭ ਤੋਂ ਪਹਿਲੀ ਪੜਨ ਵਾਲੀ ਬਾਣੀ ਜਪ ਬਾਣੀ ਹੈ। ਫਿਰ ਇੱਥੋਂ ਇੱਕ ਗੱਲ ਸਮਝ ਆਈਏ ਵੀ ਜੋ ਜਪਜੀ ਸਾਹਿਬ ਦੀ ਬਾਣੀ ਹੈ ਨਾ, ਇਸ ਨੂੰ ਵਿਦਵਾਨਾਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਰਹਾਉ ਦੀ ਪੰਕਤੀ ਮੰਨਿਆ। ਭਾਵ ਅਰਥ ਜੇ ਆਪਾਂ ਜਪਜੀ ਸਾਹਿਬ ਨੂੰ ਸਮਝ ਆਵਾਂਗੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਂਦਰੀ ਭਾਵ ਜਿਹੜਾ ਹੈਗਾ ਉਹ ਸਾਨੂੰ ਸਮਝ ਵਿੱਚ ਆ ਜਾਏਗਾ। ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਅੱਜ ਅਸੀਂ ਜਪ ਬਾਣੀ ਨੂੰ ਸਮਝਣ ਵਾਸਤੇ ਜਿਹੜੇ ਇਕੱਠੇ ਹੋਏ ਆ। ਸਮਾਂ ਸੀਮਤ ਹੈ, ਇਸ ਕਰਕੇ ਅਸੀਂ ਵਿੱਚੋਂ ਝਲਕਾਰੇ ਲੈ ਸਕਾਂਗੇ। ਸਭ ਤੋਂ ਪਹਿਲਾਂ ਕਿੰਨੀ ਰਹਿਮਤ ਕੀਤੀ ਮੇਰੇ ਮਾਲਕ ਜੀ ਨੇ। ਰੱਬ ਕਿਸ ਨੂੰ ਕਿਹਾ ਜਾਂਦਾ ਹੈ ਜਾਂ ਰੱਬ ਬਾਰੇ ਸਾਨੂੰ ਜਾਣਕਾਰੀ ਮੇਰੇ ਮਾਲਕ ਨੇ ਦਿੱਤੀ। ਤੁਸੀਂ ਕਦੇ ਸੋਚੋ, ਕੁਦਰਤ ਨੇ ਨਾ ਤੱਤ ਨੂੰ ਬੜਾ ਛੁਪਾ ਕੇ ਰੱਖਿਆ ਹੋਇਆ। ਜਿਵੇਂ ਅਸੀਂ ਪਹਿਲਾਂ ਦੁੱਧ ਲੈਂਦੇ ਹਾਂ, ਦੁੱਧ ਤੋਂ ਬਾਅਦ ਆਪਾਂ ਦਹੀਂ ਜਮਾਉਂਦੇ ਹਾਂ, ਉਸ ਤੋਂ ਬਾਅਦ ਅਸੀਂ ਮੱਖਣ ਕੱਢਦੇ ਹਾਂ, ਫਿਰ ਜਾ ਕੇ ਸਾਨੂੰ ਘਿਓ ਮਿਲਦਾ। ਘਿਓ ਸਿੱਧਾ ਨਹੀਂ ਰੱਖਿਆ ਹੋਇਆ, ਘਿਓ ਤੱਤ ਹੈ। ਉਸ ਤੋਂ ਬਾਅਦ ਅਸੀਂ ਕੀ ਬਣਾ ਸਕਦੇ ਹਾਂ, ਘਿਓ ਤੋਂ ਬਾਅਦ ਕੀ ਬਣੇਗਾ। ਪਰ ਉਹਨੂੰ ਬਣਾਉਣ ਲਈ, ਉਹਨੂੰ ਲੱਭਣ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਬਦਾਮ ਹੈ, ਉਹਦੇ ਉੱਪਰ ਛਿੱਲੜ ਹੈ, ਉਹ ਭੰਨਣਾ ਪਵੇਗਾ, ਉਹਦੇ ਵਿੱਚੋਂ ਗਿਰੀ ਨਿਕਲੇਗੀ, ਫਿਰ ਉਹਦੇ ਵਿੱਚੋਂ ਬਦਾਮ ਰੋਗਨ ਨਿਕਲੇਗਾ। ਯਾਨੀ ਕਿ ਤੱਤ ਪ੍ਰਾਪਤ ਕਰਨ ਵਾਸਤੇ ਸਾਨੂੰ ਬੜੀ ਮਿਹਨਤ ਕਰਨੀ ਪੈਂਦੀ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ, ਸਭ ਤੋਂ ਪਹਿਲਾਂ ਮੂਲ ਰੱਖਿਆ, ਸਭ ਤੋਂ ਪਹਿਲਾਂ ਤੱਤ ਹੀ ਰੱਖ ਦਿੱਤਾ ਤਾਂ ਕਿ ਅਸੀਂ ਚੰਗੀ ਤਰ੍ਹਾਂ ਸਮਝ ਸਕੀਏ, ਚੰਗੀ ਤਰ੍ਹਾਂ ਜਾਣ ਸਕੀਏ। ਮੂਲ ਮੰਤਰ ਭਾਵ ਅਕਾਲ ਪੁਰਖ ਵਾਹਿਗੁਰੂ ਜੀ ਬਾਰੇ ਕੱਲ ਨੂੰ ਕੋਈ ਪੁੱਛੇ ਵੀ ਰੱਬ ਕਿਸ ਨੂੰ ਕਿਹਾ ਜਾਂਦਾ ਹੈ, ਰੱਬ ਬਾਰੇ ਤੁਸੀਂ ਕੀ ਜਾਣਦੇ ਹੋ, ਤਾਂ ਜੇ ਅਸੀਂ ਮੂਲ ਮੰਤਰ ਨੂੰ ਸਮਝ ਗਏ ਤਾਂ ਅਸੀਂ ਉਹਨੂੰ ਸਮਝਾਉਣ ਜੋਗੇ ਹੋਵਾਂਗੇ ਵੀ ਰੱਬ ਜੀ ਦੇ ਬਾਰੇ ਕੀ ਵਿਚਾਰ ਹੈਗੇ ਨੇ। ਆਓ ਇਹਨੂੰ ਸਮਝਣ ਦਾ ਯਤਨ ਕਰੀਏ। ਕੱਲ ਵੀ ਥੋੜਾ ਝਲਕਾਰਾ ਲਿਆ ਸੀ। ਸਭ ਤੋਂ ਪਹਿਲਾ ਅੱਖਰ, ਸਭ ਤੋਂ ਪਹਿਲਾ ਅੱਖਰ, ਇਸੇ ਅੱਖਰ ਨੂੰ ਜੇ ਆਪਾਂ ਸਮਝ ਆਵਾਂਗੇ ਨਾ ਤਾਂ ਵਿਸ਼ਵ ਸ਼ਾਂਤੀ ਹੋ ਜਾਏਗੀ। ਵਿਸ਼ਵ ਸ਼ਾਂਤੀ ਕਿਵੇਂ? ਰੱਬ ਇੱਕ ਹੈ। ਹੁਣ ਅੱਜ ਕਿੰਨੀਆਂ ਲੜਾਈਆਂ ਵੇਖੋ। ਹਿੰਦੂ ਵੀਰ ਸੋਚਦਾ ਵੀ ਮੇਰਾ ਰੱਬ ਹੋਰ ਹੈ, ਮੁਸਲਮਾਨ ਵੀਰ ਸੋਚਦਾ ਮੇਰਾ ਰੱਬ ਹੋਰ ਹੈ, ਸਿੱਖ ਵੀਰ ਸੋਚੇ ਮੇਰਾ ਰੱਬ ਹੋਰ ਹੈ, ਈਸਾਈ ਸਮਝੇ ਮੇਰਾ ਰੱਬ ਹੋਰ ਹੈ। ਪਰ ਜੇ ਸਾਰੇ ਸਮਝ ਲੈਣ ਇੱਕੋ ਹੀ ਹੈ, ਵੱਖਰੇ ਵੱਖਰੇ ਨਹੀਂ ਹੈ, ਲੜਾਈ ਸਮਾਪਤ ਹੋ ਗਈ। ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਹੈ। ਇੱਕ ਦਾ ਅਰਥ ਇਹ ਵੀ ਹੁੰਦਾ ਵੀ ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। ਫਿਰ ਰਹਿੰਦਾ ਕਿੱਥੇ ਹੈ? ਇਹਦੇ ਵਿੱਚ ਵੀ ਲੜਾਈ ਹੈ। ਕੋਈ ਕਹਿੰਦਾ ਪੱਛਮ ਦਿਸ਼ਾ ਵਿੱਚ ਹੈ, ਕੋਈ ਕਹਿੰਦਾ ਜਿਹੜਾ ਹੈਗਾ ਉਹ ਦੱਖਣ ਦਿਸ਼ਾ ਦੇ ਵਿੱਚ ਹੈ, ਕੋਈ ਕਹਿੰਦਾ ਮੰਦਿਰ ਦੇ ਵਿੱਚ ਹੈ, ਕੋਈ ਕਹਿੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਹੈ। ਧੰਨ ਗੁਰੂ ਨਾਨਕ ਸਾਹਿਬ ਕੀ ਕਹਿੰਦੇ? ਕਹਿੰਦੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਤੇ ਉਹ ਸਾਰਿਆਂ ਦੇ ਵਿੱਚ ਰਹਿੰਦਾ ਹੈ, ਸਾਰਿਆਂ ਦੇ ਵਿੱਚ। ਇਹ ਅਰਥ ਤੁਹਾਨੂੰ ਯਾਦ ਹੋਣਗੇ ਕਿਉਂਕਿ ਬਹੁਤ ਲੰਮਾ ਸਮਾਂ ਤੁਸੀਂ ਕੈਂਪ ਲਗਾਏ ਨੇ। ਪਰ ਗੱਲ ਇੱਥੇ ਮੁੱਕਦੀ ਥੋੜੀ ਨਾ। ਇਹ ਤੇ ਅਰਥ ਹੈ ਵੀ ਰੱਬ ਇੱਕ ਹੈ, ਸਰਵ ਵਿਆਪਕ ਹੈ। ਇਹਦੇ ਤੋਂ ਅਸੀਂ ਸਿੱਖਿਆ ਕੀ? ਸਾਡੇ ਜੀਵਨ ਵਿੱਚ ਕੀ ਤਬਦੀਲੀ ਆਈ? ਤੁਹਾਨੂੰ ਕੋਈ ਪੁੱਛੇ ਵੀ ਇਹ ਤਾਂ ਅਰਥ ਹੈ, ਇਹ 'ਚ ਤੁਹਾਨੂੰ ਕੀ ਫਰਕ ਪਿਆ? ਲੋ ਜੀ, ਜਿਨ੍ਹਾਂ ਨੂੰ ਫਰਕ ਪਿਆ ਮੈਂ ਇੱਕ ਘਟਨਾ ਸਾਂਝੀ ਕਰਦਾ। ਇੱਕ ਗਵਾਂਢੀ ਹੈ, ਉਹਦਾ ਸੁਭਾਅ ਜਿਹੜਾ ਹੈ ਨਾ ਉਹ ਈਰਖਾਲੂ ਹੈ। ਆਪਣੇ ਗਵਾਂਢੀ ਦੀ ਕਦੇ ਉਸਨੇ ਉਸਤਤ ਨਹੀਂ ਕਰੀ, ਉਹਦੀਆਂ ਗਲਤੀਆਂ ਕੱਢਣੀਆਂ, ਦੂਸਰੇ ਮਨੁੱਖਾਂ ਦੇ ਸਾਹਮਣੇ ਉਹਦੀ ਬਦਖੋਈ ਕਰਨੀ,
घर विच कोई सुख दुख का समागम है उन्होंने बुलाना ही नहीं, उन्होंने अवॉइड करना। सगों जदों उन्होंने वेख लिया मत्थे ते चूड़ियां पा लैनियां, कहण दा मतलब भी उन्होंने चंगा नहीं सी समझदा ते नाल चंगा विहार नहीं सी करदा। एक दिन ऐसा होया उसदा एक बच्चा किसी कारण करके एक्सीडेंट कह लीए, डिग गया, कुछ कह लीए, वो जख्मी हालत विच पिया है ते घर होर कोई भी नहीं, गड्डी भी नहीं है, ओदी माता है। अचानक जिसकी बदखोई करदा सी ना ओदी नजर पई, वो फटाफट अपनी गड्डी लैके आया, उसनूं बिठाया बच्चे नूं ते एकदम हॉस्पिटल ले जाके सारा खर्चा भी आप कीता, भज नट भी कीती ते कहण दा भाव है उहनूं बचा लिया चंगे ढंग दे नाल। हुण जदों वो दूसरा आउंदा वो सोचदा भी मैं ते हमेशा इहदी बदखोई कीती है, मैं ते हमेशा दी बेइज्जती कीती है, भी इहने सारा कुछ भुल के मेरे बच्चे नूं बचा लिया। वो पुछदा है, वो कहंदा है भी मैनूं एक गल दसो भी मैं तुहाडे नाल कदे चंगा सलूक नहीं कीता, अज तुहाडे कोल मौका सी बदला लैण दा, पर तुसीं मेरे बच्चे दी जान बचाई है, भी मैनूं दस सकदे हो भी इह किस तरह? ते अग्गों ने जवाब दिता, कहण लगा भी मैं तेरे नाल कदे बुरा कर ही नहीं सकदा, तेरे नाल की मैं किसे नाल भी बुरा नहीं कर सकदा। क्यों? क्योंकि बाबे नानक ने मेरे अंदर एक ओंकार समझा दिता, मैनू ते तेरे अंदर भलिया रब नजर आउंदा है, तेरे बच्चे अंदर रब नजर आउंदा है, मैं सब तो पहला जो बाहर निकलदा मैनू तेरा घर नजर आउंदा है, ते मैनू ते सारे पासे रब नजर आउंदा है। दस मैं रब दी सेवा करांगा कि रब कोलों कोई बदला लवांगा? आ है सिखण दी गल, खाली पढ़ना नहीं है, अपने अंदर प्यार पैदा करो। नानक नाम चढ़दी कला, तेरे भाणे सरबत दा भला। ये कदों मंगांगे? जे सारियां विच रब नूं महसूस करांगे ताई ना। मेरे मालिक ने समझाया रब वो है जिहदे वर्गा होर दूजा कोई नहीं, तो सारियां दे विच रह रिहा है। दूसरी गल सतनाम, सतनाम का मतलब है ओदी हस्ती हमेशा कायम रहने वाली। देखो मेरी हस्ती खत्म हो जानी है, देखो जसपाल सिंह वीर जी चले गए ना, वो भी क्लासां लैंदे सी, असीं भी टुर जाना, किसी दी हस्ती कायम रहने वाली नहीं है। कि रब भी जान वाला है? जसपाल सिंह वीर जी विच रब रहिंदा सी ना, कि जसपाल सिंह जी के नाल रब भी चले गया? नहीं, ओदी हस्ती हमेशा कायम रहने वाली है। चलो असीं बहुते अर्थ डूंघाई विच ना ही समझीए, ਅਸੀਂ ਇੱਕ ਅਰਥ ਲੈਨੇ ਰੱਬ ਸੱਚਾ ਹੈ, ਸੱਚਾ ਹੁੰਦਾ ਹਮੇਸ਼ਾ ਕਾਇਮ ਰਹਿਣ ਵਾਲਾ। ਤੇ ਕੋਈ ਪੁੱਛੇ ਵੀ ਤੂੰ ਸਤਨਾਮ ਸਤਨਾਮ ਬਹੁਤ ਜਪਦਾ, ਇਹ ਤੂੰ ਸਿੱਖਿਆ ਕੀ? ਤੇ ਘੱਟੋ ਘੱਟ ਅਸੀਂ ਇੰਨੇ ਹੀ ਕਹਿ ਦੇ ਵੀ ਮੈਂ ਹੁਣ ਝੂਠ ਨਹੀਂ ਬੋਲਦਾ। ਸਤਨਾਮ ਸ਼ਬਦ ਮੈਨੂੰ ਇਹ ਪ੍ਰੇਰਿਤ ਕਰਦਾ ਹੈ ਕਿ ਮੈਂ ਝੂਠ ਨਹੀਂ ਬੋਲਣਾ, ਮੈਂ ਸੱਚ ਹੀ ਬੋਲਣਾ ਹੈ। ਇੰਨੇ ਹੀ ਸਿੱਖ ਲਈ ਅਸੀਂ, ਕੁਝ ਤੇ ਲਾਭ ਹੋਵੇ ਨਾ। मेरे मालिक ने समझाया रब वो है जो हमेशा कायम रहने वाला है। फिर पर झूठ बोल क्यों बोलिए? क्योंकि झूठ कदे रहने वाला नहीं, झूठ के पांव नहीं होते। क्यों? आज नहीं तो कल पता लग जाना, पर सच हमेशा कायम रहने वाला होता है। एक ओंकार सतनाम करता पुरख, रब वो है जिन्हें सब कुछ बनाया, सब कुछ। सूरज भी, चंद्रमा भी, ਵੱਡੀਆਂ ਵੱਡੀਆਂ ਚੀਜ਼ਾਂ ਰੱਬ ਨੇ ਤੇ ਬਣਾ ਦਿੱਤੀਆਂ, ਤੇ ਅਸੀਂ ਰੱਬ ਨੂੰ ਮੰਨਣ ਵਾਲੇ ਆ। ਫਿਰ ਅਸੀਂ ਕੀ ਸਿੱਖੀਏ? ਅਸੀਂ ਬਹਿ ਕੇ ਕੁਰਸੀਆਂ ਤੋੜੀਏ? ਅਸੀਂ ਆਲਸੀ ਬਣ ਜਾਈਏ? ਨਹੀਂ ਨਹੀਂ, ਅਸੀਂ ਤੇ ਸਗੋਂ ਭੱਜ ਭੱਜ ਕੇ ਕੰਮ ਕਰੀਏ। ਇੱਕ ਬੱਚਾ ਜਿਹਨੂੰ ਕਰਤਾ ਪੁਰਖ ਸਮਝ ਆ ਜਾਏਗਾ ਨਾ, ਉਹ ਆਪਣਾ ਹੋਮਵਰਕ ਕਦੇ ਛੱਡੇਗਾ ਨਹੀਂ, ਉਹ ਆਪਣੀ ਸਟੱਡੀ ਕਦੇ ਛੱਡੇਗਾ ਨਹੀਂ, ਉਹ ਹੋਰ ਮਿਹਨਤ ਕਰੇਗਾ। ਗੱਲ ਇਹ ਨਹੀਂ ਕਿ ਨੰਬਰ ਲੈਣ ਲਈ ਪੜ੍ਹਨਾ ਹੈ, ਮਿਹਨਤ ਇਸ ਕਰਕੇ ਨਹੀਂ ਕਰਨੀ ਵੀ ਕਾਗਜ਼ ਦੇ ਟੁਕੜੇ ਹੈ ਤੇ ਨੰਬਰ ਅਸੀਂ ਵੱਧ ਲਿਖਾ ਲਈਏ। ਨਹੀਂ ਨਹੀਂ, ਅਸੀਂ ਗਿਆਨਵਾਨ ਸਿਆਣੇ ਬਣਨ ਵਾਸਤੇ ਪੜ੍ਹਦੇ ਪਏ ਹਾਂ। ਕਰਤਾ ਪੁਰਖ ਸਾਨੂੰ ਮਜਬੂਰ ਕਰ ਦੇਵੇ ਵੀ ਜੇ ਰੱਬ ਸਭ ਕੁਝ ਕਰਨ ਵਾਲਾ ਹੈ ਤੇ ਮੈਂ ਆਲਸੀ ਕਿਉਂ, ਮੈਂ ਦਲਿਦਰੀ ਕਿਉਂ? ਆ ਬੱਚੇ ਕਈ ਕਲਾਸ ਲਗਾ ਰਹੇ ਹੋਣਗੇ, ਦੇਖੋ ਮਾਂ ਨੇ ਪ੍ਰਸ਼ਾਦਾ ਬਣਾ ਦਿੱਤਾ, ਸਾਨੂੰ ਦੇ ਵੀ ਦਿੱਤਾ, ਤੇ ਅਸੀਂ ਝੂਠੇ ਭਾਂਡੇ ਵੀ ਨਹੀਂ ਆਪਣੇ ਚੁੱਕ ਸਕਦੇ। ਹੈਲੋ ਡਟੀ ਅਸੀਂ ਕਰਤਾ ਪੁਰਖ ਪੜਨ ਵਾਲੇ ਆ, ਘੱਟੋ ਘੱਟ ਆਪਣੇ ਝੂਠੇ ਭਾਂਡੇ ਤੇ ਚੁੱਕੀਏ। ਕਰਤਾ ਪੁਰਖ ਕਰਨ ਵਾਲਾ ਆਪਣੇ ਬੂਟ ਵੀ ਨਹੀਂ ਚੰਗੇ ਟਿਕਾਣੇ ਤੇ ਲਾ ਸਕਦਾ, ਉਤਾਰ ਸਕਦਾ, ਆਪਣੇ ਕੱਪੜੇ ਵੀ ਚੰਗੇ ਢੰਗ ਨਾਲ ਨਹੀਂ ਰੱਖ ਸਕਦਾ।
ਕਰਤਾ ਪੁਰਖ ਸਾਨੂੰ ਕੰਮ ਕਰਨ ਦੀ ਜਾਚ ਸਿਖਾਏਗਾ। ਮਾਤਾ ਪਿਤਾ ਦੇ ਨਾਲ ਹੱਥ ਵਟਾਵਾਂਗੇ ਅਸੀਂ ਕਿ ਅਸੀਂ ਝਾੜੂ ਨਹੀਂ ਮਾਰ ਸਕਦੇ, ਕਿ ਅਸੀਂ ਪੋਚਾ ਨਹੀਂ ਮਾਰ ਸਕਦੇ, ਕਿ ਅਸੀਂ ਪ੍ਰਸ਼ਾਦੇ ਤਿਆਰ ਨਹੀਂ ਕਰ ਸਕਦੇ, ਕਿ ਅਸੀਂ ਭਾਂਡੇ ਨਹੀਂ ਮਾਂਜ ਸਕਦੇ, ਕਿ ਅਸੀਂ ਬਾਜ਼ਾਰ ਤੋਂ ਸਬਜ਼ੀ ਨਹੀਂ ਲਿਆ ਸਕਦੇ। ਕਰ ਸਕਦੇ ਆ, ਪਰ ਚਾਅ ਨਾਲ ਉਦੋਂ ਕਰਾਂਗੇ ਜਦੋਂ ਸਾਨੂੰ ਕਰਤਾ ਪੁਰਖ ਤੋਂ ਕੁਝ ਸਿੱਖਣ ਦੀ ਐਨ ਸਾਡੇ ਰੂਹ ਤੱਕ ਉਹ ਗੱਲ ਉਤਰ ਜਾਏਗੀ ਵੀ ਰੱਬ ਸਭ ਕੁਝ ਕਰਨ ਵਾਲਾ ਹੈ, ਮੈਂ ਵਿਹਲੜ ਨਹੀਂ ਰਹਿਣਾ, ਮੈਂ ਆਲਸੀ ਨਹੀਂ ਬਣਨਾ, ਮੈਂ ਮਿਹਨਤੀ ਬਣਨਾ। ਅਗਲਾ ਸ਼ਬਦ ਹੈ ਨਿਰਭਉ, ਨਿਰਵੈਰ, ਡਰ ਭਾਵਨਾ ਤੋਂ ਰਹਿਤ, ਵੈਰ ਭਾਵਨਾ ਤੋਂ ਰਹਿਤ। ਅਸੀਂ ਡਰਾਕਲ ਵੀ ਨਹੀਂ ਤੇ ਅਸੀਂ ਕਿਤੇ ਦੁਸ਼ਮਣ ਵੀ ਨਹੀਂ। ਇਹ ਆਪਣੇ ਅੰਦਰ ਧਾਰਨ ਕਰ ਲਈਏ। ਸਾਨੂੰ ਡਰ ਬਹੁਤ ਜ਼ਿਆਦਾ ਹੈ, ਕੀ ਬਣੇਗਾ, ਕੱਲ ਕੀ ਹੋਏਗਾ, ਇਦਾਂ ਹੋ ਜਾਏਗਾ। ਡਰਨ ਦੇ ਨਾਲ ਤੇ ਸਮੱਸਿਆ ਨਹੀਂ ਨਾ ਦੂਰ ਹੁੰਦੀ। ਲੋਕ ਕੀ ਕਹਿਣਗੇ, ਡਰਨ ਦੇ ਨਾਲ ਤੇ ਸਮੱਸਿਆ ਨਹੀਂ ਨਾ ਦੂਰ ਹੁੰਦੀ। ਫਿਰ ਮੇਰ ਤੇ ਰੱਖਣੀ, ਉਹ ਸਾਡਾ ਨਹੀਂ ਹੈ, ਉਹ ਤੇ ਬੇਗਾਨਾ ਹੈ, ਅਸੀਂ ਉਹਦਾ ਕੰਮ ਕਿਉਂ ਕਰੀਏ। ਇਹਦਾ ਮਤਲਬ ਸਾਡੇ 'ਚ ਵੈਰ ਭਾਵਨਾ ਹੈ। ਅਸੀਂ ਸਾਰਿਆਂ ਵਿੱਚ ਰੱਬ ਦੀ ਜੋਤ ਨਹੀਂ ਵੇਖ ਸਕੇ। ਜੇ ਸਾਰਿਆਂ ਅੰਦਰ ਰੱਬ ਹੈ, ਦੱਸੋ ਡਰਨਾ ਕਿਹਦੇ ਕੋਲੋਂ ਹੈ। ਜੇ ਸਾਰਿਆਂ ਅੰਦਰ ਰੱਬ ਹੈ, ਦੱਸੋ ਵੈਰ ਭਾਵਨਾ ਕਿਹਦੇ ਨਾਲ ਰੱਖ ਸਕਦੇ ਆ। ਸੋ ਇਸ ਗੱਲ ਨੂੰ ਸਮਝੀਏ, ਰੱਬ ਵਿੱਚ ਡਰ ਭਾਵਨਾ ਨਹੀਂ ਹੈ, ਰੱਬ ਵਿੱਚ ਵੈਰ ਭਾਵਨਾ ਨਹੀਂ ਹੈ, ਤੇ ਅਸੀਂ ਵੀ ਤੇ ਰੱਬ ਵਰਗਾ ਬਣਨਾ ਹੈ ਨਾ। ਸਾਡੇ ਵਿੱਚ ਵੀ ਤੇ ਗੁਣ ਹੋਣੇ ਚਾਹੀਦੇ ਹੈ ਨਾ। ਅਕਾਲ ਮੂਰਤ, ਸਮੇਂ ਦਾ ਉਹਦੇ ਉੱਤੇ ਪ੍ਰਭਾਵ ਨਹੀਂ ਹੈ। ਸਾਡੇ ਉੱਤੇ ਤਾਂ ਨਹੀਂ ਕਿਤੇ ਸਮੇਂ ਦਾ ਪ੍ਰਭਾਵ ਪੈ ਰਿਹਾ। ਸਾਡੇ ਕੋਲ ਜ਼ਿਆਦਾ ਪੈਸੇ ਆ ਜਾਣ ਤਾਂ ਵੀ ਸਾਡਾ ਦਿਮਾਗ ਖਰਾਬ ਹੋ ਜਾਂਦਾ, ਸਮੇਂ ਨੇ ਪ੍ਰਭਾਵ ਪਾ ਦਿੱਤਾ। ਜੇ ਸਾਡੇ ਘਰ ਵਿੱਚ ਕੋਈ ਕਸ਼ਟ ਆ ਜਾਏ ਤਾਂ ਵੀ ਆਪਾਂ ਰੋਣ ਲੱਗ ਪੈਂਦੇ ਆ, ਤਾਂ ਵੀ ਸਮੇਂ ਨੇ ਪ੍ਰਭਾਵ ਪਾ ਦਿੱਤਾ। ਮੈਨੂੰ ਇੱਕ ਕਹਾਣੀ ਚੇਤੇ ਆ ਗਈ। ਵੇਖੋ ਸਮੇਂ ਤੋਂ ਅਸੀਂ ਕਿਵੇਂ ਪ੍ਰਭਾਵਿਤ ਹੁੰਦੇ ਆ। ਇੱਕ ਮਨੁੱਖ ਦੌੜਿਆ ਦੌੜਿਆ ਹੁੰਦਾ, ਕਹਿੰਦਾ ਬਈ ਕਮਾਲ ਹੋ ਗਈ, ਕਮਾਲ ਹੋ ਗਈ, ਤੂੰ ਕਰੋੜਪਤੀ ਬਣ ਗਿਆ, ਆਹ ਦੇਖ ਤੇਰੀ ਲਾਟਰੀ ਨਿਕਲ ਗਈ। ਕਹਿੰਦਾ ਹੈ, ਮੈਂ ਕਰੋੜਪਤੀ ਬਣ ਗਿਆ। ਕਹਿੰਦਾ ਹਾਂ। ਇੰਨਾ ਜ਼ਿਆਦਾ ਖੁਸ਼ ਹੋਇਆ, ਉਹਨੂੰ ਹਾਰਟ ਅਟੈਕ ਆਇਆ, ਉਹ ਮਰ ਗਿਆ। ਬਿਲਕੁਲ ਉਸੇ ਸਮੇਂ ਦੂਜੀ ਘਟਨਾ ਘਟੀ। ਇੱਕ ਮਨੁੱਖ ਦੌੜਦਾ ਦੌੜਦਾ ਆਇਆ, ਕਹਿੰਦਾ ਲਾਲਾ ਜੀ ਬੜਾ ਕੰਮ ਖਰਾਬ ਹੋ ਗਿਆ, ਤੁਹਾਨੂੰ ਘਾਟਾ ਪੈ ਗਿਆ ਲੱਖਾਂ ਰੁਪਇਆਂ ਦਾ। ਮੈਨੂੰ ਲੱਖਾਂ ਰੁਪਏ ਦਾ ਘਾਟਾ ਪੈ ਗਿਆ। ਕਹਿੰਦਾ ਹਾਂ। ਉਹਨੂੰ ਹਾਰਟ ਅਟੈਕ ਆਇਆ, ਉਹ ਵੀ ਮਰ ਗਿਆ। ਇਹਦਾ ਮਤਲਬ ਕੀ ਹੋਇਆ, ਜਿਹਦੇ ਕੋਲ ਪੈਸੇ ਆਏ ਉਹ ਵੀ ਉਸ ਹਾਲਾਤ ਨੂੰ ਸੰਭਾਲ ਨਹੀਂ ਸਕਿਆ, ਜਿਹਦੇ ਕੋਲੋਂ ਪੈਸੇ ਚਲੇ ਗਏ ਉਹ ਵੀ ਉਸ ਹਾਲਾਤ ਨੂੰ, ਸਮੇਂ ਨੂੰ ਸੰਭਾਲ ਨਹੀਂ ਸਕਿਆ। ਅਸੀਂ ਐਵੇਂ ਸਮੇਂ ਤੋਂ ਪ੍ਰਭਾਵਿਤ ਨਹੀਂ ਹੋਣਾ। ਕਈ ਲੋਕ ਡਿਪਰੈਸ਼ਨ ਵਿੱਚ ਚਲੇ ਜਾਂਦੇ ਨੇ, ਕਿਉਂ, ਸਮਾਂ ਐਸਾ ਸੀ ਜੀ, ਇਹ ਹਾਲਾਤ ਐਸੇ ਸਨ। ਨਹੀਂ, ਬੇਸ਼ੱਕ ਸਾਡੇ ਸਰੀਰ ਉੱਤੇ ਸਮੇਂ ਨੇ ਪ੍ਰਭਾਵ ਪਾਉਣਾ ਹੈ, ਪਰ ਸਾਡੀ ਸੋਚ ਉੱਤੇ, ਸਾਡੇ ਅੰਦਰਲੇ ਜੀਵਨ ਦੇ ਉੱਤੇ ਇਹ ਸਮਾਂ ਪ੍ਰਭਾਵਿਤ ਨਾ ਹੋਵੇ। ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀਏ। ਅਸੀਂ ਇਹ ਤੇ ਸਿੱਖ ਲਈਏ, ਅਕਾਲ ਮੂਰਤ ਤੋਂ ਅਸੀਂ ਰੱਬ ਵਰਗੇ ਬਣਨਾ ਹੈ। ਅਜੂਨੀ, ਰੱਬ ਜੂਨਾ ਵਿੱਚ ਨਹੀਂ ਆਉਂਦਾ। ਤੇ ਅਸੀਂ ਵੀ ਤੇ ਕੁਝ ਐਸਾ ਕਰੀਏ ਨਾ। ਦੇਖੋ, ਕਦੇ ਤੁਸੀਂ ਸੁਣਿਆ, ਕਦੇ ਤੁਹਾਨੂੰ ਕਿਸੇ ਨੇ ਕਿਹਾ ਆ ਬੰਦਾ ਬਣ ਬੰਦਾ। ਮੈਨੂੰ ਤੇ ਬਹੁਤ ਛੋਟੇ ਹੁੰਦੇ ਕਹਿੰਦੇ ਰਹੇ, ਸ਼ਾਇਦ ਤੁਹਾਨੂੰ ਵੀ ਕਈ ਨੇ ਕਿਹਾਗਾ ਬਾਂਦਰ। ਲੜਾਈ ਵਿੱਚ ਕਈ ਵਾਰ ਅਸੀਂ ਜਾਨਵਰਾਂ ਦੇ ਨਾਮ ਨਹੀਂ ਲੈਂਦੇ, ਇਹ ਤੇ ਕੁੱਤਾ ਹੈ, ਕੁੱਤਾ, ਇਹ ਵੀ ਕਹਿ ਦਿੰਦੇ ਆਪਾਂ। ਕਦੇ ਕਿਸੇ ਖੋਤੇ ਨੂੰ ਕਿਸੇ ਨੇ ਕਿਹਾ ਵੀ ਤੂੰ ਖੋਤਾ ਬਣ, ਉਹ ਤਾਂ ਪਹਿਲੇ ਖੋਤਾ ਹੈ। ਪਰ ਬੰਦੇ ਨੂੰ ਕਿਹਾ ਜਾਂਦਾ ਬੰਦਾ ਬਣ ਬੰਦਾ। ਇਹਦਾ ਮਤਲਬ ਇਹ ਮਨੁੱਖ ਪਤਾ ਨਹੀਂ ਕਿੰਨੀਆਂ ਕਿ ਜੂਨਾਂ ਵਿੱਚ ਭਟਕ ਰਿਹਾ ਹੈ। ਕਦੇ ਇਹ ਕੁੱਤੇ ਵਰਗਾ ਲਾਲਚੀ ਹੈ, ਕਦੇ ਇਹ ਬਘਿਆੜ ਵਰਗਾ ਜ਼ਾਲਮ ਹੈ, ਕਦੇ ਲੂੰਬੜੀ ਵਰਗਾ ਚਲਾਕ ਹੈ, ਕਦੇ ਸੱਪ ਵਰਗਾ ਜ਼ਹਿਰੀਲਾ ਹੈ, ਕਦੇ ਇਹ ਹਲਕਾਏ ਕੁੱਤੇ ਵਾਂਗੂ ਪੈਂਦਾ ਦੂਜਿਆਂ ਨੂੰ, ਤਾਂ ਇਹ ਕਹਿਣਾ ਪੈਂਦਾ ਤੂੰ ਬੰਦਾ ਬਣ। ਅਸੀਂ ਤੇ ਇਸ ਜੂਨ ਵਿੱਚ ਹੀ ਬੜੀਆਂ ਜੂਨਾਂ ਭੋਗੀ ਜਾ ਰਹੇ ਹਾਂ। ਅਸੀਂ ਜੇ ਅਜੂਨੀ ਜਪਦੇ ਹਾਂ ਤੇ ਆਪਣੇ ਆਪ ਨੂੰ ਅਸੀਂ ਰੱਬ ਵਰਗਾ ਬਣਾ ਕੇ ਰੱਖੀਏ, ਜਾਨਵਰਾਂ ਵਰਗਾ ਬਣਾ ਕੇ ਨਾ ਰੱਖੀਏ। ਸੈ ਭੰ, ਰੱਬ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਉਹ ਆਜ਼ਾਦ ਹੈ, ਸੁਤੰਤਰ ਹੈ, ਕਿਸੇ ਦੂਜੇ ਕਰਕੇ ਉਹਦੀ ਹੋਂਦ ਨਹੀਂ ਹੈ। ਆਪਾਂ ਵੀ ਸੁਤੰਤਰ ਹੋ ਜਾਈਏ। ਦੇਖੋ, ਅਸੀਂ ਤੇ ਬੜੇ ਫਸੇ ਬੈਠੇ ਹਾਂ। ਅਸੀਂ ਆਪਣੀਆਂ ਕਮਜ਼ੋਰੀਆਂ ਤੋਂ ਆਜ਼ਾਦ ਹੋਈਏ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦਵੈਸ਼, ਨਿੰਦਿਆ, ਚੁਗਲੀ, ਭ੍ਰਸ਼ਟਾਚਾਰੀ, ਮੇਰ ਤੇਰ,
ਅਸੀਂ ਫਸੇ ਹੋਏ ਆ ਨਾ ਇਹਦੇ ਵਿੱਚ। ਜੇ ਰੱਬ ਆਪਣੇ ਆਪ ਤੋਂ ਪ੍ਰਕਾਸ਼ ਹੈ, ਅਸੀਂ ਵੇਖੀਏ ਵੀ ਸਾਡੇ ਅੰਦਰੋਂ ਕੌਣ ਬੋਲਦਾ, ਅਸੀਂ ਕਿਤੋਂ ਪ੍ਰਭਾਵਿਤ ਹਾਂ। ਕੋਈ ਬੰਦਾ ਕਾਮ ਦੇ ਅਧੀਨ ਬੋਲ ਰਿਹਾ, ਕੋਈ ਕ੍ਰੋਧ ਦੇ ਅਧੀਨ ਬੋਲ ਰਿਹਾ, ਕੋਈ ਲੋਭ ਦੇ ਅਧੀਨ ਬੋਲ ਰਿਹਾ। ਅਸੀਂ ਵੀ ਆਜ਼ਾਦ ਹੋਈਏ, ਆਪਾਂ ਵੀ ਸੁਤੰਤਰ ਹੋਈਏ, ਆਪਣੀਆਂ ਕਮਜ਼ੋਰੀਆਂ ਤੋਂ ਹੋਈਏ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਰੱਬ ਜੀ ਮਿਲਦੇ ਆ। ਜਪਜੀ ਸਾਹਿਬ ਵਿੱਚ ਸਭ ਤੋਂ ਪਹਿਲਾਂ ਸਮਝਾਇਆ, ਭਲਾ ਮੇਰੇ ਉੱਤੇ ਗੁਰੂ ਕਿਉਂ ਕਿਰਪਾ ਕਰੇ, ਮੈਂ ਕੀ ਐਸਾ ਕੀਤਾ ਵੀ ਗੁਰੂ ਜੀ ਖੁਸ਼ ਹੋ ਜਾਣ ਮੇਰੇ ਉੱਤੇ। ਕਦੇ ਸੋਚਿਆ? ਰੱਬ ਜੀ ਤੇ ਗੁਰੂ ਦੀ ਕਿਰਪਾ ਨਾਲ ਮਿਲਣੇ ਆ ਨਾ, ਪਰ ਕਦੇ ਸੋਚੋ ਮੇਰੇ ਉੱਤੇ ਗੁਰੂ ਕਿਰਪਾ ਕਿਉਂ ਕਰੇ, ਮੈਨੂੰ ਕਿਉਂ ਚੁਣੇ ਆਪਣੀ ਕਿਰਪਾ ਵਾਸਤੇ, ਮੇਰੇ ਚ ਕੀ ਖਾਸੀਅਤ ਹੈ। ਜੇ ਆਪਾਂ ਗੁਰੂ ਨੂੰ ਖੁਸ਼ ਕਰਾਂਗੇ ਤਾਂ ਹੀ ਕਿਰਪਾ ਹੋਏਗੀ ਨਾ। ਗੁਰੂ ਨੂੰ ਖੁਸ਼ ਕਰਨ ਦਾ ਮਤਲਬ ਵੀ ਅਸੀਂ ਗੁਰੂ ਜੀ ਦੀ ਗੱਲ ਮੰਨਾਂਗੇ, ਉਸ ਅਨੁਸਾਰ ਚੱਲਾਂਗੇ, ਤਾਂ ਹੀ ਗੁਰੂ ਦੀ ਕਿਰਪਾ ਹੋਏਗੀ। ਸੋ ਖਾਲੀ ਮੂਲ ਮੰਤਰ ਨੂੰ ਪੜ੍ਹਨਾ ਹੀ ਨਹੀਂ ਹੈ, ਇਹਦੇ ਵਿੱਚੋਂ ਸਿੱਖਣਾ ਵੀ ਹੈ। ਕੁਝ ਸਾਨੂੰ ਸੁਨੇਹੇ ਦਿੱਤੇ ਗਏ ਨੇ ਵੀ ਜੇ ਰੱਬ ਵਿੱਚ ਇਹ ਗੁਣ ਹੈ ਤੇ ਤੂੰ ਰਾਮ ਕੀ ਅੰਸ਼ ਹੈ, ਤੇਰੇ ਵਿੱਚ ਵੀ ਇਹ ਗੁਣ ਹੋਣੇ ਚਾਹੀਦੇ ਨੇ, ਤੇ ਆਪਾਂ ਰੱਬ ਵਰਗੇ ਬਣਨਾ ਹੈ ਇਸ ਜਨਮ ਦੇ ਵਿੱਚ। ਅੱਗੇ ਬਾਣੀ ਦਾ ਸਿਰਲੇਖ ਹੈ ਜਪ। ਜਪ ਦਾ ਅਰਥ ਹੈ ਸਿਮਰਨ। ਬੜੇ ਬੰਦੇ ਕਹਿੰਦੇ ਸਿਮਰਨ ਕਿਵੇਂ ਕਰੀਏ ਜੀ, ਦੱਸੋ। ਪਹਿਲੀ ਬਾਣੀ ਜਿਹਦਾ ਨਾਂ ਹੀ ਸਿਮਰਨ ਹੋਵੇ ਤੇ ਉਹਨਾਂ ਦਾ ਸਵਾਲ ਇਹ ਹੋਵੇ ਵੀ ਸਿਮਰਨ ਕਿਵੇਂ ਕਰੀਦਾ। ਇਹਦਾ ਮਤਲਬ ਆਪਾਂ ਜਪਜੀ ਸਾਹਿਬ ਨੂੰ ਸਮਝਿਆ ਹੀ ਨਹੀਂ ਹੈਗਾ, ਤਾਂ ਹੀ ਸਾਨੂੰ ਨਹੀਂ ਪਤਾ ਸਿਮਰਨ ਕਿਵੇਂ ਕਰੀਦਾ। ਪਹਿਲੀ ਬਾਣੀ ਹੀ ਸਿਮਰਨ ਹੈ। ਜਪ ਦਾ ਅਰਥ ਹੈ ਸਿਮਰਨ। ਉਸ ਤੋਂ ਬਾਅਦ ਹੈ ਸ਼ਲੋਕ। ਆਪਾਂ ਹੁਣ ਸੰਖੇਪ ਦੇ ਵਿੱਚ ਅਰਥ ਕਰਦੇ ਹਾਂ। ਆਦ ਸੱਚ ਜੁਗਾਦ ਸੱਚ, ਇਹਦਾ ਕੀ ਮਤਲਬ ਹੈ ਵੀ ਰੱਬ ਸ਼ੁਰੂ ਤੋਂ, ਆਦਿ ਕੁਛ ਵੀ ਨਹੀਂ ਸੀ, ਨਾ ਧਰਤੀ, ਨਾ ਸੂਰਜ, ਨਾ ਚੰਦਰਮਾ, ਕੁਛ ਵੀ ਨਹੀਂ। ਰੱਬ ਉਦੋਂ ਵੀ ਸੀ। ਜੁਗਾਦ ਜਦੋਂ ਯੁੱਗ ਬਣ ਗਏ, ਜਦੋਂ ਆ ਸੂਰਜ ਚੰਦਰਮਾ ਆਦਿ ਆ ਗਏ, ਧਰਤੀ ਆ ਗਈ, ਯੁੱਗਾਂ ਦਾ ਆਰੰਭ ਹੋਇਆ, ਉਦੋਂ ਵੀ ਸੀ, ਹੁਣ ਵੀ ਹੈ ਭੀ ਸੱਚ। ਤੇ ਨਾਨਕ ਹੋਸੀ ਭੀ, ਹੋਸੀ ਭੀ ਦਾ ਮਤਲਬ ਸਭ ਕੁਝ ਖਤਮ ਹੋ ਜਾਏਗਾ, ਨਾ ਧਰਤੀ ਰਹੇਗੀ, ਨਾ ਸੂਰਜ, ਕੁਛ ਵੀ ਨਹੀਂ ਰਹੇਗਾ, ਰੱਬ ਉਦੋਂ ਵੀ ਹੋਏਗਾ। ਇਹਨੂੰ ਆਪਾਂ ਇੰਝ ਸਮਝ ਲਈਏ, ਅਸੀਂ ਤੁਸੀਂ ਸਾਰੇ ਦੇਖੋ ਕਦੇ ਨਾ ਕਦੇ ਕੋਈ ਨਾ ਕੋਈ ਨਾਟਕ ਚੇਟਕ ਵੇਖਣ ਗਏ ਹੋਵਾਂਗੇ। ਮੰਨ ਲਓ ਮੈਂ ਉਦਾਹਰਨ ਦੇ ਦੇਵਾਂ ਵੀ ਕੋਈ ਬੰਦਾ ਪ੍ਰੋਗਰਾਮ ਹੈ, ਨ੍ਰਿਤਕਾਰ ਹੈ, ਨ੍ਰਿਤ ਦਾ ਪ੍ਰੋਗਰਾਮ ਹੈ, ਵੱਡੇ ਵੱਡੇ ਆਰਗੇਨਾਈਜ਼ ਕੀਤੇ ਜਾਂਦੇ ਹਨ ਵੀ ਜਿਹਦੇ ਵਿੱਚ ਖਾਲੀ ਤੇ ਖਾਲੀ ਕਿਸੇ ਭੰਗੜੇ ਦਾ ਪ੍ਰੋਗਰਾਮ ਕਹਿ ਲਈਏ, ਗਿੱਧੇ ਦਾ ਕਹਿ ਲਈਏ, ਕਿਸੇ ਹੋਰ ਕਲਚਰ ਦਾ ਪ੍ਰੋਗਰਾਮ ਹੈ, ਮਤਲਬ ਕੋਈ ਨਾਚ ਕਰਨ ਵਾਲਾ ਹੈ। ਹਾਲੇ ਨਾਚ ਸ਼ੁਰੂ ਨਹੀਂ ਹੋਇਆ, ਪਰ ਤੁਸੀਂ ਸੋਚੋ ਵੀ ਜਿਹੜਾ ਕਲਾਕਾਰ ਹੈ ਉਹ ਤੇ ਹੈਗਾ ਹੈ ਨਾ ਹਜੇ, ਭਾਵੇਂ ਨਾਚ ਨਹੀਂ ਸ਼ੁਰੂ ਹੋਇਆ। ਦੂਜੀ ਸਟੇਜ ਹੈ, ਨਾਚ ਸ਼ੁਰੂ ਹੋ ਗਿਆ, ਆਪਾਂ ਸਾਰੇ ਸਟੇਜ ਦੇ ਉੱਤੇ ਪਰਫਾਰਮੈਂਸ ਦੇਖ ਰਹੇ ਹਾਂ, ਨ੍ਰਿਤ ਵੇਖ ਰਹੇ ਹਾਂ। ਹੁਣ ਕੋਈ ਪੁੱਛੇ ਵੀ ਆਪਾਂ ਨ੍ਰਿਤ ਵੇਖ ਰਹੇ ਹਾਂ ਵੀ ਇਹਦੇ ਵਿੱਚ ਜਿਹੜਾ ਨ੍ਰਿਤਕਾਰ ਹੈ ਉਹ ਕਿੱਥੇ ਹੈ? ਸਾਰੇ ਨ੍ਰਿਤ ਵਿੱਚ ਉਹੀ ਤਾਂ ਹੈ, ਹੋਰ ਕੌਣ ਹੈ? ਉਹ ਤੋਂ ਇਲਾਵਾ ਤੇ ਹੋਰ ਕੋਈ ਹੈ ਹੀ ਨਹੀਂ। ਸਾਰੇ ਕਹਿੰਦੇ ਆਪਾਂ ਨ੍ਰਿਤ ਵੇਖਿਆ, ਜਾਂ ਅਸੀਂ ਪੰਜਾਬੀ ਦੀ ਗੱਲ ਕਰੀਏ ਭੰਗੜਾ ਵੇਖਿਆ, ਆਪਾਂ ਗਿੱਧਾ ਵੇਖਿਆ। ਭੰਗੜਾ ਕੀ ਹੈ, ਗਿੱਧਾ ਕੀ ਹੈ? ਉਹਦੇ ਵਿੱਚੋਂ ਕਲਾਕਾਰ ਹੀ ਹੈ ਨਾ, ਕਲਾਕਾਰ ਤਾਂ ਅਸੀਂ ਮਾਈਨਸ ਨਹੀਂ ਕਰ ਸਕਦੇ। ਇਸ ਤਰ੍ਹਾਂ ਜਿਹੜੀ ਆ ਖੇਡ ਚੱਲ ਰਹੀ ਹੈ ਨਾ, ਇਹ ਉਹੀ ਤੇ ਹੈ, ਉਹੀ ਤੇ ਖੇਡ ਰਿਹਾ ਹੈ। ਮੰਨ ਲਓ ਫਿਰ ਸਮਾਗਮ ਖਤਮ ਹੋ ਗਿਆ, ਨ੍ਰਿਤ ਖਤਮ ਹੋ ਗਿਆ, ਕੀ ਕਲਾਕਾਰ ਵੀ ਚਲੇ ਗਿਆ ਉਹਦੇ ਨਾਲ, ਉਹ ਵੀ ਖਤਮ ਹੋ ਗਿਆ? ਨਹੀਂ, ਬਿਲਕੁਲ ਇਸੇ ਢੰਗ ਨਾਲ ਸਮਝੀਏ। ਜਦੋਂ ਇਹ ਖੇਡ ਨਹੀਂ ਸੀ, ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਉਦੋਂ ਵੀ, ਜਦੋਂ ਖੇਡ ਚੱਲ ਰਹੀ ਹੈ ਉਦੋਂ ਵੀ, ਜਦੋਂ ਇਹ ਨਹੀਂ ਰਹੇਗੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਉਦੋਂ ਵੀ ਕਾਇਮ ਰਹੇਗੀ। ਇਹ ਇਸ ਸ਼ਲੋਕ ਵਿੱਚ ਦੱਸਿਆ। ਉਸ ਤੋਂ ਪਹਿਲੀ ਪੌੜੀ ਸਟਾਰਟ ਹੁੰਦੀ ਹੈ। ਇਹਦੇ ਵਿੱਚ ਮੇਰੇ ਮਾਲਕ ਨੇ ਇੱਕ ਗੱਲ ਕੀਤੀ, ਕਹਿੰਦੇ ਰੁਕ ਜਾਓ, ਠਹਿਰੋ। ਬੜਾ ਜ਼ਰੂਰੀ ਹੈ। ਗੱਡੀ ਦੇ ਵਿੱਚ ਨਾ ਅਸੀਂ ਸੋਚਦੇ ਆ ਵੀ ਗੱਡੀ ਚੱਲਦੀ ਹੈ, ਪਰ ਸਭ ਤੋਂ ਜ਼ਿਆਦਾ ਮਹੱਤਤਾ ਕਿਹਦੀ ਹੈ ਸੋਚਿਆ ਕਦੇ? ਤੁਸੀਂ ਕਿਸੇ ਗੱਡੀ ਵਿੱਚ ਬੈਠੋ ਤੇ ਗੱਡੀ ਵਾਲਾ ਕਵੇ ਜੀ ਤੁਸੀਂ ਆ ਤੇ ਜਾਓ, ਪਰ ਇਹਦੇ ਵਿੱਚ ਨਾ ਥੋੜੀ ਸਟਾਰਟਿੰਗ ਦੀ ਪ੍ਰੋਬਲਮ ਹੈ। ਤੁਸੀਂ ਕਹੋਗੇ ਕੋਈ ਗੱਲ ਨਹੀਂ, ਚੱਲ ਹੌਲੀ ਹੌਲੀ ਚੱਲਦੇ ਆ। ਜਾਂ ਕਈ ਵੀ ਥੋੜੀ ਜਿਹੀ ਰੇਸ ਦੀ ਪ੍ਰੋਬਲਮ ਹੈ, ਕਦੇ ਰੇਸ ਵੱਧ ਦਿੱਤੀ ਜਾਂਦੀ ਹੈ, ਕਦੇ ਘੱਟ। ਅਸੀਂ ਤਾਂ ਵੀ ਕਵਾਂਗੇ ਕੋਈ ਗੱਲ ਨਹੀਂ, ਚੱਲਦੇ ਆ। ਪਰ ਜੋ ਕਹਿ ਦੇਵੇ ਜੀ ਬ੍ਰੇਕਾਂ ਖਰਾਬ ਹੈ, ਇਹ ਰੁਕਦੀ ਨਹੀਂ ਹੈ, ਕੀ ਤੁਸੀਂ ਉਸ ਗੱਡੀ 'ਚ ਬੈਠੋਗੇ?
नहीं, ਇਹਦਾ ਮਤਲਬ ਸਭ ਤੋਂ ਜ਼ਿਆਦਾ ਮਹੱਤਤਾ ਫਿਰ ਕਿਹਦੀ ਹੋ ਗਈ? ਬ੍ਰੇਕ ਦੀ। ਗੱਡੀ ਰੁਕਣੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸਾਹਮਣੇ ਐਕਸੀਡੈਂਟ ਹੋ ਜਾਏਗਾ, ਕਿਸੇ ਹੋਰ ਦੇ ਵਿੱਚ ਮਾਰ ਦੇਵਾਂਗੇ ਜਾ ਕੇ ਅਸੀਂ। ਇਸੇ ਤਰ੍ਹਾਂ ਅਸੀਂ ਕੁਝ ਕਰਮ ਕਰਦੇ ਹਾਂ ਜਿਹੜੇ ਕਰਮ ਗਲਤ ਹੁੰਦੇ ਨੇ, ਸਭ ਤੋਂ ਪਹਿਲਾਂ ਉਹਨਾਂ ਨੂੰ ਰੋਕਣਾ ਬੜਾ ਜ਼ਰੂਰੀ ਹੈ। ਮੰਨ ਲਓ ਤੁਸੀਂ ਕਿਸੇ ਥਾਂ ਉੱਤੇ ਜਾਣਾ ਹੈ, ਪਰ ਤੁਸੀਂ ਦੂਜੇ ਪੁੱਠੇ ਪਾਸੇ ਤੁਰੇ ਹੋਏ ਹੋ, ਗਲਤ ਰਸਤੇ ਦੇ ਉੱਤੇ। ਤੁਹਾਡਾ ਹਰੇਕ ਕਦਮ ਤੁਹਾਡੀ ਮੰਜ਼ਿਲ ਦੀ ਦੂਰੀ ਵਧਾ ਰਿਹਾ ਹੈ, ਘਟਾ ਨਹੀਂ ਰਿਹਾ। ਇਸ ਕਰਕੇ ਰੋਕ ਦਈਏ ਤਾਂ ਕਿ ਦੂਰੀ ਵਧੇ ਨਾ। ਧੰਨ ਗੁਰੂ ਨਾਨਕ ਸਾਹਿਬ ਨੇ ਪਹਿਲੀ ਪੌੜੀ ਵਿੱਚ ਰੋਕ ਦਿੱਤਾ। ਕਿਹਨਾਂ ਨੂੰ ਰੋਕਿਆ? ਧਰਮ ਦੀ ਦੁਨੀਆ ਵਿੱਚ ਨਾ, ਜਿਵੇਂ ਕੱਲ ਵੀ ਸਤਿਕਾਰਯੋਗ ਜਸਪਾਲ ਸਿੰਘ ਜੀ ਸਾਂਝ ਪਾ ਰਹੇ ਸਨ ਵੀ ਆਪਾਂ ਸਰੀਰਕ ਕਰਮਾਂ ਨੂੰ ਬਹੁਤ ਲੈ ਲਿਆ। ਲੋਕ ਸੋਚਦੇ ਵੀ ਸਰੀਰ ਨੂੰ ਨੁਹਾਈ ਚੱਲੀਏ, ਤੀਰਥਾਂ ਤੇ ਨਹਾ ਲਈਏ, ਗੰਗਾ 'ਚ ਜਾ ਕੇ ਨਹਾ ਲਈਏ, ਜਮਨਾ ਵਿੱਚ ਜਾ ਕੇ ਨਹਾ ਲਈਏ, ਸਰਸਵਤੀ ਵਿੱਚ ਜਾ ਕੇ ਨਹਾ ਲਈਏ, ਹੋਰ ਥਾਂ ਥਾਂ ਤੇ ਜਾ ਕੇ ਜਿੰਨੇ ਵੀ ਸਰੋਵਰ ਹੈ ਉੱਥੇ ਅਸੀਂ ਨਹਾ ਲਈਏ, ਜਿੰਨੀਆਂ ਵੀ ਨਦੀਆਂ ਉੱਥੇ ਜਾ ਕੇ ਨਹਾ ਲਈਏ, ਤੇ ਸੋਚਦੇ ਆ ਲੈ ਵੀ ਏਦਾਂ ਰੱਬ ਬੜਾ ਖੁਸ਼ ਹੋਏਗਾ। ਸਤਿਗੁਰੂ ਜੀ ਕਹਿਣ ਲੱਗੇ ਵੀ ਦੇਖੋ, ਸਰੀਰ ਦੇ ਸਾਫ਼ ਕਰਨ ਦੇ ਨਾਲ ਕਦੇ ਮਨ ਸਾਫ਼ ਹੋ ਸਕਦਾ? ਤੁਸੀਂ ਸੋਚੋ। ਸਤਿਗੁਰੂ ਨੇ ਕਹਿ ਦਿੱਤਾ ਨਹੀਂ ਹੋ ਸਕਦਾ। ਸੋਚਿਆ ਦਾ ਅਰਥ ਹੈ ਸੁੱਚ ਰੱਖਣ ਨਾਲ, ਇਸ਼ਨਾਨ ਕਰਨ ਦੇ ਨਾਲ, ਸਰੀਰਕ ਤੌਰ ਉੱਤੇ ਇਸ਼ਨਾਨ ਕਰਨ ਦੇ ਨਾਲ ਮਨ ਸੁੱਚਾ ਨਹੀਂ ਜੇ ਹੁੰਦਾ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਲੱਖਾਂ ਵਾਰੀ ਵੀ ਭਾਵੇਂ ਸਰੀਰ ਧੋਂਦੇ ਰਹੀਏ ਅਸੀਂ, ਰੁਕ ਜਾਓ, ਕੋਈ ਲਾਭ ਨਹੀਂ ਇਹਦਾ, ਏਦਾਂ ਮਨ ਸੁੱਚਾ ਨਹੀਂ ਹੁੰਦਾ। ਕਈਆਂ ਨੇ ਮੌਨ ਵਰਤ ਧਾਰਨ ਕੀਤਾ ਹੋਇਆ ਸੀ, ਹੁਣ ਵੀ ਕਈ ਮੌਨੀ ਬਣਦੇ, ਬੋਲਦੇ ਹੀ ਨਹੀਂ। ਹਜ਼ੂਰ ਕਹਿੰਦੇ ਮੂੰਹ ਚੁੱਪ ਕਰ ਗਿਆ, ਪਰ ਮੂੰਹ ਚੁੱਪ ਕਰਨ ਦੇ ਨਾਲ ਮਨ ਥੋੜਾ ਨਾ ਚੁੱਪ ਕਰਦਾ ਹੈ। ਮਨ ਤੇ ਉਹ ਵੀ ਰੋਲਾ ਪਾਉਂਦਾ ਰਹਿੰਦਾ, ਇਹ ਵੀ ਖਾਣਾ ਹੈ, ਇਹ ਵੀ ਖਾਣਾ ਹੈ। ਮਨ ਵਿੱਚੋਂ ਤਾਂ ਇੱਛਾਵਾਂ ਪ੍ਰਗਟ ਹੁੰਦੀਆਂ ਰਹਿੰਦੀਆਂ, ਤਾਂ ਹੀ ਤਾਂ ਬੰਦਾ ਫਿਰ ਇਸ਼ਾਰਿਆਂ ਨਾਲ ਗੱਲ ਕਰਨ ਲੱਗ ਪੈਂਦਾ। ਜ਼ੁਬਾਨ ਬੰਦ ਹੈ, ਇਸ਼ਾਰੇ ਸ਼ੁਰੂ ਹੋ ਜਾਂਦੇ ਹੈ। ਕਿਉਂ? ਕਿਉਂਕਿ ਮਨ ਤੇ ਬੋਲ ਹੀ ਰਿਹਾ ਹੈ ਨਾ। ਹਜ਼ੂਰ ਕਹਿੰਦੇ ਚੁੱਪ ਤੇ ਮਨ ਨੂੰ ਕਰਾਉਣਾ ਸੀ, ਸੁੱਚਾ ਤੇ ਮਨ ਨੂੰ ਬਣਾਉਣਾ ਸੀ, ਤ੍ਰਿਸ਼ਨਾ ਤੋਂ ਰਹਿਤ ਭੁੱਖ ਤੇ ਮਨ ਦੀ ਹਟਾਣੀ ਸੀ, ਪਰ ਏਦਾਂ ਤੇ ਹੋ ਨਹੀਂ ਸਕਿਆ। ਪਹਿਲੀ ਪੌੜੀ ਵਿੱਚ ਮੇਰੇ ਮਾਲਕ ਨੇ ਇਹ ਕਹਿ ਦਿੱਤਾ, ਰੁਕ ਜਾਓ, ਤੀਰਥਾਂ ਤੇ ਇਸ਼ਨਾਨ ਨਾਲ ਕੁਝ ਨਹੀਂ ਮਿਲਣਾ, ਮੌਨ ਵਰਤ ਧਾਰਨ ਕਰਕੇ ਸਮਾਧੀਆਂ ਲਾਉਣ ਦੇ ਨਾਲ ਕੁਝ ਨਹੀਂ ਹੋਣਾ। ਜੇ ਆਪਾਂ ਬਹੁਤ ਸਾਰੇ ਪਦਾਰਥਾਂ ਦਾ ਢੇਰ ਬੰਨ ਲਈਏ ਆਪਣੇ ਕੋਲ, ਪਰ ਜੇ ਸਾਡਾ ਮਨ ਭੁੱਖਾ ਹੈ ਨਾ, ਉਹ ਤਾਂ ਵੀ ਕਹੇਗਾ ਕਿ ਮੈਨੂੰ ਹੋਰ ਕੁਝ ਮਿਲ ਜਾਏ, ਦੂਜੇ ਪਾਸੇ ਬਣੀ ਰਹੇਗੀ। ਗੱਲ ਇਹ ਨਹੀਂ ਕਿ ਤੁਹਾਡੇ ਕੋਲ ਕਿੰਨੇ ਪਦਾਰਥ ਹੈ, ਤੁਹਾਡਾ ਮਨ ਰੱਜਿਆ ਹੋਇਆ ਕਿ ਨਹੀਂ ਰੱਜਿਆ ਹੋਇਆ, ਇਹ ਜ਼ਰੂਰ ਚੇਤੇ ਰੱਖਣਾ ਹੈ। ਹਜ਼ੂਰ ਦੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਕਈ ਲੋਕ ਸੋਚਦੇ ਸਾਡੇ ਕੋਲ ਨਾ ਲੱਖ ਰੁਪਇਆ ਆ ਜਾਏ ਨਾ, ਫਿਰ ਆਪਾਂ ਆਰਾਮ ਨਾਲ ਬਹਿ ਜਾਵਾਂਗੇ। ਜਦੋਂ ਲੱਖ ਆ ਜਾਂਦਾ, ਕਰੋੜ ਰੁਪਏ ਬਣ ਜਾਣ ਨਾ, ਫਿਰ ਅਸੀਂ ਆਰਾਮ ਨਾਲ ਰਹਿ ਜਾਵਾਂਗੇ। ਫਿਰ ਕਰੋੜ ਆ ਜਾਂਦੇ ਆ, ਸਾਡੇ ਕੋਲ 10 ਕਰੋੜ ਆ ਜਾਣ ਨਾ, ਮਨੁੱਖ ਨਹੀਂ ਕਦੇ ਵੀ ਰੱਜਦਾ, ਕਿਉਂਕਿ ਮਨ ਤੇ ਭੁੱਖਾ ਹੀ ਹੈ ਉਸੇ ਤਰੀਕੇ ਦੇ ਨਾਲ। ਇਹੋ ਜੀਆਂ ਹਜ਼ਾਰਾਂ ਤੇ ਲੱਖਾਂ ਸਿਆਣਪਾਂ ਭਾਵੇਂ ਕਿਉਂ ਨਾ ਹੋਣ, ਸਹਿਜ ਸਿਆਣਪਾਂ ਲੱਖ ਹੋਏ, ਇਹਨਾਂ ਵਿੱਚੋਂ ਇੱਕ ਵੀ ਸਿਆਣਪ ਰੱਬ ਦੇ ਘਰ ਨਹੀਂ ਜਾਂਦੀ। ਇਹੋ ਜਿਹੀਆਂ ਕਿੰਨੀਆਂ ਹੀ ਉਦਾਹਰਨਾਂ ਜੋ ਕੱਲ ਜਸਪਾਲ ਸਿੰਘ ਵੀਰ ਨੇ ਤੁਹਾਨੂੰ ਸਮਝਾਈਆਂ ਨੇ। ਇੱਕ ਵੀ ਸਿਆਣਪ ਰੱਬ ਦੇ ਘਰ ਨਹੀਂ ਜਾਂਦੀ। ਫਿਰ ਸਾਰੇ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਕਹਿ ਦਿੱਤਾ ਇਹ ਵੀ ਠੀਕ ਨਹੀਂ, ਉਹ ਵੀ ਠੀਕ ਨਹੀਂ, ਉਹ ਵੀ ਠੀਕ, ਤੇ ਠੀਕ ਕੀ ਹੈ ਇਹ ਵੀ ਦੱਸੋ। ਸਤਿਗੁਰੂ ਜੀ ਕਹਿੰਦੇ ਹਾਂ ਠੀਕ ਕੀ ਹੈ, ਇਹਨੂੰ ਸੁਣੋ, ਕਰਨਾ ਕੀ ਚਾਹੀਦਾ ਹੈ। ਹੁਣ ਆਪਾਂ ਸਾਰੇ ਸਮਝ ਲਈਏ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ। ਤੀਰਥਾਂ ਤੇ ਨਹੀਂ ਨਹਾਣਾ, ਮੌਨ ਵਰਤ ਨਹੀਂ ਰੱਖਣੇ, ਕੀ ਕਰਨਾ ਹੈ ਫਿਰ। ਹਜ਼ੂਰ ਕਹਿੰਦੇ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਕਿਸ ਢੰਗ ਦੇ ਨਾਲ ਆਪਾਂ ਸੱਚ ਦੇ ਪ੍ਰਕਾਸ਼ ਹੋਣ ਯੋਗ ਹੋ ਸਕੀਏ, ਕਿਸ ਢੰਗ ਦੇ ਨਾਲ ਸਾਡੇ ਤੇ ਰੱਬ ਦੇ ਵਿਚਕਾਰ ਜੋ ਝੂਠ ਦੀ ਕੰਧ ਹੈ ਉਹ ਡਿੱਗ ਸਕੇ, ਟੁੱਟ ਜਾਏ, ਸਾਨੂੰ ਰੱਬ ਮਿਲ ਜਾਏ, ਕੀ ਕਰੀਏ। ਹੁਣ ਇਹ ਜਵਾਬ ਹੈ, ਧਿਆਨ ਨਾਲ ਸੁਣਨਾ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਰਜ਼ਾ ਵਾਲੇ ਮਾਲਕ ਦੇ ਹੁਕਮ ਵਿੱਚ ਚੱਲਣਾ। ਰਜ਼ਾਈ ਦਾ ਅਰਥ ਹੈ ਰਜ਼ਾ ਵਾਲਾ, ਅਕਾਲ ਪੁਰਖ ਵਾਹਿਗੁਰੂ ਭਾਵ ਰੱਬ, ਰੱਬ ਜੀ ਦੇ ਹੁਕਮ ਵਿੱਚ ਚੱਲਣਾ, ਹੁਕਮ ਰਜ਼ਾਈ ਚੱਲਣਾ।
ਨਾਨਕ ਲਿਖਿਆ ਨਾਲ, ਹੇ ਨਾਨਕ ਇਹੀ ਢੰਗ ਸਭ ਦੇ ਨਾਲ ਲਿਖਿਆ। ਇਹ ਨਹੀਂ ਕਿ ਮੇਰੇ ਵਾਸਤੇ ਕੁਝ ਹੋਰ ਹੈ, ਤੁਹਾਡੇ ਵਾਸਤੇ ਕੁਝ ਹੋਰ ਹੈ, ਹੋਰਾਂ ਵਾਸਤੇ ਕੁਝ ਹੋਰ ਹੋਏਗਾ। ਇੱਕੋ ਢੰਗ ਤਰੀਕਾ ਹੈ ਰੱਬ ਦਾ ਪਿਆਰ ਪ੍ਰਾਪਤ ਕਰਨ ਵਾਸਤੇ ਕਿ ਉਹਦੇ ਹੁਕਮ ਵਿੱਚ ਚੱਲਣਾ। ਆਪਾਂ ਇਹਨੂੰ ਸਮਝ ਲਈਏ। ਦੇਖੋ ਤੁਹਾਡੇ ਮਾਤਾ ਪਿਤਾ ਜੀ ਹੈਗੇ ਨੇ, ਤੁਸੀਂ ਮਾਤਾ ਪਿਤਾ ਦੀ ਕੋਈ ਗੱਲ ਹੀ ਨਾ ਮੰਨੋ, ਚੰਗੇ ਕੱਪੜੇ ਪਾ ਕੇ ਉਹਨਾਂ ਦੇ ਸਾਹਮਣੇ ਆ ਜਾਓ, ਜਿਹੜਾ ਰੰਗ ਉਹਨਾਂ ਨੂੰ ਪਸੰਦ ਹੈ ਤੁਸੀਂ ਉਹੋ ਜਿਹੇ ਕੱਪੜੇ ਆਪ ਪਾ ਕੇ ਘੁੰਮੀ ਜਾਓ, ਗੱਲ ਉਹਨਾਂ ਦੀ ਕੋਈ ਵੀ ਨਾ ਮੰਨੋ। ਕੀ ਏਦਾਂ ਤੁਹਾਡੇ ਮਾਤਾ ਪਿਤਾ ਜੀ ਖੁਸ਼ ਹੋ ਜਾਣਗੇ? ਨਹੀਂ ਹੋਣਗੇ ਨਾ। ਬਸ ਧਰਮ ਦੀ ਦੁਨੀਆ ਵਿੱਚ ਵੀ ਅਸੀਂ ਏਦਾਂ ਹੀ ਕੀਤਾ ਹੋਇਆ ਹੈ। ਕੋਈ ਵਰਤ ਰੱਖੀ ਜਾ ਰਿਹਾ ਹੈ, ਕੋਈ ਕੀ ਕਰ ਰਿਹਾ ਹੈ, ਪਰ ਜੋ ਰੱਬ ਜੀ ਚਾਹੁੰਦੇ ਨੇ ਉਹ ਤਾਂ ਅਸੀਂ ਕੰਮ ਕਰਦੇ ਨਹੀਂ, ਉਹਦੇ ਤੇ ਅਸੀਂ ਬਣਦੇ ਨਹੀਂ। ਫਿਰ ਕਿਵੇਂ ਆਪਾਂ ਸੱਚ ਦੇ ਪ੍ਰਕਾਸ਼ ਹੋਣ ਯੋਗ ਹੋਵਾਂਗੇ? ਸਤਿਗੁਰੂ ਜੀ ਕਹਿਣ ਲੱਗੇ ਰੱਬ ਜੀ ਦੇ ਹੁਕਮ ਵਿੱਚ ਚੱਲਣਾ ਇਹੀ ਇੱਕ ਢੰਗ ਤਰੀਕਾ, ਹੋਰ ਕੋਈ ਨਹੀਂ ਹੈ। ਇੱਥੋਂ ਫਿਰ ਇੱਕ ਸਵਾਲ ਪੈਦਾ ਹੋ ਗਿਆ, ਸੱਚੇ ਪਾਤਸ਼ਾਹ ਸਾਨੂੰ ਤੇ ਕਿਹਾ ਜਾਂਦਾ ਕਿ ਰੱਬ ਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ, ਸਭ ਕੁਝ ਰੱਬ ਦੇ ਹੁਕਮ ਵਿੱਚ ਹੋ ਰਿਹਾ, ਤੇ ਤੁਸੀਂ ਕਹਿੰਦੇ ਰੱਬ ਦੇ ਹੁਕਮ ਵਿੱਚ ਚੱਲਣਾ। ਇਹਦਾ ਮਤਲਬ ਮੈਂ ਰੱਬ ਦੇ ਹੁਕਮ ਵਿੱਚ ਨਹੀਂ ਚੱਲ ਰਿਹਾ, ਇਹਦਾ ਮਤਲਬ ਮੈਂ ਉਹਦੇ ਵਿੱਚ ਨਹੀਂ ਆਉਂਦਾ। ਕਿਹਾ ਤੇ ਇਹ ਜਾਂਦਾ ਰੱਬ ਦੇ ਹੁਕਮ ਬਿਨਾਂ ਪੱਤਾ ਵੀ ਨਹੀਂ ਹਿਲਦਾ, ਤੇ ਜੇ ਪੱਤਾ ਵੀ ਨਹੀਂ ਹਿਲਦਾ ਫਿਰ ਮੈਂ ਜੋ ਕੁਝ ਕਰ ਰਿਹਾ ਰੱਬ ਦੇ ਹੁਕਮ ਵਿੱਚ ਹੀ ਹੈ, ਫਿਰ ਮੈਨੂੰ ਕਿਉਂ ਕਹਿ ਰਹੇ ਹੋ ਤੁਸੀਂ? ਫਿਰ ਤਾਂ ਮੈਂ ਜੋ ਕਰਦਾ ਠੀਕ ਹੀ ਹੈ। ਅਸੀਂ ਬਹੁਤ ਚਲਾਕ ਹਾਂ, ਅਸੀਂ ਇਹੋ ਜਿਹੀਆਂ ਗੱਲਾਂ ਬਹੁਤ ਕਰਦੇ ਹਾਂ। ਸ਼ਰਾਬੀ ਸ਼ਰਾਬ ਪੀ ਕੇ ਪਤਾ ਕੀ ਕਹਿੰਦਾ, ਦੇਖੋ ਜੀ ਇਹ ਰੱਬ ਹੀ ਕਰਾਉਂਦਾ ਸਭ ਕੁਝ, ਇਹਦਾ ਮਤਲਬ ਰੱਬ ਨੇ ਸਾਨੂੰ ਸ਼ਰਾਬ ਪਿਆਈ ਹੈ। ਅਸੀਂ ਸੋਚ ਸਕਦੇ ਹਾਂ ਇਹੋ ਜਿਹੀ ਗੱਲ ਕਈ ਵਾਰੀ। ਹੁਣ ਸਤਿਗੁਰੂ ਜੀ ਦੂਜੀ ਪੌੜੀ ਵਿੱਚ ਇਹਦਾ ਜਵਾਬ ਦੇਣ ਲੱਗੇ। ਹਜ਼ੂਰ ਕਹਿਣ ਲੱਗੇ ਉਹ ਜੋ ਕਹਿੰਦੇ ਨੇ ਉਹ ਵੀ ਠੀਕ ਕਹਿੰਦੇ ਨੇ, ਪਰ ਕਿਸ ਨਜ਼ਰੀਏ ਤੋਂ ਕਹਿੰਦੇ ਨੇ ਇਹ ਸਮਝ। ਹੁਕਮੀ ਹੋਵਨ ਆਕਾਰ, ਜਿੰਨੇ ਵੀ ਆਕਾਰ ਹੈ, ਹਾਥੀ ਦਾ ਇੱਕ ਆਕਾਰ ਹੈ, ਸ਼ੇਰ ਦਾ ਇੱਕ ਆਕਾਰ ਹੈ, ਬੱਕਰੀ ਦਾ ਇੱਕ ਆਕਾਰ ਹੈ, ਮੱਖੀ ਮੱਛਰ ਅਸੀਂ ਤੁਸੀਂ ਸਭ ਆਕਾਰ ਹੈ ਨਾ, ਸ਼ਕਲਾਂ ਨਾ ਸਾਡੀਆਂ। ਹੁਣ ਦੱਸੋ ਇਹ ਜਿਹੜੀ ਸ਼ਕਲ ਮੈਂ ਲੈ ਕੇ ਬੈਠਾ ਹੈ ਇਹ ਮੈਂ ਆਪ ਬਣਾਈ ਹੈ? ਇਹਦੇ ਵਿੱਚ ਜੋ ਯੋਗਤਾ ਹੈ, ਇਹ ਚ ਹਾਰਟ ਹੈ, ਵੇਖੋ ਕੰਮ ਕਰ ਰਿਹਾ, ਇਹਦੇ ਚ ਬ੍ਰੇਨ ਹੈ ਕੰਮ ਕਰ ਰਿਹਾ, ਇਹ ਚ ਅੱਖਾਂ ਹੈ, ਇਹ ਚ ਕੰਨ ਹੈ, ਇਹ ਚ ਮੇਰੀ ਜ਼ੁਬਾਨ ਹੈ ਜੋ ਮੈਂ ਬੋਲ ਰਿਹਾ, ਇਹਦੇ ਚ ਮੇਰਾ ਕੀ ਯੋਗਦਾਨ ਹੈ ਦੱਸੋ? ਜਾਂ ਤੁਹਾਡਾ ਕੀ ਯੋਗਦਾਨ ਹੈ? ਜਾਂ ਕਿਸੇ ਸਾਇੰਟਿਸਟ ਦਾ ਕੀ ਯੋਗਦਾਨ ਹੈ ਦੱਸੋ? ਇਹ ਮੇਰੇ ਮਾਲਕ ਦੀ ਕੁਦਰਤ ਦੇ ਵਿੱਚ ਜੋ ਇੱਕ ਨਿਯਮਾਵਲੀ ਬਣੀ ਹੈ ਉਹਦੇ ਮੁਤਾਬਕ ਹਾਥੀ ਦਾ ਆਕਾਰ ਆਪਣਾ ਹੈ, ਮੇਰਾ ਆਕਾਰ ਆਪਣਾ ਹੈ। ਬੰਦੇ ਬੰਦਿਆਂ ਵਰਗੇ ਹੁੰਦੇ ਨੇ, ਜਾਨਵਰ ਜਾਨਵਰ ਵਰਗਿਆਂ ਹੁੰਦੇ ਨੇ। ਪੰਛੀ ਉੱਡ ਸਕਦਾ ਹੈ, ਉਹਦੇ ਆਕਾਰ ਦੇ ਵਿੱਚ ਯੋਗਤਾ ਮਾਲਕ ਨੇ ਭਰੀ। ਮੈਂ ਤੇ ਨਹੀਂ ਉੱਡ ਸਕਦਾ, ਤੁਸੀਂ ਉੱਡ ਸਕਦੇ ਹੋ? ਤੁਸੀਂ ਵੀ ਨਹੀਂ ਉੱਡ ਸਕਦੇ। ਹਾਂ ਅਸੀਂ ਲੋਹਾ ਉਡਾ ਸਕਦੇ ਹਾਂ, ਜਹਾਜ਼ ਦੇ ਰੂਪ ਵਿੱਚ ਸਾਡੇ ਅੰਦਰ ਯੋਗਤਾ ਪਾਈ। ਬਾਂਦਰ ਤੇ ਨਹੀਂ ਉਡਾ ਸਕਦਾ, ਖੋਤਾ ਤੇ ਨਹੀਂ ਉਡਾ ਸਕਦਾ, ਉਹਦੇ ਅੰਦਰ ਯੋਗਤਾ ਨਹੀਂ ਹੈ। ਮੱਛੀ ਪਾਣੀ ਵਿੱਚ ਰਹਿ ਸਕਦੀ ਹੈ, ਮੈਂ ਰਹਿ ਸਕਦਾ? ਤੁਸੀਂ ਰਹਿ ਸਕਦੇ? ਨਹੀਂ। ਰੱਬ ਜੀ ਨੇ ਜੋ ਨਿਯਮਾਵਲੀ ਬਣਾਈ ਕਿਤੇ ਜਿਹਦੇ ਵਾਸਤੇ, ਉਹਨੂੰ ਉਸੇ ਨਿਯਮਾਵਲੀ ਵਿੱਚ ਰਹਿਣਾ ਪੈਂਦਾ ਹੈ, ਉਹ ਤੋਂ ਬਾਹਰ ਨਹੀਂ ਆਪਾਂ ਜਾ ਸਕਦੇ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਉਹਦੇ ਹੁਕਮ ਵਿੱਚ ਸਾਰੇ ਜੀ ਜਗਤ ਪੈਦਾ ਹੋਏ, ਹਰੇਕ ਨੂੰ ਵਡਿਆਈ ਮਿਲੀ, ਹਰੇਕ ਵਿੱਚ ਖੂਬੀ ਹੈ। ਤੁਸੀਂ ਗੱਲ ਸੋਚੋ ਕਦੇ ਮੈਂ ਬੱਕਰੀਆਂ ਨੂੰ ਇਕੱਠਾ ਕਰਾਂ ਤੇ ਲੈਕਚਰ ਦਵਾਂ 1-2 ਘੰਟੇ ਦਾ ਜੋਸ਼ ਨਾਲ, ਸ਼ਾਬਾਸ਼ ਮਾਰੋ ਹਮਲਾ, ਹਿੰਮਤ ਕਰੋ ਪੈਦਾ ਆਪਣੇ ਅੰਦਰ, ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਹੈ, ਸ਼ੇਰ ਦੇ ਉੱਤੇ ਹਮਲਾ ਕਰ ਦਿਓ, ਸ਼ੇਰ ਤੁਹਾਨੂੰ ਖਾਂਦਾ ਹੈ, ਤੁਸੀਂ ਸ਼ੇਰ ਨੂੰ ਜਾ ਕੇ ਖਾ ਜਾਓ। ਉਹ ਕੀ ਕਹਿਣਗੀਆਂ? ਭਿੰਡਾਂ ਬੱਕਰੀਆਂ ਕੀ ਕਹਿਣਗੀਆਂ? ਉਹ ਕਹਿਣਗੀਆਂ ਭਲਿਆ ਆਪਣੇ ਦਿਮਾਗ ਤੋਂ ਕੰਮ ਲੈ, ਅਸੀਂ ਸ਼ੇਰ ਕਿਵੇਂ ਖਾਵਾਂਗੀਆਂ? ਅਸੀਂ ਘਾਹ ਖਾਣ ਵਾਲੇ ਜੀਵਾਂ, ਸਾਡੀ ਮਰਜ਼ੀ ਨਹੀਂ ਚੱਲਦੀ ਇਹਦੇ ਉੱਤੇ, ਰੱਬ ਜੀ ਦੀ ਮਰਜ਼ੀ ਚੱਲਦੀ ਇਹਦੇ ਉੱਤੇ। ਤੇ ਸ਼ੇਰ ਨੂੰ ਮੈਂ ਜਾ ਕੇ ਲੈਕਚਰ ਦੇਵਾਂ ਵੀ ਹੱਦ ਹੋ ਗਈ। ਜੇ ਸਾਰੇ ਘਾਹ ਖਾ ਸਕਦੇ ਐ, ਮੱਝ ਘਾਹ ਖਾਂਦੀ ਹੈ, ਗਾਂ ਘਾਹ ਖਾਂਦੀ ਹੈ, ਬੱਕਰੀ ਘਾਹ ਖਾਂਦੀ ਹੈ, ਤੇ ਤੈਨੂੰ ਕੀ ਹੋਇਆ? ਤੂੰ ਵੀ ਘਾਹ ਖਾਇਆ ਕਰ। ਜਿਹੜੀ ਪਾਚਨ ਸ਼ਕਤੀ ਹੈਗੀ ਹੈ ਉਹ ਇਸ ਤਰ੍ਹਾਂ ਦੀ ਨਹੀਂ ਬਣੀ ਹੋਈ ਕਿ ਮੈਂ ਘਾਹ ਖਾ ਸਕਾਂ। ਸ਼ੇਰ ਨੂੰ ਭਾਵੇਂ ਜਿੰਨਾ ਮਰਜ਼ੀ ਮੈਂ ਲੈਕਚਰ ਦੇਵਾਂ ਵੀ ਸਾਰੇ ਘਾਹ ਖਾਂਦੇ, ਘਾਹ ਖਾਇਆ ਕਰ,
ਉਹ ਕਹੇਗਾ ਨਹੀਂ 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 ਨਹੀਂ, ਤੂੰ ਭੁੱਲ ਕਰ ਰਿਹਾ, ਮੈਂ ਘਾਹ ਨਹੀਂ ਖਾ ਸਕਦਾ, ਮੇਰੇ ਸਰੀਰ ਦੀ ਬਣਤਰ ਵੇਖ, ਮੇਰੇ ਦੰਦ ਵੇਖ, ਮੇਰੇ ਮਾਲਕ ਨੇ ਬਣਾਏ ਇਸ ਤਰ੍ਹਾਂ ਹੀ ਹੈ। ਏਦਾਂ ਮੈਂ ਨਿੰਮ ਦੇ ਦਰਖਤ ਨੂੰ ਜਾ ਕੇ ਕਹਾਂ ਵੀ ਤੂੰ ਤੇ ਗੁਣਕਾਰੀ ਬਹੁਤ ਹੈ ਪਰ ਤੂੰ ਕੌੜੀ ਬਹੁਤ ਹੈ, ਤੂੰ ਆਪਣਾ ਸੁਭਾਅ ਬਦਲ, ਮਿੱਠੀ ਹੋ ਜਾ। ਜਾਂ ਮੈਂ ਗੁਲਾਬ ਦੇ ਫੁੱਲ ਨੂੰ ਕਹਾਂ ਵੀ ਤੇ ਤੂੰ ਕਿੰਨਾ ਸੋਹਣਾ ਹੈ, ਕਿੰਨਾ ਚੰਗਾ ਹੈ, ਪਰ ਕੰਡਿਆਂ ਦੇ ਉੱਤੇ ਹੈ, ਤੂੰ ਕੰਡਿਆਂ ਤੋਂ ਬਾਹਰ ਕਿਸੇ ਹੋਰ ਟਾਹਣੀ ਤੇ ਜਾ ਕੇ ਲੱਗਿਆ ਕਰ। ਇਹ ਸਾਰੇ ਕੀ ਕਹਿਣਗੇ? ਉਹ ਕਹਿਣਗੇ ਭਲਿਆ ਇਹ ਤੇ ਸਾਡਾ ਕੋਈ ਵਸ ਨਹੀਂ ਹੈ। ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਡਾ ਆਕਾਰ ਬਣਾਇਆ, ਅਸੀਂ ਉਦਾਂ ਹੀ ਸਾਰੇ ਕੁਝ ਕਰ ਰਹੇ ਹਾਂ। ਮੇਰੇ ਮਾਲਕ ਨੇ ਸਮਝਾਇਆ ਹੋ ਤੇ ਸਭ ਕੁਝ ਹੁਕਮ ਵਿੱਚ ਰਿਹਾ ਹੈ, ਹੁਕਮ ਦੇ ਵਿੱਚ ਹੀ ਹਰੇਕ ਨੂੰ ਸੁਤੰਤਰਤਾ ਮਿਲੀ ਹੈ, ਆਜ਼ਾਦੀ ਮਿਲੀ ਹੈ। ਮੈਨੂੰ ਆਜ਼ਾਦੀ ਮਿਲੀ ਹੈ, ਮੈਂ ਸੋਚ ਸਕਾਂ। ਦਿਮਾਗ ਪਾਇਆ ਨਾ ਰੱਬ ਨੇ, ਤਾਂ ਹੀ ਮੈਂ ਸੋਚ ਸਕ ਰਿਹਾ। ਕਿਉਂ ਦਿਮਾਗ ਪਾਇਆ ਮੇਰੇ ਅੰਦਰ ਰੱਬ ਨੇ ਭਾਈ? ਤਾਂ ਕਿ ਮੈਂ ਵਰਤ ਲਵਾਂ। ਰੱਬ ਦੀ ਮਰਜ਼ੀ ਹੈ ਕਿ ਮੈਂ ਵਰਤ ਲਵਾਂ। ਚਲੋ ਜੀ ਇੱਕ ਹੋਰ ਉਦਾਹਰਨ ਦੇਣਾ ਹੈ, ਕਿਉਂਕਿ ਤੁਹਾਡੇ ਅੰਦਰ ਸਵਾਲ ਪੈਦਾ ਹੋ ਸਕਦਾ ਹੈ ਜੇ ਸਭ ਕੁਝ ਰੱਬ ਦੇ ਹੁਕਮ ਵਿੱਚ ਹੁੰਦਾ ਹੈ ਤੇ ਫਿਰ ਚੋਰ ਨੂੰ ਸਜ਼ਾ ਕਿਉਂ ਦਿੱਤੀ ਜਾਂਦੀ ਹੈ? ਆਪਾਂ ਇੱਕ ਉਦਾਹਰਨ ਦੇ ਨਾਲ ਸਮਝਦੇ ਹਾਂ। ਅਸੀਂ ਘਰਾਂ ਵਿੱਚ ਕੁੱਤਾ ਪਾਲਿਆ ਹੋਣਾ, ਉਸ ਕੁੱਤੇ ਨੂੰ ਅਸੀਂ ਇੱਕ ਰੱਸੀ ਨਾਲ ਬੰਨ ਲੈਂਦੇ ਹਾਂ। 5 ਮੀਟਰ ਦੀ ਰੱਸੀ ਹੈ ਮੰਨ ਲਓ। ਹੁਣ 5 ਮੀਟਰ ਨੂੰ ਅਸੀਂ ਆਜ਼ਾਦੀ ਦਿੱਤੀ ਹੈ, ਸਾਡੇ ਵੱਲੋਂ ਦਿੱਤੀ ਹੋਈ ਆਜ਼ਾਦੀ ਹੈ ਕਿ 5 ਮੀਟਰ ਦੇ ਅੰਦਰ ਅੰਦਰ ਜੋ ਕੁਝ ਮਰਜ਼ੀ ਕਰ ਲਵੇ, ਪਰ 5 ਮੀਟਰ ਤੋਂ ਬਾਹਰ ਨਹੀਂ ਜਾ ਸਕਦਾ। 5 ਮੀਟਰ ਦੇ ਅੰਦਰ ਅੰਦਰ ਜਿਵੇਂ ਮਰਜ਼ੀ ਘੁੰਮੇ, ਜਿਵੇਂ ਮਰਜ਼ੀ ਬੈਠੇ, ਉਹ ਕੁੱਤਾ ਕਰਦਾ ਹੈ, ਪਰ ਪਿੱਛੇ ਮੇਰੀ ਮਰਜ਼ੀ ਹੈ, ਮਾਲਕ ਦੀ ਮਰਜ਼ੀ ਹੈ। ਚਲੋ ਅਸੀਂ ਨੂੰ ਬਾਹਰ ਘੁਮਾਉਣ ਵਾਸਤੇ ਲੈ ਜਾਂਦੇ ਹਾਂ। ਕਈ ਵਾਰੀ ਪਾਰਕ ਆਉਂਦਾ, ਅਸੀਂ ਸੰਗਲ ਖੋਲ ਦਿੰਦੇ ਹਾਂ ਵੀ ਚਲੋ ਇੱਥੇ ਆਪਣੀ ਮਰਜ਼ੀ ਕਰ ਲੈ। ਜਦੋਂ ਇਹ ਸੰਗਲ ਖੋਲੀ, ਕੁੱਤਾ ਭੱਜਿਆ ਸੱਜੇ ਖੱਬੇ, ਉਧਰ ਉਧਰ, ਆਪਣੀ ਮਰਜ਼ੀ ਕਰ ਰਿਹਾ ਨਾ, ਪਰ ਉਹਦੇ ਪਿੱਛੇ ਮਰਜ਼ੀ ਮੇਰੀ ਚੱਲ ਰਹੀ ਹੈ, ਮਾਲਕ ਦੀ ਮਰਜ਼ੀ ਚੱਲ ਰਹੀ। ਮੈਂ ਚਾਹੁੰਦਾ ਵੀ ਇਹ ਆਪਣੀ ਮਰਜ਼ੀ ਕਰ ਲਵੇ। ਹੁਣ ਇੱਥੇ ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਹਰੇਕ ਨੂੰ ਸੁਤੰਤਰਤਾ ਦਿੱਤੀ ਹੈ, ਕੁਝ ਵੀ ਇਹ ਇੱਥੇ ਆਪਣੀ ਮਰਜ਼ੀ ਕਰ ਲੈਣ। ਪਰ ਆਪਣੀ ਮਰਜ਼ੀ ਕਰਦਾ ਕਰਦਾ ਕੁੱਤਾ ਗੰਦਗੀ ਵਿੱਚ ਜਾ ਕੇ ਮੂੰਹ ਮਾਰੇ, ਆਪਣੀ ਮਰਜ਼ੀ ਕਰਦਾ ਕਰਦਾ ਕੁੱਤਾ ਕਿਸੇ ਬੰਦੇ ਨੂੰ ਪੈ ਜਾਏ, ਫਿਰ ਮਾਲਕ ਦੇ ਹੱਥ 'ਚ ਡੰਡਾ ਹੁੰਦਾ, ਉਹ ਘੂਰਦਾ ਹੈ, ਕਿਉਂਕਿ ਉਹਨਾਂ ਨੂੰ ਸਮਝਾਇਆ ਸੀ ਵੀ ਤੂੰ ਗੰਦਗੀ 'ਚ ਮੂੰਹ ਨਹੀਂ ਮਾਰਨਾ। ਉਹਨੇ ਸਮਝਾਇਆ ਕਿ ਕਿਸੇ ਬੰਦੇ ਨੂੰ ਪੈਣਾ ਨਹੀਂ ਹੈ, ਫਿਰ ਉਹ ਕੁਟਾਈ ਦਾ ਵੀ ਹੱਕਦਾਰ ਹੈ। ਇਸੇ ਤਰ੍ਹਾਂ ਰੱਬ ਜੀ ਨੇ ਸਾਨੂੰ ਸੁਤੰਤਰਤਾ ਦਿੱਤੀ ਹੈ, ਮੈਨੂੰ ਦਿੱਤੀ ਹੈ, ਤੁਹਾਨੂੰ ਦਿੱਤੀ ਹੈ ਵੀ ਤੁਸੀਂ ਆਪਣੀ ਸਮਝ ਮੁਤਾਬਕ ਨੂੰ ਸਮਝ ਪਾਈ ਹੈ, ਉਹਦੇ ਮੁਤਾਬਕ ਕਾਰਜ ਕਰੋ। ਪਰ ਕਾਰਜ ਕਰਦਿਆਂ ਕਰਦਿਆਂ ਗੁਰੂ ਦੇ ਉਪਦੇਸ਼ ਨੂੰ ਨਾ ਭੁੱਲਣਾ, ਜੋ ਰੱਬ ਜੀ ਚਾਹੁੰਦੇ ਨੇ ਉਹ ਨਾ ਭੁੱਲਣਾ, ਨਹੀਂ ਤੇ ਫਿਰ ਤੁਹਾਨੂੰ ਸਜ਼ਾ ਵੀ ਮਿਲ ਸਕਦੀ ਹੈ। ਮੇਰੇ ਮਾਲਕ ਨੇ ਸਭ ਕੁਝ ਦੇ ਹੁਕਮ 'ਚ ਹੁਕਮ ਹੈ, ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਜਿਸ ਦਿਨ ਇਹ ਗੱਲ ਸਮਝ ਆ ਗਈ ਨਾ, ਦੇਖੋ ਮੰਨ ਲਓ ਤੁਹਾਡੇ ਜ਼ਿਆਦਾ ਨੰਬਰ ਆ ਗਏ, ਤੁਸੀਂ ਫਸਟ ਆ ਗਏ ਕਲਾਸ ਦੇ ਵਿੱਚੋਂ, ਫਸਟ ਆਉਣ ਤੋਂ ਬਾਅਦ ਤੁਸੀਂ ਇਹ ਨਹੀਂ ਕਹੋਗੇ ਦੇਖਿਆ ਹੈ ਕੋਈ ਮੇਰੇ ਬਰਾਬਰ ਦਾ ਬੰਦਾ, ਲੈ ਕੇ ਆਓ ਤਾਂ ਮੇਰੇ ਬਰਾਬਰ ਦਾ ਬੰਦਾ। ਇਹਦਾ ਮਤਲਬ ਤੁਸੀਂ ਭੁੱਲ ਗਏ ਕਿ ਰੱਬ ਨੇ ਤੁਹਾਨੂੰ ਦਿਮਾਗ ਦਿੱਤਾ ਸੀ, ਤੁਸੀਂ ਭੁੱਲ ਗਏ ਕਿ ਰੱਬ ਨੇ ਤੁਹਾਨੂੰ ਚੰਗੀ ਸਿਹਤ ਦਿੱਤੀ ਸੀ, ਤੁਸੀਂ ਭੁੱਲ ਗਏ ਕਿ ਰੱਬ ਨੇ ਤੁਹਾਡੇ ਮਾਤਾ ਪਿਤਾ ਨੂੰ ਇੰਨੀ ਯੋਗਤਾ ਬਖਸ਼ਿਸ਼ ਕੀਤੀ ਸੀ ਕਿ ਤੁਹਾਨੂੰ ਟਿਊਸ਼ਨ ਜਾਂ ਤੁਹਾਨੂੰ ਚੰਗੀਆਂ ਕਿਤਾਬਾਂ ਲਿਆ ਕੇ ਦੇ ਦਿੱਤੀਆਂ। ਤੁਸੀਂ ਸਿਰਫ ਇਹ ਚੇਤੇ ਰੱਖਿਆ ਕਿ ਮੇਰਾ ਨੰਬਰ ਜ਼ਿਆਦਾ ਆ ਗਏ ਬਾਕੀਆਂ ਨਾਲੋਂ, ਪਰ ਬਾਕੀ ਗੱਲਾਂ ਭੁੱਲ ਗਏ ਨਾ। ਅਕਾਲ ਪੁਰਖ ਵਾਹਿਗੁਰੂ ਨੇ ਤੁਹਾਨੂੰ ਇਹੋ ਜਿਹਾ ਦਿਮਾਗ ਦੇ ਦਿੱਤਾ, ਇਹੋ ਜਿਹੇ ਟੀਚਰ ਦੇ ਦਿੱਤੇ, ਇਹੋ ਜਿਹੀ ਮਿਹਨਤ ਕਰਨ ਦਾ ਸਰੀਰ ਬਖਸ਼ਿਸ਼ ਕਰ ਦਿੱਤਾ, ਆਪਾਂ ਭੁੱਲ ਗਏ। ਫਿਰ ਕੀ ਹੋਇਆ? ਫਿਰ ਅਹੰਕਾਰ ਸ਼ੁਰੂ ਹੋ ਗਿਆ। ਦੇਖੋ ਇਹਦੀ ਲਾਸਟ ਪੰਕਤੀ ਹੈ ਦੂਸਰੀ ਪੌੜੀ ਦੀ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਜਿਹੜਾ ਹੁਕਮ ਨੂੰ ਬੁੱਝ ਲੈਂਦਾ ਹੈ ਨਾ ਵੀ ਸਭ ਕੁਝ ਮਾਲਕ ਦੀ ਰਜ਼ਾ ਵਿੱਚ ਹੋ ਰਿਹਾ ਹੈ, ਉਹਨੇ ਮੈਨੂੰ ਇਸ ਯੋਗ ਬਣਾਇਆ ਤਾਂ ਮੈਂ ਕਰ ਸਕਿਆ ਹਾਂ। ਜੇ ਆ ਜ਼ੁਬਾਨ ਹੀ ਨਾ ਮੇਰੀ ਹੁੰਦੀ, ਮੈਂ ਕਿਵੇਂ ਬੋਲਦਾ ਦੱਸੋ? ਜੇ ਤੁਹਾਡੇ ਕੰਨ ਨਾ ਹੁੰਦੇ ਤੁਸੀਂ ਕਿਵੇਂ ਸੁਣਦੇ ਦੱਸੋ? ਜੇ ਤੇ ਸਮਝ ਲਿਆ ਫਿਰ ਆਪਾਂ ਰੱਬ ਦਾ ਧੰਨਵਾਦ ਕਰਾਂਗੇ, ਮੇਰੇ ਮਾਲਕਾ ਤੁਹਾਡਾ ਥੈਂਕਸ, ਥੈਂਕ ਯੂ, ਤੁਸੀਂ ਮੈਨੂੰ ਜ਼ੁਬਾਨ ਦਿੱਤੀ ਹੈ, ਤੁਸੀਂ ਮੈਨੂੰ ਕੰਨ ਦਿੱਤੇ ਹੈ। ਫਿਰ ਹੰਕਾਰ ਨਹੀਂ ਕਰੇਗਾ ਜੋ ਹੁਕਮ ਨੂੰ ਬੁੱਝ ਗਿਆ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ, ਫਿਰ ਅਹੰਕਾਰ ਨਹੀਂ ਕਰਦਾ। ਅਗਲੀ ਪੌੜੀ, ਅਸੀਂ ਤੁਸੀਂ ਕੀ ਕਰਦੇ ਆ?
ਅਸੀਂ ਤੁਸੀਂ ਨਾ ਆਪਣੇ ਗੁਣ ਗਾਈ ਜਾਂਦੇ ਆ, ਬਸ ਮੈਂ ਇਹੋ ਜਿਹਾ, ਮੈਂ ਇਹੋ ਜਿਹਾ। ਪਰ ਜਦੋਂ ਹੁਕਮ ਨੂੰ ਬੁੱਝ ਲਿਆ ਤੇ ਸਮਝ ਆ ਗਿਆ ਮੈਂ ਤੇ ਕੁਝ ਵੀ ਨਹੀਂ, ਮੈਂ ਤੇ ਇੱਕ ਕਠਪੁਤਲੀ ਆ, ਨਚਾਉਣ ਵਾਲਾ ਤੇ ਉਹ ਹੈ। ਮੈਂ ਤੇ ਇੱਕ ਪਤੰਗ ਆ, ਉਡਾਉਣ ਵਾਲਾ ਤੇ ਉਹ ਹੈ। ਮੈਂ ਤੇ ਇੱਕ ਸਾਜ਼ ਆ, ਵਾਜਾ, ਸੋਹਣੀ ਧੁਨ ਨਿਕਲ ਰਹੀ ਹੈ ਤਾਂ ਲੋਕੀ ਝੂਮ ਰਹੇ ਨੇ, ਪਰ ਵਜਾਉਣ ਵਾਲਾ ਤੇ ਕੋਈ ਹੋਰ ਹੈ। ਜਦੋਂ ਇਹ ਸਮਝ ਆ ਗਈ ਨਾ, ਫਿਰ ਉਹ ਹੰਕਾਰ ਨਹੀਂ ਕਰਦਾ, ਉਹ ਆਪਣੀ ਮੈਂ ਨਹੀਂ ਕਰਦਾ, ਉਹ ਫਿਰ ਰੱਬ ਦੇ ਗੁਣ ਗਾਉਂਦਾ ਹੈ। ਅਗਲੀ ਪੌੜੀ ਹੈ, ਗਾਵੇ ਕੋ ਤਾਣ ਹੋਵੇ ਕਿਸੈ ਤਾਣ। ਦੇਖੋ ਤਾਣ ਹੈਗਾ ਉਹਦੇ ਵਿੱਚ, ਪਰ ਉਹਨੂੰ ਪਤਾ ਹੈ ਰੱਬ ਦਾ ਦਿੱਤਾ ਹੋਇਆ, ਰੱਬ ਦਾ ਦਿੱਤਾ ਹੋਇਆ। ਅਕਸਰ ਜਿਹਦੇ ਕੋਲ ਬਲ ਆ ਜਾਏ ਨਾ, ਬਲ, ਉਹ ਵੀ ਹੰਕਾਰੀ ਹੋ ਜਾਂਦਾ ਹੈ। ਜਿਹਦੇ ਕੋਲ ਧਨ ਆ ਜਾਏ ਉਹ ਵੀ ਅਹੰਕਾਰੀ ਹੋ ਜਾਂਦਾ ਹੈ। ਜਿਹਦੇ ਕੋਲ ਗਿਆਨ ਆ ਜਾਏ ਉਹ ਵੀ ਅਹੰਕਾਰੀ ਹੋ ਜਾਂਦਾ ਹੈ। ਇਸ ਪੌੜੀ ਵਿੱਚ ਵੇਖੋ, ਗਾਵੇ ਕੋ ਤਾਣ ਹੋਵੇ ਕਿਸੈ ਤਾਣ। ਜਿਹਦੇ ਵਿੱਚ ਬਲ ਆ ਗਿਆ ਉਹ ਹੰਕਾਰੀ ਨਹੀਂ ਹੋਏਗਾ ਫਿਰ, ਕਿਉਂਕਿ ਹੁਕਮ ਨੂੰ ਬੁੱਝ ਗਿਆ। ਉਹ ਕਹੇਗਾ ਸੱਚੇ ਪਾਤਸ਼ਾਹ ਮੇਰਾ ਕੋਈ ਜ਼ੋਰ ਨਹੀਂ, ਇਹ ਤੇਰੀ ਬਖਸ਼ਿਸ਼ ਹੈ। ਉਹ ਰੱਬ ਦੇ ਗੁਣ ਗਾਇਨ ਕਰੇਗਾ। ਜਿਹਦੇ ਕੋਲ ਦਾਤ ਆ ਗਈ, ਪੈਸਾ ਆ ਗਿਆ, ਕਿਉਂਕਿ ਪੈਸੇ ਨਾਲ ਹੀ ਪਦਾਰਥ ਆਣੇ ਨੇ ਨਾ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਉਹ ਅਹੰਕਾਰੀ ਨਹੀਂ ਹੋਏਗਾ। ਜਿਹਦੇ ਕੋਲ ਵੱਡੀ ਗੱਡੀ ਹੈ ਉਹ ਦੂਜੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਕਈ ਵਾਰੀ, ਇਹ ਸਾਡੇ ਸਟੇਟਸ ਦਾ ਨਹੀਂ ਹੈਗਾ ਜੀ। ਜੇ ਤਾਂ ਇਹੋ ਜਿਹੀ ਵਿਚਾਰ ਹੈ ਫਿਰ ਤਾਂ ਇਹਦਾ ਮਤਲਬ ਅਸੀਂ ਸਮਝ ਨਹੀਂ ਸਕੇ ਵੀ ਮੇਰੇ ਮਾਲਕ ਨੇ ਇਹ ਮੈਨੂੰ ਦਾਤਾਂ ਦਿੱਤੀਆਂ, ਮੈਨੂੰ ਜੇ ਅੱਜ ਮਹਿਲ ਦਿੱਤੇ ਹੈ ਤੇ ਕੱਲ ਨੂੰ ਮੈਨੂੰ ਕੁੰਡਲੀ ਵਿੱਚ ਵੀ ਕਰ ਸਕਦਾ। ਅੱਜ ਮੇਰੇ ਕੋਲ 4 ਪੈਸੇ ਹੈ ਤੇ ਖੋ ਵੀ ਸਕਦਾ ਹੈ, ਕੁਝ ਵੀ ਹੋ ਸਕਦਾ ਹੈ, ਕੋਈ ਪਤਾ ਥੋੜੀ ਨਾ। ਇੱਕ ਬਿਮਾਰੀ ਲੱਗਦੀ ਹੈ ਸਰੀਰ ਨੂੰ, ਜਮਾ ਕੀਤੇ ਲੱਖਾਂ ਰੁਪਏ ਸਭ ਗਏ, ਸਭ ਗਏ। ਸ਼ੁਕਰ ਕਰਿਆ ਕਰੀਏ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਜਿਹਦੇ ਕੋਲ ਗਿਆਨ ਆ ਗਿਆ ਉਹਦੀ ਗੱਲ ਵੀ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਜਿਹਦੇ ਕੋਲ ਗਿਆਨ ਹੈ ਨਾ ਉਹ ਹੰਕਾਰੀ ਨਹੀਂ ਬਣੇਗਾ, ਸਗੋਂ ਉਹਦੇ ਰਾਹੀਂ ਵਿਚਾਰ ਕਰੇਗਾ ਵੀ ਮਨ ਕੀ ਹੈ, ਰੱਬ ਜੀ ਨਾਲ ਕਿਵੇਂ ਮਿਲਿਆ ਜਾਏ, ਗੁਰੂ ਸਾਹਿਬ ਸਾਨੂੰ ਕੀ ਕਰਨ ਵਾਸਤੇ ਕਹਿੰਦੇ ਨੇ। ਭਾਵ ਅਰਥ ਉਹ ਆਪਣਾ ਜਿਹੜਾ ਗਿਆਨ ਹੈ ਉਹ ਰੱਬ ਦੀ ਵਿਚਾਰ ਵਾਲੇ ਪਾਸੇ ਲਾਵੇਗਾ। ਅਗਲੀ ਪੌੜੀ ਬੜੀ ਪਿਆਰੀ ਗੱਲ ਹੈ ਉਸ ਪੌੜੀ ਵਿੱਚ। ਕੀ ਤੁਸੀਂ ਰੱਬ ਜੀ ਨਾਲ ਗੱਲਾਂ ਕਰਨੀਆਂ ਚਾਹੁੰਦੇ ਹੋ? ਜੇ ਮੈਂ ਆਪਣੇ ਆਪ ਨੂੰ ਪੁੱਛਾਂ ਕਿ ਮੈਂ ਰੱਬ ਨਾਲ ਗੱਲਾਂ ਕਰਨੀਆਂ ਚਾਹੁੰਦਾ, ਤੇ ਬੰਦਿਆ ਕਹੇਗਾ ਹਾਂ ਮੈਂ ਰੱਬ ਨਾਲ ਗੱਲਾਂ ਕਰਨੀਆਂ ਚਾਹੁੰਦਾ। ਹੁਣ ਆਪਾਂ ਗੱਲਾਂ ਕਰ ਰਹੇ ਹਾਂ, ਮੈਂ ਕੁਝ ਬੋਲ ਰਿਹਾ, ਤੁਸੀਂ ਸੁਣ ਰਹੇ ਹੋ। ਤੁਸੀਂ ਪਤਾ ਕਿਉਂ ਸੁਣ ਪਾ ਰਹੇ ਹੋ? ਕਿਉਂਕਿ ਤੁਹਾਨੂੰ ਮੇਰੀ ਵਾਲੀ ਬੋਲੀ ਆਉਂਦੀ ਹੈ। ਮੈਂ ਪੰਜਾਬੀ ਬੋਲ ਰਿਹਾ, ਤੁਹਾਨੂੰ ਪੰਜਾਬੀ ਆਉਂਦੀ ਹੈ। ਪਰ ਜੇ ਮੈਂ ਕੋਈ ਐਸੀ ਭਾਸ਼ਾ ਬੋਲਣ ਲੱਗ ਪਵਾਂ ਜਿਹੜੀ ਤੁਹਾਨੂੰ ਨਾ ਆਉਂਦੀ ਹੋਵੇ, ਫਿਰ ਤੁਸੀਂ ਕੀ ਕਰੋਗੇ? ਕਹੋਗੇ ਭਾਈ ਪਤਾ ਨਹੀਂ ਕੀ ਬੋਲੀ ਜਾਂਦਾ, ਬੰਦ ਕਰਕੇ ਚਲੇ ਜਾਓਗੇ। ਦੋ ਬੰਦੇ ਤਾਂ ਹੀ ਗੱਲਾਂ ਕਰ ਸਕਦੇ ਆ ਜੇ ਦੋਹਾਂ ਨੂੰ ਇੱਕ ਦੂਏ ਦੀ ਭਾਸ਼ਾ ਆਉਂਦੀ ਹੋਵੇ। ਮੈਨੂੰ ਸਾਖੀ ਚੇਤੇ ਆ ਗਈ, ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ, ਸੱਚੇ ਪਾਤਸ਼ਾਹ ਮੇਰਾ ਇੱਕ ਸਵਾਲ ਹੈ, ਜਵਾਬ ਦਿਓ। ਹਜ਼ੂਰ ਕਹਿਣ ਲੱਗੇ ਦੱਸੋ। ਸੱਚੇ ਪਾਤਸ਼ਾਹ ਵੀ ਤੁਹਾਨੂੰ ਮੈਂ ਜਦੋਂ ਬਾਣੀ ਪੜ੍ਹਦਿਆਂ ਦੇਖਦਾ ਹੈ ਨਾ, ਜੋ ਤੁਸੀਂ ਪੜ੍ਹਦੇ ਹੋ 100 ਦਰ 13 ਕਿਹਾ। ਹੁਣ 13 ਤਾਂ ਉਦੋਂ ਕਿਹਾ ਜਾਂਦਾ ਸਾਹਮਣੇ ਹੋਵੇ ਕੋਈ ਬੰਦਾ। ਇਹਦਾ ਮਤਲਬ ਤੁਸੀਂ ਰੱਬ ਨਾਲ ਗੱਲਾਂ ਕਰਦੇ ਹੋ, ਤੁਸੀਂ ਰੱਬ ਨਾਲ ਗੱਲਾਂ ਕਰਦੇ ਹੋ। ਜਦੋਂ ਤੁਸੀਂ ਇਹੋ ਜਿਹੇ ਬਚਨ, ਜੇ ਅਸੀਂ ਆਪਣੀ ਗੱਲ ਕਰੀਏ, ਮੰਨ ਲਓ ਅਸੀਂ ਬਾਣੀ ਪੜ੍ਹਦੇ ਹਾਂ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਤੇਰਾ ਤਾਂ ਕਿਹਾ ਜਾਂਦਾ ਜੇ ਕੋਈ ਸਾਹਮਣੇ ਹੋਵੇ ਤਾਂ ਹੀ ਮੈਂ ਤੇਰਾ ਸ਼ਬਦ ਵਰਤਦਾ ਵੀ ਇਹ ਤੇਰਾ ਹੈ। ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਇੱਥੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਵੀ ਤੇਰਾ ਸ਼ਬਦ ਬਹੁਤ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਜਦੋਂ ਤੇਰਾ ਸ਼ਬਦ ਬੋਲਦੇ ਹੋ, ਮੈਨੂੰ ਤਾਂ ਇੰਝ ਲੱਗਦਾ ਵੀ ਤੁਸੀਂ ਰੱਬ ਨਾਲ ਗੱਲਾਂ ਕਰਦੇ ਹੋ। ਸੱਚੇ ਪਾਤਸ਼ਾਹ ਮੈਂ ਵੀ ਰੱਬ ਨਾਲ ਗੱਲਾਂ ਕਰਨੀਆਂ ਚਾਹੁੰਦਾ, ਮੈਨੂੰ ਵੀ ਦੱਸੋ। ਤੇ ਹਜ਼ੂਰ ਕਹਿਣ ਲੱਗੇ ਵੀ ਦੇਖੋ ਭਾਈ, ਜੇ ਰੱਬ ਜੀ ਨਾਲ ਗੱਲਾਂ ਕਰਨੀਆਂ ਫਿਰ ਰੱਬ ਦੀ ਭਾਸ਼ਾ ਸਿੱਖਣੀ ਪਏਗੀ ਜੀ। ਕਿਹੜੀ ਭਾਸ਼ਾ? ਸੰਸਕ੍ਰਿਤੀ, ਫਾਰਸੀ? ਹਜ਼ੂਰ ਕਹਿਣ ਲੱਗੇ ਨਹੀਂ। ਕਿਹੜੀ ਹੈ ਰੱਬ ਦੀ ਬੋਲੀ?
ਅਗਲੀ ਪੌੜੀ ਵਿੱਚ ਮੇਰੇ ਮਾਲਕ ਨੇ ਦੱਸਿਆ, ਸਾਚਾ ਸਾਹਿਬ ਸਾਚ ਨਾਏ ਭਾਖਿਆ। ਭਾਖਿਆ ਦਾ ਅਰਥ ਹੈ ਬੋਲੀ, ਭਾਸ਼ਾ। ਭਾਖਿਆ ਭਾਉ, ਭਾਵ ਦਾ ਅਰਥ ਹੈ ਪ੍ਰੇਮ। ਰੱਬ ਦੀ ਬੋਲੀ ਹੈ ਪ੍ਰੇਮ। ਰੱਬ ਦੀ ਕਿਹੜੀ ਬੋਲੀ ਹੈ? ਪ੍ਰੇਮ। ਜਪਜੀ ਸਾਹਿਬ ਦਾ ਸੁਨੇਹਾ ਦੱਸ ਰਿਹਾ ਵੀ ਜੇ ਰੱਬ ਨਾਲ ਗੱਲਾਂ ਕਰਨੀਆਂ ਸਾਡੇ ਅੰਦਰ ਪਿਆਰ ਹੋਣਾ ਚਾਹੀਦਾ। ਭਾਖਿਆ ਭਾਉ ਅਪਾਰ, ਆਖੈ ਮੰਗੈ ਦੇ ਦੇ ਦਾਤ ਕਰੇ ਦਾਤਾਰ। ਜਦੋਂ ਫਿਰ ਕੋਈ ਪਿਆਰ ਦੇ ਨਾਲ ਆਖਦਾ, ਮੰਗਦੇ ਆ ਜੀਵ ਮੈਨੂੰ ਆਹ ਦੇ ਆਹ ਦੇ ਆਹ ਦੇ। ਹੁਣ ਅਸੀਂ ਤੇ ਸੜੇ ਭੁੱਜੇ ਬੈਠੇ ਆ ਅੰਦਰ, ਸਾਡੇ ਅੰਦਰ ਪ੍ਰੇਮ ਤਾਂ ਹੈ ਹੀ ਨਹੀਂ। ਦੇਖੋ ਧਰਮ ਦੇ ਨਾਂ ਤੇ ਦੰਗੇ, ਹੱਦ ਹੋ ਗਈ। ਧਰਮ ਤਾਂ ਪ੍ਰੇਮ ਸਿਖਾਉਂਦਾ ਹੈ, ਧਰਮ ਦੇ ਨਾਲ ਕਿਵੇਂ? ਇਹਦਾ ਮਤਲਬ ਧਰਮੀ ਹੈ ਨਹੀਂ, ਭੁਲੇਖਾ ਹੀ ਆ ਸਾਨੂੰ। ਜੇ ਧਰਮੀ ਹੋਣ ਕਰਕੇ ਸਾਡੇ ਅੰਦਰ ਗੁੱਸਾ ਆ ਰਿਹਾ ਨਾ, ਇਹਦਾ ਮਤਲਬ ਸਾਨੂੰ ਪਤਾ ਹੀ ਨਹੀਂ ਧਰਮ ਕਿਹਨੂੰ ਕਹਿੰਦੇ ਆ। ਧਰਮੀ ਬੰਦਾ ਕਦੇ ਗੁੱਸਾ ਨਹੀਂ ਕਰ ਸਕਦਾ, ਉਹਦੇ ਅੰਦਰ ਪ੍ਰੇਮ ਹੁੰਦਾ ਹੈ, ਉਹ ਤਾਂ ਸਭ ਦਾ ਭਲਾ ਕਰੇਗਾ। ਭਾਈ ਕਨ੍ਹਈਆ ਜੀ ਦਾ ਜੀਵਨ ਹੈ ਨਾ, ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ, ਉਹਨਾਂ ਦਾ ਪ੍ਰੇਮ ਦੇਖੋ ਕਿੰਨਾ। ਕਿਉਂ? ਭਾਖਿਆ ਭਾਉ ਅਪਾਰ, ਰੱਬ ਦੀ ਬੋਲੀ ਹੈ ਪ੍ਰੇਮ। ਜਿਹਨੇ ਰੱਬ ਜੀ ਨਾਲ ਗੱਲਾਂ ਕਰਨੀਆਂ ਉਹਦੇ ਅੰਦਰ ਪ੍ਰੇਮ ਹੋਣਾ ਚਾਹੀਦਾ। ਫਿਰ ਇਸੇ ਪੌੜੀ ਵਿੱਚ ਹੋਰ ਗੱਲ ਦੱਸੀ ਹੈ ਕਿ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਰੱਬ ਦਾ ਦਰਬਾਰ ਦਿਸੇ। ਇਹਦੇ ਚ ਪ੍ਰਸ਼ਨ ਕੀਤਾ ਗਿਆ ਹੈ ਕਿ ਵੀ ਮੈਂ ਮੂੰਹ ਤੋਂ ਕਿਹੜਾ ਐਸਾ ਬਚਨ ਬੋਲਾਂ ਕਿ ਰੱਬ ਜੀ ਨੂੰ ਬੜਾ ਪਿਆਰਾ ਲੱਗੇ। ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਕਿਹੜੀ ਭੇਟਾ ਅੱਗੇ ਰੱਖੀਏ? ਫੇਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ। ਤੋਂ ਪਹਿਲਾਂ ਕਿਹਾ ਮੈਂ ਤੁਹਾਡੇ ਘਰ ਜਾਣਾ, ਤੁਸੀਂ ਮੇਰੇ ਘਰ ਆਉਂਦੇ ਹੋ, ਤੇ ਕਈ ਵਾਰ ਏਦਾਂ ਹੁੰਦਾ ਅਸੀਂ ਕੋਈ ਨਾ ਕੋਈ ਫਲ ਫਰੂਟ ਲੈ ਜਾਂਦੇ ਆ, ਤੋਹਫਾ ਲੈ ਜਾਂਦੇ ਆ। ਏਦਾਂ ਹੀ ਕਰਦੇ ਆ ਨਾ। ਜਦੋਂ ਕੋਈ ਵੱਡਾ ਆਉਂਦਾ, ਛੋਟਿਆਂ ਨੂੰ ਘਰ ਵਿੱਚ ਕੋਈ ਨਾ ਕੋਈ 50, 100, 200 ਰੁਪਇਆ ਦੇ ਕੇ ਵੀ ਜਾਂਦਾ ਹੋਏਗਾ ਤੁਹਾਨੂੰ, ਤੁਹਾਡੇ ਮਾਮੇ ਚਾਚੇ ਆਉਂਦੇ ਹੋਣਗੇ। ਇਹ ਕਿਉਂ ਹੁੰਦਾ? ਕੋਈ ਨਾ ਕੋਈ ਭੇਟਾ ਦਿੱਤੀ ਜਾਂਦੀ ਹੈ। ਸੱਚੇ ਪਾਤਸ਼ਾਹ ਮੈਂ ਕਿਹੜੀ ਭੇਟਾ ਲੈ ਕੇ ਜਾਵਾਂ ਕਿ ਰੱਬ ਜੀ ਨੂੰ ਚੰਗਾ ਲੱਗੇ? ਹਜ਼ੂਰ ਕਹਿਣ ਲੱਗੇ ਵੀ ਜੇ ਤੂੰ ਭੇਟਾ ਲੈ ਕੇ ਜਾਣੀ ਹੈ ਨਾ, ਫਿਰ ਤੂੰ ਇੱਕ ਚੀਜ਼ ਉਹਦੇ ਅੱਗੇ ਰੱਖ। ਹੁਣ ਸਾਰੇ ਬੜੇ ਧਿਆਨ ਦੇ ਨਾਲ ਸੁਣਨਾ ਵੀ ਰੱਬ ਨੂੰ ਕਿਹੜੀ ਭੇਟਾ ਦੇਣੀ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਉਹ ਵੇਲਾ ਟਿਕਿਆ ਹੋਇਆ ਸਮਾਂ ਹੈ ਜਦੋਂ ਭੱਜ ਨੱਠ ਨਹੀਂ। ਹੁਣ ਦੇਖੋ ਮੇਰੇ ਵਰਗਾ ਬੰਦਾ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਉਧਰ ਬੱਸ ਆਉਣ ਦਾ ਸਮਾਂ ਹੁੰਦਾ ਛੇਤੀ, ਅੱਧਾ ਧਿਆਨ ਕੱਪੜੇ ਪਾਉਣ ਵਿੱਚ, ਅੱਧਾ ਧਿਆਨ ਦਸਤਾਰ ਸਜਾਉਣ ਵਿੱਚ, ਤੇ ਨਾਲ ਮੂੰਹ ਫਟਾਫਟ ਪੜੀ ਜਾ ਰਿਹਾ, ਕੋਈ ਬਿਨਾਂ ਸਮਝਿਆ ਸੋਚਿਆ। ਜੇ ਤੁਹਾਡੇ ਮਾਤਾ ਪਿਤਾ ਜੀ ਪ੍ਰਸ਼ਾਦਾ ਬਣਾਉਣ ਲੱਗਿਆ ਹੋਰ ਪਾਸੇ ਧਿਆਨ ਰੱਖਣ, ਪ੍ਰਸ਼ਾਦਾ ਤੁਹਾਡਾ ਸੜ ਜਾਏਗਾ ਕਿ ਨਹੀਂ ਸੜੇਗਾ? ਦੱਸੋ। ਹਾਂਜੀ। ਏਦਾਂ ਹੀ ਜੇ ਆਪਾਂ ਪਾਠ ਕਰਨ ਲੱਗਿਆ ਧਿਆਨ ਹੋਰ ਪਾਸੇ 'ਚ ਰੱਖਿਆ, ਹਾਂਜੀ, ਗੜਬੜ ਹੋ ਜਾਏਗੀ। ਇਸ ਕਰਕੇ ਅੰਮ੍ਰਿਤ ਵੇਲਾ ਜਦੋਂ ਸਾਨੂੰ ਭੱਜ ਨੱਠ ਨਹੀਂ ਹੈ, ਕਿਸੇ ਪਾਸੇ ਸਾਡੇ ਘਰ ਕਿਸੇ ਨੇ ਨਹੀਂ ਆਉਣਾ, ਅਸੀਂ ਕਿਸੇ ਦੇ ਘਰ ਨਹੀਂ ਜਾਣਾ, ਕੋਈ ਚਿੰਤਾ ਨਹੀਂ ਹੈ ਸਾਨੂੰ, ਟਿਕਵਾਂ ਸਮਾਂ ਐਨ ਪਿਆਰ ਦੇ ਨਾਲ ਕਹਿੰਦੇ ਫਿਰ ਕੀ ਕਰਨਾ ਹੈ? ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਰੱਬ ਦੀਆਂ ਵਡਿਆਈਆਂ ਦੀਆਂ ਵਿਚਾਰਾਂ ਕਰਨੀਆਂ, ਗੱਪਾਂ ਨਹੀਂ ਮਾਰਨੀਆਂ ਬੈਠ ਕੇ। ਉਸ ਵੇਲੇ ਮੇਰੇ ਵਰਗੇ ਬੰਦੇ 5 ਵਜੇ ਉੱਠ ਕੇ ਕਈ ਵਾਰੀ ਅਖਬਾਰ ਪੜ੍ਹ ਕੇ ਜਾਂ ਦੂਜੇ ਨੂੰ ਉਠਾ ਕੇ ਗੱਪਾਂ ਮਾਰਨ ਲੱਗ ਪੈਣ। ਨਹੀਂ, ਰੱਬ ਜੀ ਦੀ ਵਿਚਾਰ ਕਰੀਏ, ਬਾਣੀ ਪੜ੍ਹੀਏ, ਸੋਚੀਏ ਵੀ ਮੈਨੂੰ ਮਾਰੇ ਮਾਲਕ ਨੇ ਕੀ ਕਿਹਾ। ਆਹ ਸੁਨੇਹਾ ਦਿੰਦਾ ਜਪਜੀ ਸਾਹਿਬ। ਫੇਰ ਤੁਹਾਨੂੰ ਰੱਬ ਦਾ ਦਰਬਾਰ ਨਜ਼ਰ ਆਏਗਾ, ਫਿਰ ਰੱਬ ਦੀ ਕਿਰਪਾ ਹੋਏਗੀ। ਆ ਕਰਕੇ ਤੇ ਵੇਖੀਏ। ਤੇ ਉਸ ਤੋਂ ਅਗਲੀ ਪੌੜੀ ਹਜ਼ੂਰ ਸਮਝਾਉਂਦੇ ਨੇ ਵੀ ਇਹ 'ਚ ਮਦਦ ਕੌਣ ਕਰੇਗਾ ਸਾਡੀ। ਵੈਸੇ ਤਾਂ ਬਹੁਤ ਲੰਮੀ ਪੌੜੀ 'ਚ ਕਈ ਸਵਾਲਾਂ ਦੇ ਜਵਾਬ ਨੇ ਵੀ ਰੱਬ ਕੀ ਹੈ। ਇਸ ਪੌੜੀ ਵਿੱਚ ਜਵਾਬ ਹੈ, ਰੱਬ ਉਹ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਹਨੂੰ ਮੂਰਤੀ ਵਾਂਗੂ ਸਥਾਪਿਤ ਨਹੀਂ ਕੀਤਾ ਜਾ ਸਕਦਾ। ਰੱਬ ਐਸਾ ਹੈ ਜਿਹਨੂੰ ਮੂਰਤੀ ਵਾਂਗੂ ਸਥਾਪਿਤ ਨਹੀਂ ਕੀਤਾ ਜਾ ਸਕਦਾ, ਜਿਹਦਾ ਬਣਾਇਆ ਹੋਇਆ ਨਹੀਂ ਬਣਦਾ। ਉਹ ਰੱਬ ਦੀ ਅਸੀਂ ਸਿਮਰਨ ਕਿਉਂ ਕਰੀਏ? ਰੱਬ ਦਾ ਸਿਮਰਨ ਕਿਉਂ ਕਰੀਏ? ਇਹਦੇ ਵਿੱਚ ਜਵਾਬ ਹੈ, ਜਿਨ ਸੇਵਿਆ ਤਿਨ ਪਾਇਆ ਮਾਨ। ਇਸ ਕਰਕੇ ਸਿਮਰਨ ਕਰੀਏ ਤਾਂ ਕਿ ਮਾਣ ਮਿਲ ਸਕੇ ਸਾਨੂੰ। ਦੇਖੋ ਭਗਤ ਕਬੀਰ ਜੀ ਦਾ ਕਿੰਨਾ ਮਾਣ ਹੈ, ਭਗਤ ਰਵਿਦਾਸ ਜੀ ਦਾ ਕਿੰਨਾ ਮਾਣ ਹੈ, ਭਗਤ ਨਾਮਦੇਵ ਜੀ ਦਾ ਕਿੰਨਾ ਮਾਣ ਹੈ।
ਭਗਤ ਧੰਨਾ ਜੀ ਦਾ ਕਿੰਨਾ ਮਾਣ ਹੈ, ਗੁਰੂਆਂ ਪੀਰਾਂ ਸਿੱਖਾਂ ਦਾ ਕਿੰਨਾ ਮਾਣ ਹੈ। ਕਿਉਂ? ਕਿਉਂਕਿ ਜਨ ਸੇਵਾ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਕਿਵੇਂ ਗਾਈਏ? ਰੱਬ ਦਾ ਸਿਮਰਨ ਕਿਵੇਂ ਕਰੀਏ? ਹਜ਼ੂਰ ਕਹਿੰਦੇ ਗਾਵੀਐ ਸੁਣੀਐ ਮਨ ਰੱਖੀਐ ਭਾਉ। ਭਾਵ ਦਾ ਅਰਥ ਹੈ ਪ੍ਰੇਮ। ਏਦਾਂ ਸਿਮਰਨ ਕਰਨਾ ਹੈ, ਗਾਉਣਾ ਵੀ ਹੈ ਪ੍ਰੇਮ ਨਾਲ, ਸੁਣਨਾ ਵੀ ਹੈ ਪ੍ਰੇਮ ਦੇ ਨਾਲ। ਏਦਾਂ ਨਾ ਆਪਾਂ ਗਾਈ ਚੱਲੀਏ ਕਿ ਮਤਲਬ ਕਿ ਬਿਲਕੁਲ ਹੀ ਕੰਮ ਖਰਾਬ ਹੋ ਜਾਏ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਫਿਰ ਕੀ ਹੋਏਗਾ? ਬੰਦਾ ਕਹਿੰਦਾ ਕਿਉਂ ਸਿਮਰਨ ਕਰੀਏ? ਦੁੱਖ ਪਰ ਹਰ, ਸਾਡੇ ਦੁੱਖ ਦੂਰ ਹੋ ਜਾਣਗੇ ਉਦੋਂ। ਫਿਰ ਹੋਰ ਕੀ ਹੋਏਗਾ? ਸੁੱਖ ਘਰ ਲੈ ਜਾਏ, ਆਪਣੇ ਹਿਰਦੇ ਵਿੱਚ ਸੁੱਖ ਲੈ ਜਾਏਗਾ ਉਹ। ਕੀ ਆਪਾਂ ਦੁੱਖ ਦੂਰ ਕਰਨਾ ਚਾਹੁੰਦੇ ਆ? ਤਰੀਕਾ ਇੱਕੋ ਹੀ ਹੈ, ਪ੍ਰਭੂ ਦਾ ਸਿਮਰਨ ਪਿਆਰ ਦੇ ਨਾਲ ਕਰੀਏ। ਹੁਣ ਜਿਹੜਾ ਪਿਆਰ ਨਾਲ ਕਰੇਗਾ ਨਾ, ਫਿਰ ਗੁਰੂ ਦੀ ਗੱਲ ਮੰਨੇਗਾ ਵੀ, ਝੂਠ ਨਹੀਂ ਬੋਲੇਗਾ, ਸੱਚ ਬੋਲੇਗਾ, ਠੱਗੀ ਠੋਰੀ ਨਹੀਂ ਕਰੇਗਾ, ਇਮਾਨਦਾਰੀ ਨਾਲ ਕਰੇਗਾ, ਦੂਜਾ ਜੇਬਾਂ ਨਹੀਂ ਕੱਟੇਗਾ। ਉਹਨੂੰ ਪੁਲਿਸ ਤੋਂ ਫੜ ਕੇ ਲੈ ਕੇ ਜਾਏਗੀ ਫਿਰ ਭਾਈ, ਆਪਣੇ ਆਪ ਹੀ ਸਭ ਕੁਝ ਠੀਕ ਹੋਏਗਾ ਉਹਦਾ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਾਰ ਹਰ ਸੁਖ ਘਰ ਲੈ ਜਾਏ। ਇਹਦੇ ਚ ਸਾਡੀ ਮਦਦ ਕੌਣ ਕਰੇਗਾ? ਰੱਬ ਦੇ ਸਿਮਰਨ ਵਿੱਚ ਮਦਦ ਕੌਣ ਕਰੇਗਾ? ਹਜ਼ੂਰ ਕਹਿੰਦੇ ਗੁਰੂ ਕਰੇਗਾ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰੂ ਦੇ ਮੂੰਹ ਤੋਂ ਨਿਕਲਿਆ ਹੋਇਆ ਸ਼ਬਦ ਨਾ ਰੱਬੀ ਗਿਆਨ ਹੈ। ਰੱਬੀ ਗਿਆਨ, ਜੇ ਕਿਤੇ ਰੱਬੀ ਗਿਆਨ ਲੈਣਾ ਹੈ ਨਾ, ਰੱਬੀ ਗਿਆਨ ਕਿੱਥੋਂ ਮਿਲੇਗਾ? ਗੁਰੂ ਦੇ ਮੂੰਹ ਤੋਂ। ਗੁਰੂ ਦੇ ਮੂੰਹ ਤੋਂ ਹੀ ਸਾਰੀ ਬਾਣੀ ਨਿਕਲੀ ਹੈ ਨਾ। ਕਿਹਾ ਜਾਂਦਾ ਵਾਹ ਵਾਹ ਬਾਣੀ ਨਿਰੰਕਾਰ ਹੈ, ਇਹ ਨਿਰੰਕਾਰ ਦੀ ਬਾਣੀ ਹੈ, ਕਿਉਂਕਿ ਰੱਬੀ ਗਿਆਨ ਹੈ ਇਹਦੇ ਵਿੱਚ। ਗੁਰੂ ਹੀ ਸਾਡੇ ਵਿੱਚ ਸਭ ਕੁਝ ਹੈ। ਗੁਰੂ ਸਾਡੇ ਲਈ, शिव जी साडे लिए कौन है? गुरु। ब्रह्मा साडे लिए कौन है? गुरु। विष्णु साडे लिए कौन है? गुरु। पार्वती माई कौन है? गुरु। साडे वास्ते सब कुछ गुरु है। असं गुरु नूं छड्ड के किधरे होर नहीं जांदे। गुर ईश्वर, गुर गोरख बर्मा, गुर पार्वती माई, ये जपजी साहिब सबूं सिखाउंदा है। अगली पौड़ी हजूर कहने लगे, देखो एक पासे है तीरथ, ਆਪਾਂ क्यों नहाउंदे तीरथ ते? सोचदे साडे पाप लथ जाणगे। हजूर कहने लगे भी देखो मैनूं नहाउण ते कोई इतराज नहीं है, पर मैं ना अपने मन दे नाल एक गल कीती हुई कि मैं काम वो करना है जो रब नूं पसंद हो। तीरथ नहावां जे तिस भावां, मैं तीरथ नहावां पर तां जे उहनूं भा जावां इस तरह करके, विण भाणे जिहनूं चंगा ही नहीं लगदा कि नहाए करी, फिर मैं नहा के की करना? जे रब नूं चंगा ही नहीं लगता मेरा नहाउणा ते फिर मैं नहा के दसो की करना है? क्योंकि जिन्नी भी सृष्टि असीं वेखदे हां, जेती सिठ उपाई वेखां विण कर्मा के मिले लई। जे रब नूं खुशी आउंदी तां ही मैनूं कुछ मिलेगा, जे रब खुशी नहीं है फिर मैनूं की मिल सकदा है? जे रब किवें खुश हुंदा? की करिए? तीर्थां ते नहीं नहाना, फिर करिए की? कहते गुरु कोल जा तू, जेती सिठ उपाई वेखां विण कर्मा के मिले लई, मत विच रतन जवाहर माणिक, जे एक गुर की सिख सुनी। गुरु दी एक सिक्ख्या भी सुन ली जाए ना, एक सिक्ख्या भी लै ली जाए ते साडे मत विच कीमती हीरे रतन जवाहरात शुभ विचार पैदा हो जाते जो रब नूं चंगे लगदे। ਆਪਾਂ तीर्थां ते नहीं नहाना, ਆਪਾਂ गुरु की सेवा विच लगना, याद रखना। जे असीं चाहुंदे हां साडे ते शुभ विचार पैदा होण तां ही साडे पाप कट्टे जाणगे। तुसीं सोचो भी एक चोर बंदा है, चोर बंदा गंगा विच डुबकी मारे, बाहर निकल के दसो चोर नहीं रहेगा? एक बंदा खूनी है, कातल है, उहनूं जाके जमुना दे विच डुबकी दवा दिओ ते जज नूं कहो भी इह हुण जमुना विच नहाया है जी, इह हुण खूनी नहीं रहा, इहनूं तुसीं बरी कर दो। ऐदा हो सकता? नहीं, ऐदा नहीं हो सकता। वो चोर चोर ही रहेगा, वो खूनी खूनी रहेगा। पर जे गुरु कोल बिठा देवांगे ना, गुरु ओदे अंदर ऐसा जीवन पैदा कर देगा, वो मुड़ के चोरी नहीं कर सकेगा, वो मुड़ के खूनी नहीं बनेगा। इस करके हजूर कहते गुरु कोल जा ताकि तेरा जीवन जिहड़ा हैगा वो सफल हो सके। उस तो अगली पौड़ी 7वीं पौड़ी विच मेरे मालिक पता की कहंदे,
ਬੰਦਾ ਕਹਿੰਦਾ ਜੇ ਮੇਰੀ ਉਮਰ ਵੱਡੀ ਹੋ ਜਾਏ ਨਾ ਫਿਰ ਗੱਲ ਬਣ ਜਾਏ, ਜੇ ਸਾਰੇ ਲੋਕ ਮੇਰੀ ਗੱਲ ਮੰਨਣ ਲੱਗ ਪੈਣ ਨਾ ਫਿਰ ਗੱਲ ਬਣ ਜਾਏ, ਜੇ ਸਾਰੇ ਮੇਰੀ ਜੈ ਜੈਕਾਰ ਕਰਨ ਨਾ ਫਿਰ ਬੜਾ ਮਜ਼ਾ ਆ ਜਾਏਗਾ। ਹਜ਼ੂਰ ਕਹਿਣ ਲੱਗੇ ਚਲੋ ਸਾਰਾ ਕੁਝ ਹੋ ਗਿਆ ਤੇਰੇ ਨਾਲ, ਸਮਝੋ ਕੀ ਕੁਝ ਹੋ ਗਿਆ। ਜੇ ਜੁਗ ਚਾਰੇ ਆਰਜਾ, 4 ਜੁਗਾਂ ਜਿੰਨੀ ਤੇਰੀ ਉਮਰ ਹੋ ਜਾਏ, 4 ਜੁਗਾਂ ਜਿੰਨੀ, ਮਰੇ ਹੀ ਨਾ ਤੂੰ, ਹੋਰ ਦੁਸ਼ਮਣੀ ਹੋਏ ਇਹ ਤੋਂ ਵੀ 10 ਗੁਣੀ ਹੋ ਜਾਏ, 40 ਜੁਗਾਂ ਜਿੰਨੀ ਤੇਰੀ ਉਮਰ ਹੋ ਜਾਏ, ਐਡੀ ਜ਼ਿਆਦਾ ਉਮਰ ਹੋ ਜਾਏ ਤੂੰ ਮਰੇ ਹੀ ਨਾ। ਸਾਰੇ ਨਵਾਂ ਖੰਡਾਂ ਦਾ ਅਰਥ ਹੈ ਜਿੰਨੀ ਵੀ ਧਰਤੀ ਹੈ ਨਾ, ਜਿੰਨੀ ਵੀ ਪ੍ਰਿਥਵੀ ਹੈ, ਸਾਰੇ ਦੇ ਸਾਰੇ ਲੋਕ ਤੈਨੂੰ ਜਾਣਦੇ ਹੋਣ ਵੀ ਹੈਗਾ ਹੈ ਕੋਈ ਬੰਦਾ ਇਹਦੇ ਨਾਲ, ਫਿਰ ਸਾਰੇ ਤੇਰੇ ਮਗਰ ਮਗਰ ਵੀ ਚੱਲਦੇ ਹੋਣ, ਨਾਲ ਚੱਲਿਆ ਸਭ ਕੋਈ, ਫਿਰ ਤੇਰਾ ਚੰਗਾ ਨਾਮ ਵੀ ਹੋਵੇ ਵੀ ਬੰਦਾ ਬੜਾ ਵਧੀਆ ਹੈ ਜੀ, ਬਹੁਤ ਵਧੀਆ ਹੈ, ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੈ। ਪਰ ਹਜ਼ੂਰ ਕਹਿਣ ਲੱਗੇ ਯਾਦ ਰੱਖੀ, ਲੋਕਾਂ ਨੇ ਤਾਂ ਕਹਿਤਾ ਬੜਾ ਵਧੀਆ ਬੰਦਾ ਹੈ, ਪਰ ਗੱਲ ਤੇ ਤਾਂ ਬਣਨੀ ਹੈ ਨਾ ਜੇ ਰੱਬ ਜੀ ਕਹਿਣ ਵੀ ਚੰਗਾ ਬੰਦਾ ਹੈ, ਜੇ ਗੁਰੂ ਕਵੇ ਕਿ ਮੇਰਾ ਚੰਗਾ ਬੱਚਾ ਹੈ। ਜੇ ਕਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ, ਜੇ ਰੱਬ ਜੀ ਨੂੰ ਚੰਗਾ ਨਹੀਂ ਨਾ ਲੱਗਿਆ ਫਿਰ ਤੋਂ ਐਸਾ ਬੰਦਾ ਜਿਹਨੂੰ ਕਿਸੇ ਨੇ ਬਾਹਰ ਸੁੱਟਿਆ ਹੋਵੇ ਤੇ ਕੋਈ ਗੱਲਬਾਤ ਵੀ ਨਾ ਪੁੱਛਦਾ ਹੋਵੇ, ਪਾਵਰ ਤੋਂ ਕਿਸੇ ਕੰਮ ਦਾ ਨਹੀਂ ਬੰਦਾ ਹੈਗਾ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਅਸੀਂ ਭੁੱਲ ਜਾਂਦੇ ਹਾਂ ਰੱਬ ਜੀ ਨੂੰ। ਦੇਖੋ ਕਦੇ ਸੋਚ ਕੇ ਵੇਖੋ, ਜਦੋਂ ਬੰਦਾ ਇਹ ਤੰਦਰੁਸਤ ਹੁੰਦਾ ਨਾ, ਠੀਕ ਭਲਾ ਚੰਗਾ ਭਲਾ ਹੁੰਦਾ ਹੈ, ਫਿਰ ਉਹ ਪਾਠ ਨਹੀਂ ਕਰਦਾ, ਗੁਰਦੁਆਰਾ ਸਾਹਿਬ ਵੀ ਨਹੀਂ ਜਾਂਦਾ। ਪਰ ਜੇ ਬਿਮਾਰ ਹੋ ਜਾਏ ਨਾ ਫਿਰ ਉਹ ਕਹੇਗਾ ਉਹ ਭਾਈ ਕੋਈ ਪਾਠ ਹੀ ਸੁਣਾ ਦਿਓ, ਉਹ ਭਾਈ ਮੇਰੀ ਕੋਈ ਅਰਦਾਸ ਹੀ ਕਰਾ ਦਿਓ ਜਾ ਕੇ। ਕਿਉਂ? ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਮੇਰੀ ਬਿਮਾਰੀ ਜੇ ਨਾ ਰੱਬ ਠੀਕ ਕਰ ਦੇਗਾ, ਤਾਂ ਉਹ ਰੱਬ ਨੂੰ ਚੇਤੇ ਕਰ ਰਿਹਾ ਹੈ। ਪਰ ਜਦੋਂ ਠੀਕ ਹੋ ਗਿਆ ਉਦੋਂ ਫਿਰ ਭੁੱਲ ਗਿਆ। ਜਿਹੜਾ ਬੰਦਾ, ਤੁਸੀਂ ਸੋਚੋ, ਮੇਰੇ ਖਿਆਲ ਬਹੁਤੇ ਵਿਦਿਆਰਥੀ ਨੇ ਇਸ ਕਲਾਸ ਦੇ ਵਿੱਚ, ਸੱਚੀ ਸੱਚੀ ਤੁਸੀਂ ਆਪਣੇ ਕੋਲੋਂ ਪੁੱਛੋ, ਜਦੋਂ ਪੇਪਰ ਹੁੰਦਾ ਨਾ ਪੇਪਰ, ਉਦੋਂ ਅਸੀਂ ਸਾਰੇ ਮੱਥਾ ਟੇਕਦੇ ਹਾਂ, ਸੱਚੇ ਪਾਤਸ਼ਾਹ ਚੰਗਾ ਪੇਪਰ ਕਰਾ ਦੀ, ਵਧੀਆ ਨੰਬਰ ਆ ਜਾਣ। ਪਰ ਜਦੋਂ ਪੇਪਰ ਨਹੀਂ ਹੁੰਦੇ ਉਦੋਂ ਅਸੀਂ ਜਾ ਕੇ ਮੱਥਾ ਟੇਕਦੇ ਹਾਂ, ਉਦੋਂ ਜਾ ਕੇ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਸਾਨੂੰ ਚੰਗਾ ਚੰਗਾ ਪੜ੍ਹਨਾ ਆ ਜਾਏ, ਅਸੀਂ ਚੰਗੀ ਮਿਹਨਤ ਕਰੀਏ। ਇਹਦਾ ਮਤਲਬ ਅਸੀਂ ਮਤਲਬੀ ਬੰਦੇ ਆ, ਮਤਲਬੀ, ਆਪਣੇ ਮਤਲਬ ਦੇ ਵਾਸਤੇ ਉੱਥੇ ਪਹੁੰਚ ਜਾਂਦੇ ਆ, ਉਂਝ ਨਹੀਂ। ਹਜ਼ੂਰ ਕਹਿੰਦੇ ਯਾਦ ਰੱਖੋ, ਜੇ ਰੱਬ ਦੀ ਕਿਰਪਾ ਦ੍ਰਿਸ਼ਟੀ ਨਾ ਹੋਈ, ਜੇ ਕਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ, ਕੀੜਿਆਂ ਦੇ ਅੰਦਰ ਕੀੜਾ, ਤੁੱਛ ਕੀੜਾ, ਨਾ ਭੁੱਲਣ ਦਾ ਦੋਸ਼ ਅੜਕ ਲਗਾ ਕੇ ਸਾਨੂੰ ਬਿਲਕੁਲ ਹੀ ਜਿਵੇਂ ਕਹਿੰਦੇ ਆ ਨਾ ਵੀ ਰੱਬ ਕਹੇਗਾ ਵੀ ਬਿਲਕੁਲ ਬੇਕਾਰ ਬੰਦਾ ਹੈ, ਚੰਗਾ ਬੰਦਾ ਨਹੀਂ। ਅਸੀਂ ਰੱਬ ਦੀ ਨਜ਼ਰ ਵਿੱਚ ਕੀੜੇ ਬਣਨਾ ਕਿ ਚੰਗੇ ਬੰਦੇ ਬਣਨਾ? ਅਸੀਂ ਰੱਬ ਦੀ ਨਜ਼ਰ ਵਿੱਚ ਚੰਗੇ ਬੱਚੇ ਬਣ ਕੇ ਜਾਣਾ ਹੈ। ਇਸ ਕਰਕੇ ਖਾਲੀ ਉਮਰ ਵੱਡੀ ਹੋ ਜਾਏ ਦੀ ਗੱਲ ਨਹੀਂ ਹੈ, 4 ਲੋਕ ਸਾਨੂੰ ਚੰਗਾ ਕਹਿ ਦੇਣ ਦੀ ਗੱਲ ਨਹੀਂ ਹੈ। ਅਸੀਂ ਉਹ ਕੰਮ ਕਰੀਏ ਜਿਹਦੇ ਨਾਲ ਗੁਰੂ ਸਾਹਿਬ ਸਾਨੂੰ ਚੰਗਾ ਕਹਿਣ, ਰੱਬ ਜੀ ਦੇ ਅਨੁਸਾਰ ਅਸੀਂ ਚੱਲੀਏ। ਇਸ ਤੋਂ ਅੱਗੇ ਸੁਣਿਆਂ ਦੀਆਂ ਪੌੜੀਆਂ ਹੁੰਦੀਆਂ ਨੇ। ਸੁਣਨ ਦੇ ਨਾਲ ਕੀ ਹੋ ਜਾਂਦਾ ਹੈ? ਹਜ਼ੂਰ ਕਹਿੰਦੇ ਸੁਣਨ ਦੇ ਨਾਲ ਬੰਦਾ ਤੇ ਬਹੁਤ ਕੁਝ ਬਣ ਜਾਂਦਾ, ਚੰਗਾ ਬਣ ਜਾਂਦਾ। ਬੱਚਿਆਂ ਨੂੰ ਤਾਂ ਬਹੁਤ ਚੰਗੀ ਤਰ੍ਹਾਂ ਪਤਾ ਲੱਗ ਜਾਏਗਾ ਇਸ ਗੱਲ ਦਾ। ਜੇ ਤੁਸੀਂ ਸਕੂਲ ਵਿੱਚ ਜਾਂਦੇ ਹੋ, ਤੁਹਾਡਾ ਟੀਚਰ ਕਲਾਸ ਵਿੱਚ ਆਵੇ, 40-45 ਮਿੰਟ ਆਪਣੀ ਸ਼ਕਲ ਵਿਖਾ ਕੇ, ਬਸ ਸ਼ਕਲ ਵਿਖਾ ਕੇ, ਬੋਲੇ ਕੁਛ ਵੀ ਨਾ ਤੇ ਚਲੇ ਜਾਏ, ਦੱਸੋ ਤੁਹਾਨੂੰ ਮੈਥਮੈਟਿਕ ਦੇ ਸਵਾਲ ਆ ਜਾਣਗੇ? ਤੁਹਾਨੂੰ ਹਿਸਟਰੀ ਆ ਜਾਏਗੀ? ਤੁਹਾਨੂੰ ਸਾਇੰਸ ਦੇ ਫਾਰਮੂਲੇ ਆ ਜਾਣਗੇ? ਤੁਸੀਂ ਗਿਆਨਵਾਨ ਬਣ ਜਾਓਗੇ? ਹਰੇਕ ਟੀਚਰ ਆਵੇ, ਹਰੇਕ ਅਧਿਆਪਕ ਆਵੇ, ਐਨ 40-45 ਮਿੰਟ ਆਪਣੀ ਸ਼ਕਲ ਵਿਖਾ ਦੇਵੇ ਤੁਹਾਨੂੰ, ਬੋਲੇ ਕੁਛ ਵੀ ਨਾ, ਸੁਣੋ ਤੁਸੀਂ ਕੁਛ ਵੀ ਨਾ, ਫਿਰ ਤੁਸੀਂ ਪਾਸ ਨਹੀਂ ਹੋਵੋਗੇ। ਹਜ਼ੂਰ ਕਹਿੰਦੇ ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਬੋਲਣ ਉਦੋਂ ਅਸੀਂ ਸੁਣੀਏ। ਦੇਖੋ ਕਈ ਵਾਰ ਅਧਿਆਪਕ ਪੜ੍ਹਾਉਂਦਾ ਹੁੰਦਾ ਹੈ, ਅਸੀਂ ਸੁਣਦੇ ਹੀ ਨਹੀਂ,
ਜੇ ਆਪਾਂ ਸੁਣਾਂਗੇ ਨਹੀਂ ਆਪਾਂ ਪਾਸ ਨਹੀਂ ਹੋ ਸਕਾਂਗੇ, ਸਾਨੂੰ ਨਹੀਂ ਪਤਾ ਲੱਗਣਾ ਕਿਵੇਂ ਗੱਲ ਬਣੀ। ਅੱਜ ਇਦਾਂ ਹੀ ਨਹੀਂ ਹੋ ਰਿਹਾ ਵੀ ਗੁਰੂ ਸਾਹਿਬ ਬੋਲਦੇ ਹੈ, ਕੀਰਤਨ ਹੋ ਰਿਹਾ ਹੈ, ਪਾਠ ਹੋ ਰਿਹਾ ਹੈ, ਅਸੀਂ ਸੁਣਦੇ ਹੀ ਨਹੀਂ, ਤਾਂ ਹੀ ਤਾਂ ਸਾਡਾ ਕੁਝ ਬਣਦਾ ਨਹੀਂ ਹੈ। ਹਜ਼ੂਰ ਕਹਿੰਦੇ ਗੁਰੂ ਦੇ ਬਚਨ ਸੁਣਨ ਦੇ ਨਾਲ ਮਨੁੱਖ ਗਿਆਨੀ ਬਣ ਜਾਂਦਾ ਹੈ, ਮਨੁੱਖ ਬ੍ਰਹਮ ਗਿਆਨੀ ਬਣ ਜਾਂਦਾ ਹੈ, ਮਨੁੱਖ ਚੰਗੇ ਜੀਵਨ ਵਾਲਾ ਬਣ ਜਾਂਦਾ ਹੈ। ਸੁਣਿਆ ਜੋਗ ਜੁਗਤ, ਜੋਗ ਦਾ ਮਤਲਬ ਜੁੜਨਾ, ਰੱਬ ਨਾਲ ਜੁੜਨ ਦੀ ਜੁਗਤੀ ਪਤਾ ਲੱਗ ਜਾਂਦੀ ਹੈ ਵੀ ਰੱਬ ਨਾਲ ਕਿਵੇਂ ਜੁੜਨਾ ਹੈ। ਆ ਤਨ ਦੇ ਵਿੱਚ ਭੇਦ ਪਤਾ ਲੱਗ ਜਾਂਦੇ ਹੈ। ਇੱਕ ਡਾਕਟਰ ਹੈ ਨਾ, ਡਾਕਟਰ, ਆਪਾਂ ਡਾਕਟਰ ਨੂੰ ਆਪਾਂ ਚੈੱਕਅਪ ਕਰਾਉਂਦੇ ਆ ਕਈ ਵਾਰੀ, ਹੋ ਸਕਦਾ ਹੈ ਡਾਕਟਰ ਸਾਡੇ ਸਰੀਰ ਨੂੰ ਵੇਖ ਕੇ ਕਵੇ ਵੀ ਤੁਸੀਂ ਠੀਕ ਠਾਕ ਹੋ ਜੀ, ਬਹੁਤ ਵਧੀਆ ਹੈ। ਕਦੇ ਗੁਰੂ ਨੂੰ ਵੀ ਚੈੱਕ ਕਰਾਉਣਾ ਚਾਹੀਦਾ ਹੈ। ਗੁਰੂ ਸਾਹਿਬ ਵੀ ਕਹਿਣਗੇ ਚੱਲ ਵੀ ਆਪਣੀ ਅੱਖਾਂ ਵਿਖਾ, ਅੱਖਾਂ ਵੇਖ ਕੇ ਕਹਿਣਗੇ ਉਹ ਇਹ ਤੇ ਬੜੀਆਂ ਗਲਤ ਨੇ। ਆਪਣੇ ਕੰਨ ਵਿਖਾ, ਕੰਨ ਵੇਖ ਕੇ ਕਹਿਣਗੇ ਉਹ ਇਹ ਤੇ ਬੜੇ ਗਲਤ ਹੈ, ਰੋਗ ਲੱਗਾ ਹੋਇਆ ਇਹਨਾਂ ਨੂੰ। ਕਿਹੜਾ ਰੋਗ ਲੱਗਾ ਹੈ? ਅੱਖਾਂ ਪਰਾਏ ਧਨ ਨੂੰ ਵੇਖਦੀਆਂ ਨੇ, ਕੰਨ ਪਰਾਈ ਨਿੰਦਿਆ ਸੁਣ ਰਹੇ ਨੇ। ਕੋਈ ਚੁਗਲੀਆਂ ਕਰੇ ਨਾ ਸਾਡੇ ਸਾਹਮਣੇ, ਸਾਨੂੰ ਬੜਾ ਵਧੀਆ ਲੱਗਦਾ ਹੈ, ਉਹ ਬੰਦਾ ਬੜਾ ਵਧੀਆ, ਬੜੀਆਂ ਗੱਲਾਂ ਸੁਣਾਉਂਦਾ ਹੈ। ਇਹਦਾ ਮਤਲਬ ਸਾਨੂੰ ਉਹਦੀਆਂ ਚੁਗਲੀਆਂ ਚੋਂ ਮਜ਼ਾ ਆ ਰਿਹਾ ਹੈ। ਇਹਦਾ ਮਤਲਬ ਅਸੀਂ ਠੀਕ ਨਹੀਂ ਹੈਗੇ। ਫਿਰ ਜੇ ਅਸੀਂ ਕਿਸੇ ਹੋਰ ਨੂੰ ਵੇਖੀ ਜਾ ਰਹੇ ਹਾਂ ਵੀ ਉਹ ਲੈ ਕੇ ਆਇਆ ਇੱਕ ਚੰਗੀ ਚੀਜ਼ ਖਾਣ ਦੀ, ਮੈਂ ਚੁੱਕ ਕੇ ਖਾ ਜਾਵਾਂ ਆਪ, ਇਹਦਾ ਮਤਲਬ ਪਰਾਇਆ ਧਨ ਵੇਖ ਰਹੇ ਹਾਂ। ਹਜ਼ੂਰ ਕਹਿੰਦੇ ਨੇ ਇਹ ਸਾਰੇ ਤਨ ਜਿਹੜੇ ਨੇ ਉਹ ਰੋਗੀ ਨੇ। ਇਹ ਕੌਣ ਦੱਸੇਗਾ? ਇਹ ਗੁਰੂ ਦੱਸੇਗਾ ਵੀ ਕਿਵੇਂ ਵੇਖਣਾ ਚਾਹੀਦਾ, ਕਿਵੇਂ ਸੁਣਨਾ ਚਾਹੀਦਾ। ਫਿਰ ਮੇਰੇ ਮਾਲਕ ਨੇ ਹੋਰ ਕਿਰਪਾ ਕੀਤੀ। ਸੁਣਿਆ ਜੋਗ ਜੁਗਤ ਤਨ ਭੇਦ ਜਿੱਥੇ ਕਿਹਾ, ਉੱਥੇ ਮੇਰੇ ਮਾਲਕ ਨੇ ਇੱਕ ਗੱਲ ਹੋਰ ਕੀਤੀ। ਸੁਣਿਆ ਸਤ ਸੰਤੋਖ ਗਿਆਨ, ਸੁਣਨ ਦੇ ਨਾਲ ਮੇਰੇ ਅੰਦਰ ਗਿਆਨ ਆਉਂਦਾ ਹੈ, ਸੰਤੋਖ ਭਾਵ ਚੰਗੇ ਗੁਣ ਪੈਦਾ ਹੁੰਦੇ ਨੇ। ਹੁਣ ਮੇਰੇ ਤੁਹਾਡੇ ਵਰਗੇ ਕਹਿ ਸਕਦੇ ਵੀ ਆਪਾਂ ਨਹੀਂ ਮੰਨਦੇ ਇਸ ਗੱਲ ਨੂੰ, ਆਪਾਂ ਨਹੀਂ ਮੰਨਦੇ ਇਸ ਗੱਲ ਨੂੰ, ਕੁਛ ਨਹੀਂ ਹੁੰਦਾ ਸੁਣਨ ਦੇ ਨਾਲ। ਆਪਾਂ ਨੂੰ ਤੇ 10 ਸਾਲ ਹੋ ਗਏ ਕੈਂਪ ਵਿੱਚ ਜਾ ਕੇ ਸੁਣਦੇ ਆ, ਸਾਨੂੰ ਤੇ ਕੁਝ ਹੋਇਆ ਹੀ ਨਹੀਂ। ਮੈਂ ਤੇ ਫਲਾਣੇ ਬੰਦੇ ਨੂੰ ਵੇਖਿਆ ਉਹ ਰੋਜ਼ ਜਾ ਕੇ ਸੁਣਦਾ ਹੈ, ਪਰ ਉਹ ਤਾਂ ਉਹ ਹੀ ਹੈ, ਉਹ ਝੂਠ ਬੋਲਦਾ ਹੈ, ਉਹ ਮਾੜੀਆਂ ਆਦਤਾਂ ਉਹਦੇ ਵਿੱਚ, ਕੋਈ ਫਰਕ ਨਹੀਂ ਪੈਂਦਾ ਸੁਣਨ ਦੇ ਨਾਲ। ਅਸੀਂ ਤੁਸੀਂ ਕਹਿ ਸਕਦੇ ਹਾਂ। ਸਤਿਗੁਰ ਕਹਿੰਦੇ ਗੁਰੂ ਦੇ ਬਚਨ ਸੁਣਨ ਦੇ ਨਾਲ ਸਤ ਸੰਤੋਖ ਗਿਆਨ ਆ ਜਾਂਦਾ ਹੈ। ਪਰ ਜੇ ਅਸੀਂ ਆਪਣੀ ਗੱਲ ਕਰੀ, ਮੈਨੂੰ ਤੇ ਆਇਆ ਨਹੀਂ, ਮੈਂ ਤੇ ਸੁਣਿਆ ਸੀ, ਮੈਂ ਤਾਂ ਹੁਣ ਵੀ ਕਲਾਸ ਲਾ ਕੇ ਸੁਣ ਰਿਹਾ, ਕੱਲ ਵੀ ਕਲਾਸ ਲਾ ਕੇ ਸੁਣੀ ਸੀ, ਇੱਥੇ ਬੜੀ ਸਮੱਸਿਆ ਪੈਦਾ ਹੋ ਗਈ। ਗੁਰੂ ਸਾਹਿਬ ਤਾਂ ਝੂਠ ਨਹੀਂ ਬੋਲਦੇ, ਕੋਈ ਨਾ ਕੋਈ ਐਸੀ ਗੱਲ ਹੈ ਜੋ ਸਾਨੂੰ ਸਮਝ ਨਹੀਂ ਆ ਰਹੀ। ਚਲੋ ਇਹਨੂੰ ਸਮਝਣ ਵਾਸਤੇ ਆਪਾਂ ਇੱਕ ਕਹਾਣੀ ਦਾ ਸਹਾਰਾ ਲੈਂਦੇ ਹਾਂ। ਇੱਕ ਇਸੇ ਤਰ੍ਹਾਂ ਹੀ ਕਿਧਰੇ ਸਤਸੰਗ ਹੁੰਦਾ ਸੀ, ਵਿਚਾਰਾਂ ਚੱਲਦੀਆਂ ਸਨ, ਤੇ ਉੱਥੇ ਇੱਕ ਬੰਦਾ ਆ ਗਿਆ ਕੁਝ ਦਿਨਾਂ ਬਾਅਦ। ਕਹਿੰਦਾ ਕੀ ਤੁਸੀਂ ਆਪਣਾ ਸਮਾਂ ਖਰਾਬ ਕਰੀ ਜਾ ਰਹੇ ਹੋ? ਚਲੋ ਕੋਈ ਕੰਮ ਕਰਿਆ ਕਰੋ, ਉੱਠੋ ਇੱਥੋਂ ਦੀ, ਐਵੇਂ ਰੱਬ ਰੱਬ ਲਾਈ ਹੋਈ ਹੈ, ਕੋਈ ਰੱਬ ਨੂੰ ਦੌੜ ਦਿਓ ਇੱਥੋਂ ਦੀ, ਕੋਈ ਫਰਕ ਨਹੀਂ ਪੈਂਦਾ। ਹੁਣ ਉਹ ਜਿਹੜੇ ਉੱਥੇ ਮੁਖੀ ਸਨ ਉਹ ਮੁਸਕਰਾ ਪਏ, ਕੁਝ ਕਿਹਾ ਨਹੀਂ। 2-4 ਦਿਨਾਂ ਬਾਅਦ ਫਿਰ ਬੰਦਾ ਉਹ ਵਾਲਾ ਆ ਗਿਆ, ਕਹਿੰਦਾ ਤੁਸੀਂ ਹਟੇ ਨਹੀਂ ਹਲੇ, ਤੁਸੀਂ ਬੜਾ ਰੌਲਾ ਪਾਇਆ ਹੋਇਆ ਹੈ, ਕੀ ਹੋ ਗਿਆ ਤੁਹਾਨੂੰ? ਕੁਝ ਵੀ ਨਹੀਂ ਹੁੰਦਾ, ਉੱਠੋ ਇੱਥੋਂ, ਦੌੜ ਜਾਓ। ਉਹ ਫਿਰ ਮੁਸਕਰਾ ਪਏ। ਤੀਜੇ ਚੌਥੇ ਦਿਨ ਫੇਰ ਆ ਗਿਆ। ਕਈ ਵਾਰੀ ਮਨੁੱਖ ਨੂੰ ਫਿਰ ਏਦਾਂ ਲੱਗਦਾ ਵੀ ਮੈਂ ਬਹੁਤ ਮਹਾਨ ਕਾਰਜ ਕਰ ਰਿਹਾ, ਵੀ ਇਹਨਾਂ ਕੋਲ ਤੇ ਮੇਰੇ ਸਵਾਲਾਂ ਦਾ ਜਵਾਬ ਹੀ ਨਹੀਂ ਹੈਗਾ। ਉਹ ਫਿਰ ਜ਼ਿਆਦਾ ਹੀ ਔਖਾ ਹੋ ਗਿਆ, ਕਹਿਣ ਲੱਗਾ ਵੀ ਮੈਨੂੰ ਚੁੱਕ ਕੇ ਸਾਰਾ ਕੁਝ ਬਾਹਰ ਸੁੱਟਣਾ ਪੈਣਾ ਹੈ, ਤੁਹਾਡਾ ਮੈਂ ਅੱਜ ਸਾਰਾ ਭਾਂਡਾ ਟਿੰਡਾ ਚੁੱਕ ਕੇ ਬਾਹਰ ਸੁੱਟਦਾ, ਦੌੜ ਜਾਓ ਇੱਥੋਂ ਦੀ। ਉੱਥੇ ਕੋਈ 2-4 ਐਸੇ ਵੀ ਸਨ ਜਿਨ੍ਹਾਂ ਨੂੰ ਗੁੱਸਾ ਚੜ ਗਿਆ। ਉਹ ਕਹਿਣ ਲੱਗੇ ਵੀ ਇਹ ਤੇ ਕੁਝ ਕਹਿੰਦੇ ਨਹੀਂ, ਇਹ ਤੇ ਬੜੇ ਸ਼ਰੀਫ ਨੇ, ਮੈਂ ਦੱਸਦਾ, ਅਸੀਂ ਦੱਸਦੇ ਇਹਨੂੰ, ਇਹ ਜ਼ਿਆਦਾ ਹੀ ਵਧੀ ਜਾਂਦਾ ਅੱਗੇ। ਹੁਣ ਉਹ ਅੱਗੇ ਆਏ, ਫਿਰ ਜਦੋਂ ਗੁੱਸਾ ਚੜਦਾ ਤੁਹਾਨੂੰ ਪਤਾ ਹੀ ਵੀ ਬੰਦਾ ਕਿਵੇਂ ਬੋਲਦਾ ਹੈ, 2-4 ਔਖੇ ਸ਼ਬਦ ਵੀ ਬੋਲ ਦਿੰਦਾ ਹੈ, ਜਿਵੇਂ ਅਸੀਂ ਕਹਿੰਦੇ ਵੀ ਗੁੱਸੇ ਵਾਲੇ ਬੋਲ, ਕਈ ਗਾਲਾਂ ਵੀ ਕਹਿ ਦਿੰਦੇ, ਏਦਾਂ ਦੇ ਸ਼ਬਦ ਵੀ ਬੰਦਾ ਬੋਲ ਦਿੰਦਾ। ਹੁਣ ਜਦੋਂ ਉਹਨੇ ਇਹ ਸੁਣਿਆ ਨਾ ਵੀ ਮੈਨੂੰ ਆਹ ਕਿਹਾ ਕਿਸੇ ਨੇ,
ਉਹ ਤਾਂ ਗੁੱਸਾ ਚੜ ਗਿਆ, ਅੱਖਾਂ ਲਾਲ ਹੋ ਗਈਆਂ, ਮੱਥੇ ਉੱਤੇ ਉਹਨੇ ਤਿਉੜੀਆਂ ਪਾ ਲਈਆਂ, ਉਹ ਕਚੀਚੀਆਂ ਵੱਟ ਵੱਟ ਕੇ ਐ ਟੁੱਟ ਟੁੱਟ ਕੇ ਪਵੇ ਉੱਚੀ ਉੱਚੀ ਆਵਾਜ਼ ਵਿੱਚ, ਸਾਰਾ ਸਰੀਰ ਕੰਬਣ ਲੱਗ ਪਿਆ ਗੁੱਸੇ ਨਾਲ। ਤੇ ਜਿਹੜਾ ਹੁਣ ਉਹ ਰੱਬੀ ਪਿਆਰਾ ਸੀ ਨਾ, ਜੋ ਵਿਚਾਰਾਂ ਕਰਦਾ ਸੀ, ਉਹ ਕਹਿਣ ਲੱਗਾ, ਭਾਈ ਸਾਹਿਬ ਤੁਹਾਨੂੰ ਕੀ ਹੋ ਗਿਆ? ਉਹ ਕਹਿਣ ਲੱਗਾ, ਤੈਨੂੰ ਪਤਾ ਨਹੀਂ ਕੀ ਹੋਇਆ? ਮੈਨੂੰ ਕੀ ਕਿਹਾ ਇਹਨਾਂ ਨੇ? ਕਹਿਣ ਲੱਗਾ, ਕੀ ਕਿਹਾ ਤੁਹਾਨੂੰ? ਉਹਨੇ ਕਿਹਾ, ਮੈਨੂੰ ਗਾਲ ਕੱਢੀ ਹੈ। ਉਹ ਕਹਿਣ ਲੱਗੇ, ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪ ਹੀ ਸ਼ੱਕ ਪੈਦਾ ਕਰ ਰਹੇ ਸੀ ਮੇਰੇ ਅੰਦਰ, ਤੇ ਤੁਸੀਂ ਆਪ ਹੀ ਅੱਜ ਕਿਰਪਾ ਕਰਕੇ ਸ਼ੱਕ ਦੂਰ ਕਰ ਦਿੱਤਾ। ਇੱਕ ਗੰਦਾ ਸ਼ਬਦ, ਇੱਕ ਭੈੜਾ ਸ਼ਬਦ ਤੁਹਾਡੇ ਜੀਵਨ ਤੇ ਇੰਨਾ ਪ੍ਰਭਾਵ ਪਾ ਸਕਦਾ ਹੈ। ਤੁਹਾਡਾ ਵੇਖਣਾ ਬਦਲ ਗਿਆ, ਤੁਹਾਡੇ ਮੱਥੇ ਦਾ ਰੰਗ ਬਦਲ ਗਿਆ, ਤਿਉੜੀਆਂ ਪਾ ਲਈਆਂ ਤੁਸੀਂ, ਤੁਹਾਡਾ ਸਰੀਰ ਦਾ ਕੰਬਣਾ ਸ਼ੁਰੂ ਹੋ ਗਿਆ, ਤੁਹਾਡੀ ਆਵਾਜ਼ ਬਦਲ ਗਈ, ਤੁਹਾਡਾ ਮੂੰਹ ਦਾ ਰੰਗ ਬਦਲ ਗਿਆ, ਅੱਖਾਂ ਦਾ ਰੰਗ ਬਦਲ ਗਿਆ। ਇੱਕ ਭੈੜਾ ਸ਼ਬਦ ਜੇ ਇੰਨਾ ਪ੍ਰਭਾਵ ਪਾ ਸਕਦਾ ਹੈ, ਤਾਂ ਇਹ ਜੋ ਰੱਬ ਦੀ ਬਾਣੀ ਹੈ, ਜੋ ਸੱਚੀ ਬਾਣੀ ਹੈ, ਇਹ ਪ੍ਰਭਾਵ ਕਿਉਂ ਨਹੀਂ ਪਾਏਗੀ? ਜੇ ਇੱਕ ਗਾਲ ਦੇ ਨਾਲ ਤੁਸੀਂ ਇੰਨਾ ਪ੍ਰਭਾਵਿਤ ਹੋ ਸਕਦੇ ਹੋ, ਤੇ ਰੱਬ ਦੀ ਬਾਣੀ ਨਾਲ ਤੁਸੀਂ ਪ੍ਰਭਾਵਿਤ ਨਹੀਂ ਹੋ ਸਕਦੇ। ਫਰਕ ਸਿਰਫ ਇੰਨਾ ਹੈ, ਤੁਸੀਂ ਆਪ ਸ਼ਬਦ ਨੂੰ ਸੁਣ ਲਿਆ, ਤੁਸੀਂ ਉਹਨੂੰ ਮੰਨ ਲਿਆ ਕਿ ਮੈਨੂੰ ਇਹ ਕਹਿ ਦਿੱਤਾ, ਮੈਂ ਇਹ ਜਿਹਾ ਹੋ ਗਿਆ। ਤੁਸੀਂ ਆਪਣੇ ਹਿਰਦੇ ਵਿੱਚ ਰੱਖ ਲਈ ਉਹ ਵਾਲੀ ਗੱਲ ਵੀ ਮੈਨੂੰ ਇਹ ਗੱਲ ਕਹੀ ਹੈ, ਜਿਸ ਕਰਕੇ ਤੁਹਾਡਾ ਸਾਰਾ ਇਹ ਵਰਤੋਂ ਵਿਹਾਰ ਬਦਲ ਗਿਆ। ਇਸੇ ਤਰ੍ਹਾਂ ਹੀ ਜੇ ਤੁਸੀਂ ਬਾਣੀ ਸੁਣੋ ਨਾ ਕਿਸੇ ਤਰੀਕੇ ਨਾਲ, ਉਹਨੂੰ ਹਿਰਦੇ ਵਿੱਚ ਹੀ ਰੱਖ ਲਓ, ਤੇ ਤੁਹਾਡਾ ਜੀਵਨ ਬਦਲ ਜਾਏਗਾ। ਉਦੋਂ ਤੁਹਾਨੂੰ ਵੇਖਣ ਦਾ ਢੰਗ, ਸੁਣਨ ਦਾ ਢੰਗ ਚੰਗੇ ਤਰੀਕੇ ਦੇ ਨਾਲ ਆ ਜਾਏਗਾ। ਗੁਰੂ ਪਿਆਰ ਵਾਲਿਓ, ਇਸੇ ਤਰ੍ਹਾਂ ਸਾਨੂੰ ਸੁਣਨਾ ਨਹੀਂ ਆਇਆ। ਅਸੀਂ ਜਿਵੇਂ ਬਾਕੀ ਗੱਲਾਂ ਸੁਣਦੇ ਹਾਂ, ਉਹ ਬਾਣੀ ਸੁਣਦੇ ਹੀ ਨਹੀਂ, ਅਸੀਂ ਵਿਚਾਰਾਂ ਉਹ ਸੁਣਦੇ ਹੀ ਨਹੀਂ, ਆਪਣੇ ਅੰਦਰ ਟਿਕਾਉਂਦੇ ਹੀ ਨਹੀਂ। ਨਾਲ ਹੀ ਗੁਰੂ ਸਾਹਿਬ ਨੇ ਕਿਰਪਾ ਕਰਕੇ ਫਿਰ ਕਰ ਦਿੱਤੀ ਨਾ, ਉਹ ਸਤਿਗੁਰ ਬਹੁਤ ਸਮਝਦੇ ਆ ਸਾਨੂੰ ਵੀ ਇਹ ਬੜੇ ਚਲਾਕ ਨੇ। ਇਹਨਾਂ ਨੇ ਕਿਹਾ ਜੀ ਸੁਣਨ ਵਾਸਤੇ ਕਿਹਾ, ਮੰਨਣ ਵਾਸਤੇ ਥੋੜੀ ਨਾ ਕਿਹਾ। ਸਤਿਗੁਰ ਜੀ ਨੇ 4 ਪੌੜੀਆਂ ਸੁਣਿਆ ਦੀਆਂ, ਤੇ 4 ਹੀ ਪੌੜੀਆਂ ਫਿਰ ਮੰਨੇ ਦੀਆਂ ਵੀ ਨਾਲ ਹੀ ਜੋੜੀਆਂ, ਤਾਂ ਕਿ ਇਹਨਾਂ ਨੂੰ ਇੰਨਾ ਪਤਾ ਲੱਗੇ ਵੀ ਜਿੰਨਾ ਸੁਣਨਾ ਮਹੱਤਵਪੂਰਨ ਹੈ, ਓਨਾ ਹੀ ਮੰਨਣਾ ਹੈ। ਜੇ 4 ਪੌੜੀਆਂ ਸੁਣਨ ਦੀਆਂ ਤੇ ਮੰਨਣ ਦੀਆਂ ਵੀ 4 ਪੌੜੀਆਂ ਹੀ ਹੈ, ਜਿੰਨਾ ਸੁਣੋ ਓਨਾ ਹੀ ਮੰਨੋ। ਮੰਨਣ ਨਾਲ ਕੀ ਹੁੰਦਾ ਹੈ? ਵਿੱਚੋਂ ਆਪਾਂ ਗੱਲ ਕਰਦੇ ਹਾਂ, ਹਜ਼ੂਰ ਕਹਿੰਦੇ ਮੰਨੈ ਮੋਹ ਚੋਟਾਂ ਨਾ ਖਾਏ। ਅੱਛਾ, ਮੈਂ ਇੱਕ ਸਵਾਲ ਤੁਹਾਨੂੰ ਪੁੱਛਾਂ, ਤੁਸੀਂ ਜਵਾਬ ਦਿਓ ਵੀ ਆ ਪੁਲਿਸ ਹੈ ਬਾਹਰ ਖੜੀ ਹੋਈ, ਪੁਲਿਸ ਦੇ ਹੱਥ 'ਚ ਡੰਡਾ ਹੈ, ਤੁਸੀਂ ਪੁਲਿਸ ਦੇ ਕੋਲੋਂ ਕਈ ਵਾਰ ਨਿਕਲੇ ਹੋਵੋਗੇ, ਤੁਸੀਂ ਡਰੇ ਪੁਲਿਸ ਕੋਲ ਨਿਕਲਣ ਲੱਗਿਆ? ਕਦੇ ਨਹੀਂ, ਕਿਉਂਕਿ ਤੁਹਾਨੂੰ ਪਤਾ ਮੈਂ ਕੋਈ ਮਾੜਾ ਕੰਮ ਕੀਤਾ ਹੀ ਨਹੀਂ। ਮੈਂ ਤੇ ਜੋ ਵੀ ਕਾਨੂੰਨ ਸੀ ਉਹਨੂੰ ਮੰਨਣ ਵਾਲਾ, ਮੈਂ ਰੈੱਡ ਲਾਈਟ ਕ੍ਰੋਸ ਕੀਤੀ ਹੋਣੀ। ਜਿਹੜੇ ਕਾਨੂੰਨ ਨੂੰ ਮੰਨਦੇ ਆ ਉਹਨਾਂ ਨੂੰ ਕੋਈ ਚੋਟ ਨਹੀਂ ਪੈਂਦੀ, ਉਹਨਾਂ ਨੂੰ ਪੁਲਿਸ ਕਿਉਂ ਫੜ ਕੇ ਲੈ ਕੇ ਜਾਏਗੀ ਭਲਾ? ਪਰ ਦੂਜੇ ਪਾਸੇ ਜੇ ਇੱਕ ਚੋਰ ਪੁਲਿਸ ਨੂੰ ਵੇਖ ਲਏਗਾ, ਫਿਰ ਉਹ ਕੀ ਕਰੇਗਾ? ਫਿਰ ਉਹ ਡਰੇਗਾ, ਫਿਰ ਉਹ ਭੱਜੇਗਾ। ਕਿਉਂ? ਕਿਉਂਕਿ ਉਹਨੂੰ ਪਤਾ ਹੈ ਵੀ ਮੈਂ ਕਾਨੂੰਨ ਦੀ ਗੱਲ ਨਹੀਂ ਮੰਨੀ। ਕਾਨੂੰਨ ਕਹਿੰਦਾ ਚੋਰੀ ਨਹੀਂ ਕਰਨੀ, ਪਰ ਮੈਂ ਕੀਤੀ ਹੈ। ਚਲੋ ਤੁਹਾਡੇ ਮਤਲਬ ਦੀ ਉਦਾਹਰਨ ਮੈਂ ਦੇਣਾ। ਤੁਹਾਡੇ ਵੇਲੇ ਤੇ ਮੈਨੂੰ ਨਹੀਂ ਪਤਾ ਏਦਾਂ ਹੁੰਦਾ ਕਿ ਨਹੀਂ ਹੁੰਦਾ, ਸਾਡੇ ਵੇਲੇ ਤੇ ਬੜਾ ਹੁੰਦਾ ਸੀ। ਮਾਸਟਰ ਦੇ ਕੋਲ ਡੰਡਾ ਹੋਇਆ ਕਰਦਾ ਸੀ, ਤੇ ਉਹ ਡੰਡੇ ਮਾਰ ਵੀ ਦਿਆ ਕਰਦੇ ਸਨ ਜਦੋਂ ਅਸੀਂ ਪੜ੍ਹਦੇ ਨਹੀਂ ਸੀ ਹੁੰਦੇ। ਹੁਣ ਮਾਸਟਰ ਦੇ ਹੱਥ 'ਚ ਡੰਡਾ ਹੈ, ਪਰ ਜਿਸ ਬੱਚੇ ਨੇ ਪੂਰਾ ਕੰਮ ਕੀਤਾ ਹੋਇਆ ਹੈ ਉਹਨੂੰ ਕੋਈ ਡਰ ਨਹੀਂ, ਉਹ ਤੇ ਮਾਸਟਰ ਦੇ ਸਾਹਮਣੇ ਜਾ ਕੇ ਫਤਿਹ ਬੁਲਾ ਦਿੰਦਾ ਹੈ, ਕਿਉਂਕਿ ਉਹਨੇ ਸਾਰਾ ਕੰਮ ਕੀਤਾ ਹੋਇਆ, ਉਹਨੂੰ ਕੋਈ ਡਰ ਨਹੀਂ, ਉਹਨੂੰ ਪਤਾ ਹੈ ਵੀ ਇਹ ਡੰਡਾ ਮੇਰੇ ਵਾਸਤੇ ਨਹੀਂ ਹੈ। ਪਰ ਦੂਜੇ ਪਾਸੇ ਜਿਸ ਬੱਚੇ ਨੇ ਕੰਮ ਨਹੀਂ ਕੀਤਾ ਉਹ ਡਰਦਾ, ਉਹਨੂੰ ਪਤਾ ਹੈ ਡੰਡਾ ਮੇਰੇ ਵਾਸਤੇ ਹੀ ਹੈ। ਇਸੇ ਤਰ੍ਹਾਂ ਹੀ ਜੋ ਅਕਾਲ ਪੁਰਖ ਵਾਹਿਗੁਰੂ ਦੀ ਤਾੜਨਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਸਜ਼ਾ ਦੇਣੀ ਹੈ, ਉਹ ਕਿਹਨੂੰ ਦੇਵੇਗਾ? ਜਿਹੜੇ ਮੰਨਦੇ ਨਹੀਂ। ਹਜ਼ੂਰ ਕਹਿੰਦੇ ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਮੰਨਣ ਵਾਲਾ ਜਿਹੜਾ ਹੈ ਨਾ, ਮੰਨਣ ਦੇ ਨਾਲ ਉਹਨੂੰ ਮੂੰਹ ਤੇ ਚੋਟਾਂ ਨਹੀਂ ਖਾਣੀਆਂ ਪੈਂਦੀਆਂ, ਉਹ ਵਿਕਾਰਾਂ ਦੇ ਨਾਲ ਨਹੀਂ ਜਾਂਦਾ ਹੈਗਾ, ਕਿਉਂਕਿ ਉਹਨੇ ਗੁਰੂ ਦੀ ਗੱਲ ਮੰਨ ਲਈ ਹੈ। ਉਹ ਨਸ਼ਾ ਕਿਉਂ ਕਰੇਗਾ? ਨਹੀਂ ਕਰੇਗਾ। ਨਸ਼ਾ ਨਹੀਂ ਕਰੇਗਾ ਫਿਰ ਨਾਲੇ ਵਿੱਚ ਡਿੱਗੇਗਾ ਵੀ ਨਹੀਂ। ਉਹ ਚੋਰੀ ਨਹੀਂ ਕਰੇਗਾ, ਉਹਨੂੰ ਪੁਲਿਸ ਫੜ ਕੇ ਵੀ ਲੈ ਕੇ ਜਾਏਗੀ। ਉਹ ਰੈੱਡ ਲਾਈਟ ਨਹੀਂ ਕ੍ਰੋਸ ਕਰੇਗਾ, ਉਹਦਾ ਐਕਸੀਡੈਂਟ ਵੀ ਨਹੀਂ ਹੋਏਗਾ।
ਛੋਟੀਆਂ ਛੋਟੀਆਂ ਉਦਾਹਰਨਾਂ ਦੇ ਰਾਹੀਂ ਸਮਝਣ ਦਾ ਯਤਨ ਕਰੀਏ। ਜਿਹਨੇ ਗੁਰੂ ਦੀ ਗੱਲ ਨੂੰ ਮੰਨ ਲਿਆ ਉਹ ਫਿਰ ਸੰਸਾਰ ਦੇ ਵਿੱਚ ਬਹੁਤ ਚੰਗੇ ਢੰਗ ਦੇ ਨਾਲ ਜੀ ਕੇ ਜਾਂਦਾ, ਉਹਨੂੰ ਕੋਈ ਰੁਕਾਵਟ ਨਹੀਂ ਆਉਂਦੀ। ਮੰਨਣ ਵਾਲੀਆਂ ਪੌੜੀਆਂ ਦੇ ਵਿੱਚ ਹੀ ਮੇਰੇ ਮਾਲਕ ਹੋਰ ਕਿਰਪਾ ਕਰਦੇ ਨੇ। ਇਹਨੂੰ ਬਹੁਤ ਧਿਆਨ ਦੇ ਨਾਲ ਸਮਝਣਾ। ਅਸੀਂ ਕਹਿੰਦੇ ਆ ਜੀ ਅਸੀਂ ਸਿੱਖ ਧਰਮੀ ਆ, ਕੋਈ ਕਹਿੰਦਾ ਜੀ ਅਸੀਂ ਹਿੰਦੂ ਧਰਮੀ ਆ, ਕੋਈ ਕਹਿੰਦਾ ਜੀ ਅਸੀਂ ਮੁਸਲਮਾਨ ਧਰਮੀ ਆ। ਜੇ ਆਪਾਂ ਧਰਮ ਦੀ ਗੱਲ ਮੰਨੀ ਨਹੀਂ ਆਪਣੀ ਕੋਈ ਵੀ, ਫਿਰ ਆਪਾਂ ਕਿਵੇਂ ਧਰਮੀ ਹੋਵੇ? ਸਤਿਗੁਰ ਕਹਿੰਦੇ ਮੰਨੈ ਧਰਮ ਸੇਤੀ ਸੰਬੰਧ, ਮੰਨਣ ਦੇ ਨਾਲ ਹੀ ਧਰਮ ਨਾਲ ਸੰਬੰਧ ਬਣਦਾ ਹੈ। ਜੇ ਮੈਂ ਧਰਮ ਦੀ ਗੱਲ ਮੰਨੀ ਨਹੀਂ, ਦੇਖੋ ਮੈਂ ਦਸਤਾਰ ਸਜਾਈ ਹੋਈ ਹੈ, ਮੈਂ ਕੇਸ ਵੀ ਰੱਖੇ ਹੋਏ ਹੈ, ਪਰ ਮੈਂ ਗੁਰੂ ਦੀ ਗੱਲ ਕੋਈ ਮੰਨਣਾ ਹੀ ਨਾ, ਇਹਦਾ ਮਤਲਬ ਮੇਰਾ ਧਰਮ ਨਾਲ ਸੰਬੰਧ ਨਹੀਂ ਪੈਦਾ ਹੋਇਆ। ਮੈਂ ਖਾਲੀ ਪਹਿਰਾਵਾ ਤੇ ਪਾਇਆ, ਡਰੈਸ ਤੇ ਪਾਈ ਹੋਈ ਹੈ, ਲੱਗਦਾ ਤਾਂ ਹਾਂ ਮੈਂ ਸਟੂਡੈਂਟ ਹਾਂ, ਪਰ ਮੈਂ ਪੜ੍ਹਾਈ ਕੋਈ ਨਹੀਂ ਕੀਤੀ, ਮੈਂ ਤਾਂ ਫੇਲ ਹੋ ਗਿਆ। ਜੇ ਇੱਕ ਬੱਚਾ ਡਰੈਸ ਹੀ ਪਾਈ ਜਾਏ ਤੇ ਪੜ੍ਹਾਈ ਕਰੇ ਹੀ ਨਾ, ਉਹ ਤਾਂ ਫੇਲ ਹੀ ਹੋਏਗਾ ਨਾ। ਮੰਨਣਾ ਪਏਗਾ ਸਾਨੂੰ, ਮੰਨਣ ਦੇ ਨਾਲ ਹੀ ਧਰਮ ਨਾਲ ਸੰਬੰਧ ਪੈਦਾ ਹੋਏਗਾ। ਅੱਛਾ ਬੱਚਿਓ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਸੋਚੋ ਕਿਹੜਾ ਧਰਮ ਕਹਿੰਦਾ ਕਿ ਸਾਨੂੰ ਬੀੜੀ ਸਿਗਰਟ ਪੀਣੀ ਚਾਹੀਦੀ ਹੈ? ਕੋਈ ਹੈ ਐਸਾ ਧਰਮ ਜਿਹੜਾ ਕਹਿੰਦਾ ਸਾਨੂੰ ਨਸ਼ਾ ਕਰਨਾ ਚਾਹੀਦਾ? ਕੋਈ ਨਹੀਂ ਹੈ, ਕੋਈ ਨਹੀਂ ਕਹਿੰਦਾ। ਜਿਹੜੇ ਨਸ਼ਾ ਕਰਨ ਵਾਲੇ ਆ ਉਹ ਕਿਵੇਂ ਕਹਿੰਦੇ ਆਪਾਂ ਧਰਮੀ ਹੈ? ਜਿਹੜੇ ਨਸ਼ਾ ਕਰਨ ਵਾਲੇ ਫਿਰ ਕਿਵੇਂ ਆਪਣੇ ਆਪ ਨੂੰ ਧਰਮੀ ਕਹਿ ਸਕਦੇ ਆ? ਕੋਈ ਧਰਮ ਇਹ ਕਹਿੰਦਾ ਵੀ ਦਾਜ ਲੈਣਾ ਚਾਹੀਦਾ? ਨਹੀਂ ਕਹਿੰਦਾ ਨਾ। ਫਿਰ ਜੇ ਆਪਾਂ ਦਾਜ ਲੈਂਦੇ ਆ ਤੇ ਫਿਰ ਆਪਾਂ ਕਿਵੇਂ ਧਰਮੀ ਹੋ ਗਏ? ਕੋਈ ਧਰਮ ਐਸਾ ਹੈ ਜਿਹੜਾ ਇਹ ਕਹਿੰਦਾ ਹੋਵੇ ਦੂਜੇ ਧਰਮਾਂ ਦੇ ਟਿਕਾਣੇ ਜਾ ਕੇ ਢਾਹ ਦਿਓ ਤੁਸੀਂ? ਕੋਈ ਵੀ ਨਹੀਂ ਕਹਿੰਦਾ। ਤੇ ਜੇ ਇਹੋ ਜਿਹੇ ਅਸੀਂ ਕੰਮ ਕਰਦੇ ਆ ਫਿਰ ਆਪਾਂ ਧਰਮੀ ਨਹੀਂ ਹੈਗੇ। ਯਾਦ ਰੱਖਣਾ, ਧਰਮ ਨਾਲ ਸੰਬੰਧ ਪੈਦਾ ਹੁੰਦਾ ਹੈ ਜੇ ਧਰਮ ਦੀ ਗੱਲ ਮੰਨੀਏ, ਗੁਰੂ ਦੀ ਗੱਲ ਮੰਨੀਏ। ਮੰਨੈ ਧਰਮ ਸੇਤੀ ਸੰਬੰਧ। ਜਿਹੜੇ ਸਿੱਖ ਬੱਚੇ ਮੇਰੀ ਗੱਲ ਸੁਣ ਰਹੇ ਨੇ ਉਹ ਇੱਕ ਸ਼ਬਦ ਨਾ ਯਾਦ ਰੱਖਣ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਇਹ ਸਾਰਾ ਸ਼ਬਦ ਆਪਣੇ ਸਾਹਮਣੇ ਰੱਖ ਕੇ ਨਾ ਆਪਣੇ ਆਪ ਨੂੰ ਨੰਬਰ ਦਿਓ ਕਿ ਮੈਂ ਭਲਕੇ ਉੱਠਦਾ, 1 ਨੰਬਰ ਆ ਗਿਆ। ਕਿ ਮੈਂ ਨਿਤਨੇਮ ਬਾਣੀ ਦਾ ਪਾਠ ਕਰਦਾ, ਆ ਮੈਨੂੰ ਨੰਬਰ ਮਿਲ ਗਿਆ। ਕਿ ਮੈਂ ਰੋਜ਼ ਇਸ਼ਨਾਨ ਕਰਦਾ, ਆ ਨੰਬਰ ਮਿਲ ਗਿਆ। ਮੈਂ ਰੋਜ਼ ਕੀਰਤਨ ਸੁਣਦਾ, ਨੰਬਰ ਮਿਲ ਗਿਆ। ਮੈਂ ਸੰਗਤ ਜਾਂਦਾ, ਜੇ ਨਹੀਂ ਫਿਰ ਨੰਬਰ ਕੱਟ ਗਏ। ਦੇਖੋ ਮੈਂ ਕਿੰਨੇ ਪਰਸੈਂਟ ਦਾ ਸਿੱਖ ਹਾਂ। ਕਿਤੇ ਮੈਂ 33% ਤੋਂ ਘੱਟ ਨੰਬਰ ਤਾਂ ਨਹੀਂ ਲੈ ਲਏ, ਫਿਰ ਤਾਂ ਮੈਂ ਫੇਲ ਹੋ ਗਿਆ। ਸੋ ਮੰਨਣ ਦੇ ਨਾਲ ਹੀ ਧਰਮ ਨਾਲ ਸੰਬੰਧ ਪੈਦਾ ਹੁੰਦਾ ਹੈ। ਮੰਨੈ ਧਰਮ ਸੇਤੀ ਸੰਬੰਧ। ਤੇ ਇਸ ਤੋਂ ਅੱਗੇ ਜਿਹੜੀ ਪੌੜੀ ਦੀ ਗੱਲ ਚੱਲ ਰਹੀ ਹੈ ਉਹ ਹੈ ਪੰਚ। ਇੱਥੇ ਪ੍ਰਵਾਨਗੀ ਮਿਲ ਜਾਣੀ ਹੈ। ਪੰਚ ਦਾ ਅਰਥ ਹੈ ਉਹ ਜੋ ਪੁੱਗਿਆ ਹੋਇਆ ਹੈ, ਜੋ ਪਹੁੰਚ ਗਿਆ। ਇੱਥੇ ਜਪਜੀ ਸਾਹਿਬ ਦਾ ਪਹਿਲਾ ਪੜਾਅ ਸਮਾਪਤ ਹੋ ਜਾਂਦਾ ਤੇ ਸੰਪੂਰਨਤਾ ਹੁੰਦੀ ਹੈ। ਜਿਹਨੇ ਗੁਰੂ ਦੀ ਗੱਲ ਸੁਣਿਆ, ਸੁਣਨ ਤੋਂ ਬਾਅਦ ਮੰਨ ਲਿਆ, ਉਹ ਤੋਂ ਬਾਅਦ ਉਹ ਪੰਚ ਬਣ ਗਿਆ, ਉਹ ਗੁਰਸਿੱਖ ਬਣ ਗਿਆ। ਉਹਦੇ ਉੱਤੇ ਪ੍ਰਵਾਨਗੀ ਦੀ ਮੋਹਰ ਲੱਗ ਗਈ। ਪੰਚ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਾਹ ਮਾਨ। ਦਰਗਾਹ ਦੇ ਵਿੱਚ ਉਹਨਾਂ ਨੂੰ ਮਾਣ ਮਿਲ ਗਿਆ। ਪਰ ਇਹ ਪੰਚ ਕੌਣ ਹੈ? ਸੌਖਿਆਂ ਸਮਝਣਾ ਹੋਵੇ ਪੰਚ ਕਿਹਨੂੰ ਕਵਾਂਗੇ? ਗੁਰਬਾਣੀ ਦੀ ਇੱਕ ਪੰਕਤੀ ਹੈ, ਪੰਚ ਮਨਾਏ ਪੰਚ ਰੁਸਾਏ। ਪੰਚ ਰੁਸਾਏ ਪੰਚ ਮਨਾਏ, ਇਹਨੂੰ ਸਮਝੀਏ। ਰੁਸਾਣਾ ਕਿਹਨੂੰ ਹੈ, ਮਨਾਣਾ ਕਿਹਨੂੰ ਹੈ? ਪੰਜ ਹੈਗੇ ਵਿਕਾਰ, ਪੰਜ ਹੈਗੇ ਸ਼ੁਭ ਗੁਣ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਹਨਾਂ ਨੂੰ ਰੁਸਾ ਦੋ। ਦੇਖੋ ਰੁਸਾਣ ਦਾ ਇੱਕੋ ਤਰੀਕਾ ਹੈ, ਤੁਹਾਡੇ ਘਰ ਕੋਈ ਬੰਦਾ ਆ ਜਾਏ, ਤੁਸੀਂ ਚਾਹ ਪਾਣੀ ਨਾ ਪੁੱਛੋ, ਤੁਸੀਂ ਉਹਨਾਂ ਗੱਲ ਹੀ ਨਾ ਕਰੋ, ਤੁਸੀਂ ਦਰਵਾਜ਼ਾ ਬੰਦ ਕਰ ਦਿਓ, ਤੁਸੀਂ ਕਹੋ ਵੀ ਜਾ ਆਪਣੇ ਘਰ ਜਾ, ਰੁੱਸ ਗਿਆ। ਬਸ ਰੁਸਾਣਾ ਤਾਂ ਬਹੁਤ ਸੌਖਾ ਹੈ। ਥੋੜਾ ਜਿਹਾ ਉਹਦੀ ਗੱਲ ਨੂੰ ਨਾ ਮੰਨੋ, ਉਹਨੂੰ ਕਹੇ ਭਾਈ ਤੂੰ ਜਾ, ਮੇਰੇ ਘਰ ਨਾ ਆਇਆ ਕਰ, ਰੁੱਸ ਗਿਆ ਅਗਲਾ। ਕਾਮ ਨੂੰ ਰੁਸਾਈਏ। ਜੇ ਸਾਡੇ ਘਰ ਉਹ ਆਉਂਦਾ ਹੈ ਨਾ, ਉਹਨੂੰ ਕਹੇ ਤੂੰ ਜਾ ਇੱਥੋਂ ਦੀ,
पर असी जे कुछ ऐसा देखते हाँ या ऐसा सुनते हाँ तो सानू चंगा लगता है, तो यदा मतलब असी रुसा तो नहीं रहे। क्रोध नूं रुसाइए। देखो मैं कई नौजवान वेखे ने जिम करते हैं, चंगी गल है, सेहत अपनी बनानी चाहिए है। तो मैं एक पूछ लिया भी बड़े डोले शोले बनाए भी की गल, कहता बाबा जी ऐदा भी कई बार 2-3 दे दंद दुंद भनने पै जाते हैं। मैं कहा भलिया लोका, तू लोगों के दंद भनन वास्ते अपने डोले बना रहे हैं। ਇਹਦਾ मतलब साडी सेहत अपने क्रोध ਨੂੰ पूरा करने वास्ते है। फिर ਇਹਦਾ मतलब ਆਪਾਂ सेहत की संभाल नहीं कर रहे, ਅਸੀਂ क्रोध की संभाल कर रहे हैं। याद रखना, उन्होंने तो ਅਸੀਂ ਰਸਾਉਣਾ है, ਦੁਲਾ दो किसी गल तो। देखो बाबा फरीद जी कहते, फरीदा बुरे दा भला कर, गुस्सा मन ना हंडाए। ये बचन चेते आ जान, किसी गुस्सा आवे ना, फटाफट बाबा फरीद के शब्द चेते आ जान ते मानो कि नहीं गुस्सा नहीं करना, गुस्से नूं भजाना है, गुस्से के जा दौड़ जा इत्थों दी। लोभ आवे, मोह आवे, हंकार आवे, उन्होंने आपां भजा दईए अपने घरों। ते दूजी थां ते फिर मनाउणा भी है पंजां नूं। मनाउणा किवें हुंदा है? देखो तुहाडे घर कोई चंगा जा फंक्शन होवे तो तुहानूं सद्दा दे दो, बस साडे घर आयो जी, ਉਹਦੇ घर तोहफा लैके चले जाओ, चंगी तरह हस के गलबात कर लो, दोस्ती पै जाती है। असीं किहनूं मनाउणा है? सत, संतोख, दया, धर्म, धीरज, ये 5 गुण ने। मैं फिर रिपीट कर रहा, सत, संतोख, दया, धर्म, धीरज, इन्हां 5 नूं मनाउणा है, वो पंच बनेगा। साडा आचरण उच्चा होना चाहिए। संतोख होवे साडे जीवन दे विच, दया होवे साडे जीवन दे विच। अपनी क्लास विच वेखो कि किहड़ा बच्चा ऐसा है जिन्हों लोड़ है किसी चीज की। कोई मैथ विच कमजोर है, कोई हिस्ट्री विच कमजोर है, हो सकता है किसी को आर्थिक पक्षों कमजोरी होवे, तुसीं उहदी हेल्प करो जे तुसीं कर सकदे हो। जे तुसीं पढ़ा सकदे हो पढ़ाओ, जे तुहाडे कोल माया ज्यादा है उहदे नाल भी तुसीं हेल्प कर सकदे हो। कौन कर सकेगा? जिहदे कोल दया होवे। जिहदे अंदर दया नहीं, वो नहीं कर सकेगा। असीं इन्हूं इनवाइट करिए अपने अंदर। अपनी जिहड़ी भी खर्ची मिलदी है ना, 100 रुपया मिले तुहानूं महीने का, 50 रुपए तुहानूं महीने दे मिलण, ਉਹਦਾ 10ਵਾਂ हिस्सा रखो भी मेरे मालक ने कहा दसवंध कढ़ना है, मैं दसवंध कढ़ना ही कढ़ना है। ये दसवंध मैं उन्हां ते लगाउणा है जिन्हां नूं लोड़ होएगी, मैं ये नहीं खर्चना। घरदियां ने मैनूं दित्ता भी तू जाके समोसे खा, मैं ਉਹਦੇ ਵਿੱਚ 10ਵਾਂ हिस्सा रख लवां, ਇਹਦੇ ਵਿੱਚ समोसे नहीं खाने, ਇਹਦੇ ਨਾਲ मैं किसी हेल्प करनी। ये ਉਹੀ ਬੰਦਾ कर सकेगा ਜਿਹਦੇ अंदर दया है, दूजा नहीं कर सकेगा। ਉਹ तकेगा भी अज ਉਹਦੇ जेब च पैसे कढाउणे, अज ਉਹਦੀ जेब च खाने आ समोसे, हेल्प करनी तो दूर दी नहीं, तो लुट लेगा दूजिਆਂ ਨੂੰ। हजूर कह लगे पंच वो है जिन्हें अपने विकारां नूं ते रुसा दिता है, घरों दुड़ा दिता है, ते 5 शुभ गुण जिहड़े ने उहनूं अपने अंदर वसा लिया है। जिन्हां ने अपने 5 इंद्रियां दे दोषां नूं जिहड़ा हैगा वो पासे कर दिता है। अखां जिहड़ा पराया रूप नहीं वेखदियां, कंन पराए निंदिया नहीं सुनदे, नक सुगंधियां मगर नहीं दौड़दा, जुबान स्वादां मगर नहीं दौड़दी, स्किन जिहड़ी हैगी वो आराम पसंद नहीं हैगी। ये भी तो 5 ने ना। इसे तरह मनुख 5 तत्तां दा पुतला है। उन्हां 5 तत्तां दे गुण ने पानी, पानी तो निर्मलता, साडे अंदर शीतलता आवे साडे अंदर। इसे तरीके दे नाल हवा, अमीर होवे गरीब होवे, हवा दोवां नूं बराबर लगेगी, साडे च बराबरता होनी चाहिए है। धरती, धरती च कितनी निर्माणता है, किड्डे भार नूं अपने उत्ते चुकी फिरदी है, साडे अंदर भी निम्रता होवे। इन्हां 5 तत्तां दे शुभ गुण अपने अंदर धारण करिए। आकाश, विशालता, अगन मैल कट्टण वास्ते है। किसी भी प्रकार की इवें सोने नूं भी आपां शुद्ध करना होवे ते उहनूं अग ते चाढ़दे हां असीं। हजूर कहते ने इन्हां 5 तत्तां दे गुण अपने अंदर वसा, तू भी निर्मल होवे, तेरे अंदर विशालता होवे, तेरे अंदर भी निर्माणता होवे, फिर तू बनेगा पंच, फिर लगेगी प्रवानगी दी मोहर। मेरा मालिक सानू इहो जे जपजी साहिब विच सुनेहे बख्शिश कर रहे हैं
ਜਿਹਦੇ ਰਾਹੀਂ ਅਸੀਂ ਪੰਚ ਬਣ ਜਾਈਏ, ਅਸੀਂ ਗੁਰਮੁਖ ਬਣ ਜਾਈਏ, ਅਸੀਂ ਪ੍ਰਵਾਨ ਹੋ ਜਾਈਏ। ਸਾਨੂੰ ਰਾਜ ਅਕਾਲ ਪੁਰਖ ਵਾਹਿਗੁਰੂ ਜੋ ਸਭ ਦਾ ਰਾਜ ਹੈ ਉਹਦੀ ਦਰਗਾਹ ਦੇ ਵਿੱਚ ਮਾਨ ਮਿਲ ਜਾਏ। ਸਾਡਾ ਪੰਚਾਂ ਕਾ ਗੁਰ ਏਕ ਧਿਆਨ ਬੜਾ ਮਹੱਤਵਪੂਰਨ ਹੈ। ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਦਾ ਧਿਆਨ ਕੇਵਲ ਇੱਕ ਗੁਰੂ ਵੱਲ, ਸਾਡਾ ਧਿਆਨ ਗੁਰੂ ਵੱਲ ਰਵੇ। ਗੁਰੂ ਸਾਹਿਬ ਕੀ ਕਹਿੰਦੇ ਹੈ, ਗੁਰੂ ਸਾਹਿਬ ਕੀ ਕਹਿੰਦੇ ਹੈ, ਬੜੀ ਮਹੱਤਵਪੂਰਨ ਗੱਲ ਹੈ ਧਿਆਨ ਦੀ। ਦੇਖੋ ਤੁਸੀਂ ਅਸੀਂ ਗੱਡੀ ਚਲਾਉਂਦੇ ਹਾਂ, ਜਦੋਂ ਤੁਸੀਂ ਜਾਂਦੇ ਹੋ ਤੇ ਤੁਹਾਡੇ ਮਾਪੇ ਕੀ ਕਹਿੰਦੇ ਹੋਣਗੇ, ਪੁੱਤ ਗੱਡੀ ਧਿਆਨ ਨਾਲ ਚਲਾਈ। ਕਦੇ ਕਹਿੰਦੇ ਕਿ ਵੀ ਅੱਖਾਂ ਨਾਲ ਚਲਾਈ, ਹੱਥਾਂ ਨਾਲ ਚਲਾਈ। ਹਰ ਕੋਈ ਕੀ ਕਹਿੰਦਾ, ਧਿਆਨ ਨਾਲ ਚਲਾਈ। ਜਦੋਂ ਪੜ੍ਹਨ ਦੀ ਗੱਲ ਹੋਵੇ, ਕਦੇ ਕਿਨੇ ਕਿਹਾ ਤੂੰ ਜ਼ੁਬਾਨ ਨਾਲ ਪੜ੍ਹੀ, ਕੀ ਕਹਿੰਦੇ ਆ, ਧਿਆਨ ਨਾਲ ਪੜ੍ਹੀ। ਜਦੋਂ ਕੋਈ ਕੰਮ ਕਰਨਾ ਹੋਵੇ, ਕੋਈ ਕਹਿੰਦਾ ਹੱਥਾਂ ਨਾਲ ਕਰੀ, ਕੀ ਕਹਿੰਦਾ, ਧਿਆਨ ਨਾਲ ਕਰੀ। ਜਦੋਂ ਕਿਸੇ ਬੱਚੇ ਨੂੰ ਤੁਹਾਡੇ ਕੋਲ ਛੱਡਿਆ ਹੋਵੇ, ਕੋਈ ਕਹਿੰਦਾ ਵੀ ਪਕੜ ਕੇ ਰੱਖੀ, ਉਹ ਕੀ ਕਹਿੰਦਾ, ਤਾਂ ਧਿਆਨ ਰੱਖੀ। ਧਿਆਨ ਨੇ ਤੇ ਸਭ ਕੁਝ ਕਰਨਾ ਹੈ। ਤੁਸੀਂ ਗੱਡੀ ਚਲਾਉਂਦੇ ਹੋਵੋ, ਹੱਥ ਵੀ ਸਟੀਅਰਿੰਗ ਦੇ ਉੱਤੇ ਹੈਗੇ ਨੇ, ਪੈਰ ਵੀ ਬ੍ਰੇਕਾਂ ਤੇ ਹੈ, ਪਰ ਧਿਆਨ ਕਿਧਰੇ ਹੋਰ ਚਲੇ ਗਿਆ, ਫਿਰ ਕੀ ਹੋਏਗਾ, ਐਕਸੀਡੈਂਟ। ਇਸੇ ਤਰ੍ਹਾਂ ਹੀ ਅਸੀਂ ਜੀਵਨ ਦੇ ਵਿੱਚ ਤੁਰਦਿਆਂ ਤੁਰਦਿਆਂ ਧਿਆਨ ਰੱਖਣਾ ਗੁਰੂ ਵਿੱਚ, ਫਿਰ ਕੋਈ ਗਲਤੀ ਨਹੀਂ ਹੋਏਗੀ ਕਦੇ ਵੀ। ਗੁਰੂ ਸਾਹਿਬ ਕੀ ਕਹਿੰਦੇ ਆ ਖਾਣ ਵਾਸਤੇ, ਗੁਰੂ ਸਾਹਿਬ ਪਹਿਨਣ ਵਾਸਤੇ ਕੀ ਕਹਿੰਦੇ ਆ, ਗੁਰੂ ਸਾਹਿਬ ਕਿਵੇਂ ਇਸ ਜੀਵਨ ਵਿੱਚ ਜਿਉਣ ਵਾਸਤੇ ਕਹਿ ਰਹੇ ਨੇ, ਅਸੀਂ ਉਹੀ ਕੰਮ ਕਰਨਾ ਹੈ। ਜਿਨ੍ਹਾਂ ਦਾ ਧਿਆਨ ਗੁਰੂ ਵੱਲ ਰਹੇਗਾ ਉਹ ਗਲਤੀ ਨਹੀਂ ਕਰਨਗੇ, ਉਹੀ ਪੰਚ ਹੋ ਸਕਦੇ ਨੇ। ਪੰਚਾਂ ਕਾ ਗੁਰ ਏਕ ਧਿਆਨ, ਫਿਰ ਉਹ ਕੇਵਲ ਉਹੀ ਗੱਲ ਕਰਨਗੇ ਜੋ ਸਹੀ ਹੋਏਗੀ। ਉਹ ਐਵੇਂ ਊਟ ਪਟਾਂਗ ਦੀਆਂ ਗੱਲਾਂ ਨਹੀਂ ਕਰਨਗੇ ਵੀ ਧਰਤੀ ਨੂੰ ਬਲਦ ਨੇ ਚੱਕਿਆ ਹੋਇਆ ਹੈ ਤੇ ਧਰਤੀ ਦੇ ਹੇਠਾਂ ਕੋਈ ਹੋਰ ਬਲਦ ਹੈ, ਫਿਰ ਉਹਦੇ ਹੇਠਾਂ ਹੋਰ ਧਰਤੀ ਹੈ, ਏਦਾਂ ਦੀ ਕੋਈ ਗੱਲ ਨਹੀਂ ਕਰਨਗੇ। ਕਿਉਂਕਿ ਉਹ ਸਮਝਦੇ ਨੇ ਵੀ ਗੁਰੂ ਨੇ ਕੀ ਕਿਹਾ, ਵੀ ਅਕਾਲ ਪੁਰਖ ਵਾਹਿਗੁਰੂ ਨੇ ਸਹਾਰਾ ਦਿੱਤਾ ਸਾਰੀ ਧਰਤੀ ਨੂੰ, ਕੋਈ ਬਲਦ ਬੁਲਦ ਨਹੀਂ ਹੈਗਾ। ਇਹ ਅਕਾਲ ਪੁਰਖ ਵਾਹਿਗੁਰੂ ਦੀ ਦਇਆ ਤੋਂ ਪੈਦਾ ਹੋਇਆ ਨਿਯਮ ਹੀ ਹੈ, ਜਿਸ ਕਰਕੇ ਧਰਤੀ ਨੂੰ ਥੰਮਿਆ ਹੋਇਆ ਹੈ, ਹੋਰ ਗ੍ਰਹਿਾਂ ਨੂੰ ਥੰਮਿਆ ਹੋਇਆ ਹੈ। ਮਾਲਕ ਰਹਿਮਤ ਕਰੇ। ਅੱਜ ਅਸੀਂ ਪਹਿਲੀ ਪੌੜੀ ਤੋਂ ਲੈ ਕੇ ਪੰਜ ਤੱਕ ਦਾ ਸਫ਼ਰ ਜਿਹੜਾ ਹੈਗਾ ਉਹ ਸੁਨੇਹੇ ਸਾਂਝੇ ਕੀਤੇ ਹਨ। ਲੰਮੇਰੀ ਬਾਣੀ ਹੈ, ਸਾਰੀ ਬਾਣੀ ਨਹੀਂ ਕੀਤੀ ਜਾ ਸਕੀ, ਪਰ ਪਹਿਲਾ ਪੜਾਅ ਪੰਜ ਤੱਕ ਪਹੁੰਚਣ ਦਾ ਅਸੀਂ ਵਿਚਾਰ ਕੀਤਾ। ਕਦੇ ਫਿਰ ਮੌਕਾ ਮਿਲਿਆ ਤੇ ਬਾਕੀ ਦੇ ਵਿਚਾਰ ਅਸੀਂ ਸਾਂਝ ਕਰ ਪਾਵਾਂਗੇ ਜੀ। ਹੁਣ ਇੱਥੇ ਮੈਂ ਆਪਣੀਆਂ ਵਿਚਾਰਾਂ ਨੂੰ ਸੰਕੋਚ ਰਿਹਾ ਹਾਂ ਤੇ ਅਗਲੀ ਕਾਰਵਾਈ ਵਾਸਤੇ ਮੈਂ ਸਤਿਕਾਰਯੋਗ ਵੀਰ ਜੀ ਪ੍ਰਵਿੰਦਰ ਸਿੰਘ ਜੀ ਨੂੰ ਇਹ ਬੇਨਤੀ ਕਰ ਰਿਹਾ ਹਾਂ, ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੈ ਤੇ ਉਹ ਵੀ ਕਰ ਸਕਦੇ ਹਨ, ਜਾਂ ਜਿਵੇਂ ਵੀਰ ਜੀ ਯੋਗ ਸਮਝਣਗੇ ਉਹ ਅਗਲੀ ਕਾਰਵਾਈ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਬਹੁਤ ਸੁੰਦਰ ਸ਼ਬਦਾਂ ਦੇ ਵਿੱਚ ਇੱਕ ਤੋਂ ਪੌੜੀਆਂ ਤੱਕ, ਔਰ ਮੈਨੂੰ ਇਸ ਨਾਲ ਨਾਲ ਮੈਂ ਵੀ ਲਿਖੀ ਗਿਆ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵੀਰ ਜੀ ਨੇ ਕਿੰਨਾ ਸੋਹਣਾ ਸਮਝਾਇਆ ਹੈ ਸਾਨੂੰ ਵੀ ਸਤਿਨਾਮ ਦਾ ਮਤਲਬ ਮੈਨੂੰ ਕੀ ਪ੍ਰੇਰਨਾ ਮਿਲਦੀ ਹੈ, ਜੇ ਉਹ ਅਕਾਲ ਪੁਰਖ ਸੱਚਾ ਹੈ ਤੇ ਮੈਂ ਵੀ ਝੂਠ ਨਹੀਂ ਬੋਲਦਾ। ਤੇ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਵੀਰ ਜੀ ਨੇ ਦੱਸੀ ਹੈ ਬਈ ਉਸ ਅਕਾਲ ਪੁਰਖ ਨੇ ਸਾਨੂੰ ਮਰਜ਼ੀ ਕਰਨ ਦੀ ਇਜਾਜ਼ਤ ਦਿੱਤੀ ਹੋਈ ਹੈ। ਜਿਸ ਤਰ੍ਹਾਂ ਉਹ ਕੁੱਤੇ ਨੂੰ ਆਪਾਂ ਇੱਕ ਰੱਸੀ ਬੰਨ੍ਹ ਦਿੰਦੇ ਵੀ ਤੇਰੀ ਇੱਥੋਂ ਤੱਕ ਇਜਾਜ਼ਤ ਹੈ, ਗੰਦ ਮੰਦ ਨਾ ਖਾਈ। ਤੇ ਹੁਕਮ ਸਮਝ ਆਉਣ ਤੋਂ ਬਾਅਦ ਜਿਹੜੀ ਸਥਿਤੀ ਹੈ ਮਨੁੱਖ ਦੀ ਕਿਸ ਤਰ੍ਹਾਂ ਹੁੰਦੀ ਹੈ। ਸੋ ਟਾਈਮ 4 ਮਿੰਟ ਦੇ ਲਗਭਗ ਰਹਿੰਦੇ ਨੇ। ਮੈਂ ਬੇਨਤੀ ਕਰਾਂਗਾ ਸਰਦਾਰ ਜਗਤਾਰ ਸਿੰਘ ਵੀਰ ਜੀ ਨੂੰ ਉਹ ਅੱਜ ਦੀ ਇਸ ਦੂਸਰੇ ਦਿਨ ਦੀ ਕੈਂਪ ਦੀ ਸਮਾਪਤੀ ਕਰਨ ਔਰ ਵੀਰ ਜੀ ਦਾ ਔਰ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਗੇ। ਉਸ ਤੋਂ ਪਹਿਲਾਂ ਮੈਂ ਅਨਾਊਂਸਮੈਂਟ ਕਰਦੇ ਹਾਂ, ਇੱਕ ਮੈਂ ਤੁਹਾਡੇ ਸਾਰਿਆਂ ਨੂੰ ਲਿੰਕ ਭੇਜਿਆ ਜਿਸ ਦੇ ਵਿੱਚ ਸਾਰੇ ਤੁਸੀਂ ਇੱਕ ਗਰੁੱਪ ਜੁਆਇਨ ਕਰ ਲਓਗੇ। ਤੁਹਾਨੂੰ ਰੋਜ਼ਾਨਾ ਦਾ 1 ਤੋਂ 10 ਤਰੀਕ ਤੱਕ ਸਮਰ ਕੈਂਪ ਲੱਗਣਾ ਹੈ ਔਰ ਉਸ ਤੋਂ ਬਾਅਦ ਵੀ ਅੱਗੇ ਜਿਵੇਂ ਪ੍ਰੋਗਰਾਮ ਹੋਏਗਾ ਵੀਰ ਜੀ ਤੁਹਾਨੂੰ ਦੱਸਣਗੇ, ਸਾਡੀ ਟੀਮ ਦੱਸੇਗੀ। ਔਰ ਆਪ ਜੀ ਦੇ ਧਿਆਨ ਵਿੱਚ ਲਿਆ ਰਹੀ ਕੱਲ ਨੂੰ ਜੋ ਪ੍ਰਿੰਸੀਪਲ ਭੈਣ ਜੀ ਕਮਲਜੀਤ ਕੌਰ ਜੀ ਲੁਧਿਆਣੇ ਤੋਂ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਦੇ ਵਿਸ਼ੇ ਦੇ ਉੱਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਮੈਂ ਵੀਰ ਜਗਤਾਰ ਸਿੰਘ ਵੀਰ ਜੀ ਨੂੰ ਬੇਨਤੀ ਕਰਾਂਗਾ ਉਹ ਆਪਣੇ ਮਿੱਥੇ ਹੋਏ ਸਮੇਂ ਦੇ ਵਿੱਚ ਸੰਗਤਾਂ ਦਾ ਧੰਨਵਾਦ ਕਰ ਦੇਣ। ਵੀਰ ਜੀ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਵਿੱਚ ਵੀ ਕਈ ਨਾ ਮਨ ਵਿੱਚ ਸਵਾਲ ਆਏ ਸੀ, ਪਰ ਮੈਨੂੰ ਬਹੁਤ ਹੈਰਾਨਗੀ ਸੀ ਵੀਰ ਜੀ ਨਾਲ ਦੇ ਨਾਲ ਜਵਾਬ ਪਹਿਲਾਂ ਹੀ ਦੇ ਜਾਂਦੇ ਸੀ। ਜੇ ਕੋਈ ਸਾਡੇ ਅੰਦਰ ਥੋੜਾ ਜਿਹਾ ਸਵਾਲ ਉੱਠਦਾ ਵੀ ਸੀ ਨਾ,
ਪੁੱਛਾਂਗੇ ਤਾਂ ਵੀਰ ਜੀ ਨਾਲ ਦੀ ਨਾਲ ਹੀ ਸਵਾਲ ਦੇ ਦਿੰਦੇ ਸੀ। ਬਹੁਤ ਬਹੁਤ ਧੰਨਵਾਦ ਵੀਰ ਜੀ ਹੋਰਾਂ ਦਾ, ਵੀਰਵਿੰਦਰਪਾਲ ਸਿੰਘ ਜੀ ਹੋਰਾਂ, ਔਰ ਹੋਰ ਵੀ ਜਿੰਨੇ ਸਾਡੇ ਪਾਰਟਸਮੈਂਟ ਜੁੜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਵੀਰ ਪਰਵਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਜੋੜ ਕੇ ਔਰ ਸਾਡੇ ਅੰਦਰ ਇੱਕ ਤੁਸੀਂ ਗਿਆਨ ਦਾ ਸੋਮਾ ਭਰ ਰਹੇ ਜੀ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਵੀਰ ਵੀਰਾਂ ਪਰਵਿੰਦਰ ਨੂੰ ਸਿੰਘ ਬੇਨਤੀ ਜੀ ਬਹੁਤ ਸੋਹਣੀ ਜੀ, ਬਿਲਕੁਲ ਜੀ, ਧੰਨਵਾਦ ਕਰਦਾ ਸਾਰੇ ਟਾਈਮ ਸਿਰ ਜੁਆਇਨ ਕਰਨ। 4 ਦਾ ਮਤਲਬ 4 ਹੈ, 3:59 ਹੈ। ਸੋ ਸਾਡੇ ਵੱਲੋਂ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ। ਹੋਰਨਾਂ ਬੱਚਿਆਂ ਨੂੰ ਪ੍ਰੇਰਨਾ ਕਰਕੇ ਇਸ ਕਲਾਸ ਦੇ ਨਾਲ ਜੋੜੋ ਤਾਂ ਜੋ ਜਲਾਲਾਬਾਦ ਦੀ ਗੁਰਦੁਆਰਾ ਸਿੰਘ ਸਭਾ ਜਲਾਲਾਬਾਦ ਦੀ ਜਿਹੜੀ ਸੰਗਤ ਹੈ, ਸਾਰੇ ਗੁਰਦੁਆਰਾ ਸਾਹਿਬਾਨ ਦੇ ਰਾਗੀ ਸਿੰਘ ਸਾਹਿਬਾਨ, ਗ੍ਰੰਥੀ ਸਿੰਘ ਸਾਹਿਬਾਨ, ਸਾਡੇ ਵੀਰ ਤੇਜਿੰਦਰਪਾਲ ਸਿੰਘ ਜੀ ਪਿੰਕੂ, ਸਾਡੇ ਕੋ-ਹੋਸਟ ਵੀ ਨੇ ਸ਼ਕੁੰਤਲਾ ਰਾਣੀ ਜੀ, ਔਰ ਇਹ ਸਾਰਿਆਂ ਨੇ ਮਿਹਨਤ ਕਰਕੇ ਕਾਫੀ ਸਾਰੀਆਂ ਭੈਣਾਂ ਨੂੰ, ਵੀਰਾਂ ਨੂੰ, ਸਟੂਡੈਂਟਸ ਨੂੰ ਜੋੜਿਆ ਹੈ। ਸੋ ਅਸੀਂ ਕੋਸ਼ਿਸ਼ ਕਰੀਏ ਆਪਣੇ ਪਿੰਡ ਦੇ ਵਿੱਚ, ਕਿਉਂਕਿ ਸਾਰੇ ਯੂਜ਼ ਟੂ ਨੇ ਇਸ ਸਾਰੇ ਸਿਸਟਮ ਤੋਂ। ਗੂਗਲ ਦੇ ਉੱਤੇ, ਗੂਗਲ ਮੀਟ ਦੇ ਉੱਤੇ, ਸਕਾਈਪ ਦੇ ਉੱਤੇ ਬਹੁਤ ਸਾਰੀਆਂ ਕਲਾਸਾਂ ਲੱਗ ਰਹੀਆਂ ਨੇ। ਇਸੇ ਤਰ੍ਹਾਂ ਅਸੀਂ ਇੱਕ ਹਫ਼ਤਾਵਾਰੀ ਕਲਾਸ ਵੀ ਲਗਾਉਂਦੇ ਹਾਂ ਸਕਾਈਪ ਦੇ ਉੱਤੇ, ਜਿਸ ਦੇ ਵਿੱਚ ਸਾਡਾ ਲਗਾਤਾਰ ਆਸਾ ਵਾਰ ਦਾ ਜਿਹੜਾ ਕਥਾ ਵਿਚਾਰ ਚੱਲ ਰਹੀ ਸੀ। ਸਰਦਾਰ ਜਸਪਾਲ ਸਿੰਘ ਜਿਹੜੇ ਸਾਡੇ ਬਹੁਤ ਮੈਂਟਰ ਸੀਗੇ ਲੁਧਿਆਣਾ ਤੋਂ, ਉਹ ਪਿਛਲੇ ਦਿਨੀ ਗੁਰਪੁਰ ਚਲਾਣਾ ਕਰ ਗਏ ਨੇ, ਗੁਰਪੁਰ ਪਿਆਨਾ ਕਰ ਗਏ ਨੇ। ਗੁਰੂ ਪਾਤਸ਼ਾਹ ਉਹਨਾਂ ਨੇ ਸਾਨੂੰ ਇਹ ਸਾਰੀ ਸੇਧ ਬਖਸ਼ਿਸ਼ ਕੀਤੀ। ਇੱਕ 70 ਸਾਲ ਦੇ ਬਜ਼ੁਰਗ ਅੰਕਲ ਸਾਡੀ ਇਸ ਤਰ੍ਹਾਂ ਦੀ ਪ੍ਰੇਰਨਾ ਕਰਕੇ ਸਾਨੂੰ ਇਹ ਕਲਾਸਾਂ ਵਾਸਤੇ ਪ੍ਰੇਰਨਾ ਕਰਕੇ ਗਏ ਨੇ। ਗੁਰਦੁਆਰਾ ਸਿੰਘ ਸਭਾ ਜਲਾਲਾਬਾਦ ਦੇ ਵਿੱਚ ਹਰ ਸਾਲ ਸਮਰ ਕੈਂਪ ਲੱਗਦਾ ਰਿਹਾ, ਔਰ ਪਿਛਲੇ ਸਾਲ ਵੀ ਨਹੀਂ ਲੱਗ ਸਕਿਆ। ਇਸ ਸਾਲ ਜਿਹੜਾ ਹੈ ਫਿਰ ਨਹੀਂ ਲੱਗ ਸਕਿਆ। ਕਰੋਨਾ ਦਾ ਜਿਹੜਾ ਪੈਂਡੈਮਿਕ, COVID-19 ਦਾ ਜਿਹੜਾ ਪ੍ਰਕੋਪ ਹੈ ਉਹ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਫੈਲਾਅ ਹੋ ਰਿਹਾ ਹੈ। ਗੁਰੂ ਪਾਤਸ਼ਾਹ ਅੱਗੇ ਅਰਦਾਸ ਹੈ ਤੁਹਾਡੇ ਸਾਰਿਆਂ ਘਰਾਂ ਦੇ ਵਿੱਚ ਸੁੱਖ ਵਰਤੇ, ਔਰ ਤੁਸੀਂ ਰੋਜ਼ਾਨਾ ਨਿਤਨੇਮ ਦੀਆਂ ਬਾਣੀਆਂ, ਅੰਮ੍ਰਿਤ ਵੇਲੇ ਔਰ ਰਹਿਰਾਸ ਸਾਹਿਬ ਦਾ ਪਾਠ, ਸੋਹਿਲਾ ਸਾਹਿਬ ਦਾ ਪਾਠ, ਅਰਦਾਸ ਬੰਦ ਕਰੋ। ਨਾਲ ਰੋਜ਼ਾਨਾ ਸਹਿਜ ਪਾਠ ਵੀ ਚੱਲਣ, ਸੁਖਮਣੀ ਸਾਹਿਬ ਦੇ ਪਾਠ ਵੀ ਚੱਲਣ। ਮੇਰੀ ਬੇਨਤੀ ਹੈ ਪ੍ਰੋਫੈਸਰ ਮਨਿੰਦਰਪਾਲ ਸਿੰਘ ਜਿਵੇਂ ਟਾਈਮ ਸਾਨੂੰ ਉਹਨਾਂ ਨੇ ਹੋਰ ਦਿੱਤਾ, ਉਹਨਾਂ ਨੇ ਹੋਰ ਵੀ ਵੀਰਾਂ ਨੂੰ ਸਾਡੇ ਦਰਸ਼ਨ ਕਰਾਉਣੇ ਨੇ, ਸਾਡੇ ਨਾਲ ਉਹਨਾਂ ਦੇ ਨਾਲ ਰੂਬਰੂ ਕਰਾਉਣਾ ਹੈ। ਸੋ ਸਾਰੇ ਵੀਰਾਂ ਭੈਣਾਂ ਦਾ ਬਹੁਤ ਧੰਨਵਾਦ। ਬੁਲਾਓ ਫਤਿਹ ਜੀ।